ਵੈਲਕਮ ਟੂ ਓਜ਼ਿਸ ਗਰੁੱਪ ਆਸਟ੍ਰੇਲੀਅਨ ਮਾਈਗ੍ਰੇਸ਼ਨ ਅਤੇ ਐਜੂਕੇਸ਼ਨ ਦੇ ਖੇਤਰ ਵਿੱਚ ਇੱਕ ਵੱਡਾ ਨਾਮ। ਆਸਟ੍ਰੇਲੀਆ ਵਿੱਚ 12 ਸ਼ਿਖਾਵਾਂ ਰਾਹੀਂ ਅਤੇ 10 ਸਾਲਾਂ ਤੋਂ ਵੀ ਵੱਧ ਤਜਰਬੇ ਨਾਲ ਹਰ ਤਰ੍ਹਾਂ ਦੇ ਵੀਜ਼ਾ ਵਿੱਚ ਓਜ਼ਿਸ ਗਰੁੱਪ ਤੁਹਾਡੀ ਮਦਦ ਕਰ ਸਕਦੇ ਹਨ। ਆਸਟ੍ਰੇਲੀਆ ਤੋਂ ਇਲਾਵਾ ਓਜ਼ਿਸ ਗਰੁੱਪ ਇੰਡੀਆ, ਦੁਬਈ ਅਤੇ ਨਿਊਜ਼ੀਲੈਂਡ ਵਿੱਚ ਹਰ ਤਰ੍ਹਾਂ ਦੇ ਵੀਜ਼ਾ ਸਰਵਿਸਿਜ਼ ਲਈ ਤੁਹਾਡੀ ਸੇਵਾ ਵਿੱਚ ਹਾਜ਼ਰ ਹਨ, ਜਿਵੇਂ ਕਿ ਐਡਮਿਸ਼ਨ ਐਂਡ ਸਟੂਡੈਂਟ ਵੀਜ਼ਾ, ਟੂਰਿਸਟ ਵੀਜ਼ਾ, ਸਕਿੱਲ ਮਾਈਗ੍ਰੇਸ਼ਨ, employer sponsored visa, business visa, partner ਅਤੇ parent visa, AAT review ਅਤੇ federal review ਵਿੱਚ ਤੁਹਾਡੀ ਹਰ ਤਰ੍ਹਾਂ ਦੇ ਨਾਲ ਮਦਦ ਕਰ ਸਕਦੇ ਹਨ। ਓਜ਼ਿਸ ਗਰੁੱਪ ਵੀਜ਼ਾ ਸਰਵਿਸਿਜ਼ ਦੇ ਨਾਲ-ਨਾਲ PTE ਅਤੇ ਨਾਟੀ CCL ਦੀ ਕੋਚਿੰਗ ਮੁਹੱਈਆ ਕਰਾਉਂਦੇ ਹਨ ਅਤੇ 100 ਤੋਂ ਵੀ ਵੱਧ ਸਟੂਡੈਂਟਸ ਨੂੰ ਲੋੜੀਂਦੇ ਸਕੋਰਸ ਵਿੱਚ ਮਦਦ ਕਰ ਚੁੱਕੇ ਹਨ। ਇਸ ਤੋਂ ਇਲਾਵਾ ਓਜ਼ਿਸ ਗਰੁੱਪ ਕਈ ਨਾਮਵਰ ਬਾਲੀਵੁੱਡ ਹਸਤੀਆਂ ਤੇ ਪੰਜਾਬੀ ਸੈਲੀਬ੍ਰਿਟੀਜ਼ ਤੇ ਵੀਜ਼ਾ ਲਗਵਾਉਣ ਦਾ ਵੀ ਮਾਣ ਹਾਸਿਲ ਕਰ ਚੁੱਕੇ ਹਨ। ਸੋ ਅੱਜ ਹੀ ਆਪਣੀ ਵੀਜ਼ਾ ਜਾਂ ਐਡਮਿਸ਼ਨ ਸੰਬੰਧੀ ਕਿਸੇ ਵੀ ਸੂਚਨਾ ਲਈ ਓਜ਼ਿਸ ਗਰੁੱਪ ਨੂੰ ਕੰਟੈਕਟ ਕਰੋ 0399007272 ਤੇ ਤੁਸੀਂ ਈਮੇਲ ਕਰ ਸਕਦੇ ਹੋ clayton@ozis.com ਤੇ। ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪ੍ਰਭਜੋਤ ਰਾਣਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਸਾਡੇ ਨਾਲ ਓਜ਼ਿਸ ਗਰੁੱਪ ਤੋਂ ਸਿੰਪਲਪ੍ਰੀਤ ਕੌਰ ਜੀ ਮੌਜੂਦ ਨੇ। ਸਤਿ ਸ਼੍ਰੀ ਅਕਾਲ ਸਿੰਪਲਪ੍ਰੀਤ ਜੀ। ਸਤਿ ਸ਼੍ਰੀ ਅਕਾਲ ਪ੍ਰਭ। ਆਈ ਨੋ ਕਿ ਤੁਸੀਂ ਮੇ ਬੀ ਮਿਸ ਕਰ ਰਹੇ ਹੋਵੋਗੇ ਰੋਬਿਨ ਨੂੰ, ਬਟ ਇਸ ਵੀਕ ਰੋਬਿਨ ਨਹੀਂ ਆਏ। ਇਸ ਵੀਕ ਸਾਡੇ ਕੋਲ ਵੈਰੀ ਬਿਊਟੀਫੁਲ ਸਿੰਪਲਪ੍ਰੀਤ ਕੌਰ ਜੀ ਮੌਜੂਦ ਨੇ ਤੇ ਅੱਜ ਆਪਾਂ ਡਿਸਕਸ ਕਰਾਂਗੇ ਸਕਿਲਡ ਇੰਪਲੋਇਮੈਂਟ ਅਸੈਸਮੈਂਟ ਬਾਰੇ, ਜੌਬ ਰੈਡੀ ਪ੍ਰੋਗਰਾਮ ਬਾਰੇ ਤੇ 485 ਵੀਜ਼ਾ ਬਾਰੇ। ਤੇ ਇਹ ਟੌਪਿਕਸ ਬਾਰੇ ਗੱਲ ਕਰਨ ਤੋਂ ਪਹਿਲਾਂ ਅੱਜ ਮੈਂ ਕੁਇਕਲੀ ਸਿੰਪਲਪ੍ਰੀਤ ਜੀ ਨੂੰ ਪੁੱਛ ਲਾਂ ਕਿ ਅੱਜ ਕਿਹੜੀ ਸਾਡੀਆਂ ਅਪਡੇਟਸ ਆਈਆਂ ਨੇ ਇਮੀਗ੍ਰੇਸ਼ਨ ਦੇ ਰਿਲੇਟਡ ਜਿਹੜੀਆਂ, ਤੁਸੀਂ ਸਾਨੂੰ ਅਗਰ ਉਹਨਾਂ ਬਾਰੇ ਥੋੜਾ ਦੱਸ ਦੋਗੇ ਤਾਂ ਇਟ ਵੁੱਡ ਬੀ ਰੀਲੀ ਗੁੱਡ। ਹਾਂਜੀ, ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ ਸਟਾਰਟ ਕਰਨ ਤੋਂ ਪਹਿਲਾਂ। ਤੇ ਆਪਾਂ ਸਟਾਰਟ ਕਰਦੇ ਹਾਂ ਨਿਊ ਚੇਂਜਸ ਨਹੀਂ ਆ, ਬੇਸਿਕਲੀ ਅਪਡੇਟਸ ਨੇ ਕਿ ਅੱਜ ਇਮੀਗ੍ਰੇਸ਼ਨ ਨੇ ਕਿਹੜੇ ਅਪਡੇਟ ਦਿੱਤੇ ਨੇ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੋਵਿਡ-19 ਕਰਕੇ ਕਿਹੜੀ ਚੀਜ਼ ਹੈ ਜਿਹੜੀ ਅਫੈਕਟ ਨਹੀਂ ਹੋਈ, ਖਾਸ ਕਰਕੇ ਮਾਈਗ੍ਰੇਸ਼ਨ ਜਿਹੜਾ ਪ੍ਰੋਗਰਾਮ ਹੈ ਉਹ ਤਾਂ ਬਹੁਤ ਜ਼ਿਆਦਾ ਹੀ ਅਫੈਕਟ ਹੋਇਆ ਆ ਇਮੀਗ੍ਰੇਸ਼ਨ ਦਾ, ਹੈ ਨਾ। ਹੁਣ ਇਮੀਗ੍ਰੇਸ਼ਨ ਨੇ ਦੱਸਿਆ ਕਿ ਹਾਂ ਕਿ ਕਿਵੇਂ ਜਿਵੇਂ ਉਹਨਾਂ ਦੇ ਲੋਕ ਮੈਡੀਕਲ ਨਹੀਂ ਕਰਵਾ ਪਾ ਰਹੇ ਹੈਗੇ, ਹੈਲਥ ਐਗਜ਼ਾਮੀਨੇਸ਼ਨ ਜਿਹੜੇ ਕਿਸੇ ਵੀਜ਼ਾ ਲਈ ਰਿਕੁਆਇਰਡ 485 ਵੀਜ਼ਾ ਹੋ ਗਿਆ, ਚਾਹੇ ਉਹ ਸਟੂਡੈਂਟ ਵੀਜ਼ਾ ਹੋ ਗਿਆ, ਚਾਹੇ ਕੋਈ ਵੀ ਵੀਜ਼ਾ ਉਹਦੇ ਲਈ ਮੈਡੀਕਲ ਐਗਜ਼ਾਮੀਨੇਸ਼ਨ ਰਿਕੁਆਇਰਡ ਆ, ਪਰ ਕਰਵਾ ਨਹੀਂ ਪਾ ਰਹੇ ਹੈਗੇ ਸਟੂਡੈਂਟਸ ਜਾਂ ਜੋ ਵੀ ਐਪਲੀਕੈਂਟਸ ਤੁਸੀਂ ਲਗਾ ਲਓ, ਚਾਹੇ ਉਹ ਔਨਸ਼ੋਰ ਨੇ ਚਾਹੇ ਉਹ ਆਫਸ਼ੋਰ ਨੇ। ਤੇ ਉਹਦੇ ਕਰਕੇ ਵੀ ਮਤਲਬ ਵੀਜ਼ਾ ਪ੍ਰੋਸੈਸਿਸ ਦੇ ਵਿੱਚ ਬਹੁਤ ਸਾਰੇ ਡਿਲੇਜ਼ ਆ ਗਏ ਨੇ, ਕਿਉਂਕਿ ਜਦੋਂ ਮੈਡੀਕਲ ਨਹੀਂ ਹੋਊਗਾ ਵੀਜ਼ਾ ਨਹੀਂ ਗ੍ਰਾਂਟ ਕਰਨਗੇ ਉਨੀ ਦੇਰ ਤੱਕ। ਚਾਹੇ ਮਤਲਬ ਜਿਹੜੇ ਆਫਸ਼ੋਰ ਵਾਲੇ ਨੇ ਉਹ ਉੱਥੇ ਸਟਕ ਹੋ ਕੇ ਰਹਿ ਗਏ ਨੇ, ਜਿਵੇਂ ਕਈਆਂ ਨੇ PR ਅਪਲਾਈ ਕੀਤੀ ਹੋਈ ਆਫਸ਼ੋਰ ਤੋਂ, ਜਾਂ PR ਐਪਲੀਕੈਂਟ ਸੈਕੰਡਰੀ ਐਪਲੀਕੈਂਟ ਸੀਗੇ ਜਿਹੜੇ ਆਫਸ਼ੋਰ ਸੀਗੇ ਇੰਡੀਆ ਦੇ ਵਿੱਚ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ, ਉਹ ਮੈਡੀਕਲ ਨਹੀਂ ਕਰਵਾ ਪਾ ਰਹੇ ਜਾਂ ਡਿਲੇ ਹੋ ਰਹੇ ਨੇ। ਤਾਂ ਇਸ ਕਰਕੇ ਇੱਕ ਤਾਂ ਉਹਨਾਂ ਦੀ ਵੀਜ਼ਾ ਜਿਹੜੀ ਆ ਪ੍ਰੋਸੈਸਿੰਗ ਡਿਲੇ ਹੋ ਗਈ ਆ। ਦੂਸਰੀ ਚੀਜ਼ ਕੀ ਆ ਕਿ ਟਰੈਵਲ ਬੈਨ ਹੁਣ ਕੋਵਿਡ-19 ਕਰਕੇ ਈਵਨ ਕਿ ਇੰਟਰਨੈਸ਼ਨਲ ਨਹੀਂ ਕਿ ਇੰਟਰਸਟੇਟ ਬਾਰਡਰਸ ਵੀ ਕਲੋਜ਼ ਕੀਤੇ ਗਏ ਨੇ, ਤੁਸੀਂ ਇੰਟਰਸਟੇਟ ਵੀ ਨਹੀਂ ਟਰੈਵਲ ਕਰ ਪਾ ਰਹੇ ਹੋ। ਪਰ ਜਿੱਦਾਂ ਹੁਣ ਇੰਟਰਨੈਸ਼ਨਲ ਜਿਹੜੇ ਲੋਕ ਸਟਕ ਹੋ ਗਏ ਨੇ, ਇੱਕ ਤਾਂ ਉਹ ਨਹੀਂ ਆ ਪਾ ਰਹੇ ਹੈਗੇ ਜਿੰਨੀ ਦੇਰ ਤੱਕ ਤੁਸੀਂ PR ਜਾਂ ਆਸਟ੍ਰੇਲੀਅਨ ਸਿਟੀਜ਼ਨ ਨਹੀਂ ਹੋ, ਤੁਸੀਂ ਆਸਟ੍ਰੇਲੀਆ ਦੇ ਵਿੱਚ ਟਰੈਵਲ ਨਹੀਂ ਕਰ ਸਕਦੇ ਹੋ। ਐਂਡ ਦੂਸਰੀ ਚੀਜ਼ ਕੀ ਕਿ ਗਵਰਨਮੈਂਟ ਵੈਸੇ ਬਹੁਤ ਹੈਲਪ ਕਰਨ ਦੀ ਇਸ ਚੀਜ਼ ਦੇ ਵਿੱਚ ਟਰਾਈ ਕਰ ਰਹੇ ਨੇ। ਉਹ ਕਹਿੰਦੇ ਨੇ ਕਿ ਹਾਂ ਅਸੀਂ ਜਿੱਦਾਂ ਬਿਜ਼ਨੈਸਿਸ ਨੂੰ ਉਹਨਾਂ ਨੇ ਗ੍ਰਾਂਟਸ ਦਿੱਤੀਆਂ ਵੀ ਨੇ, ਬਿਜ਼ਨੈਸਿਸ ਨੂੰ ਗ੍ਰਾਂਟਸ ਦਿੱਤੀਆਂ ਨੇ, ਤੇ ਅੱਗੇ ਫਿਊਚਰ ਦੇ ਵਿੱਚ ਵੀ ਉਹ ਕਹਿ ਰਹੇ ਨੇ ਕਿ ਹਾਂ ਕਿ ਅਸੀਂ ਮਤਲਬ ਹੈਲਪ ਕਰਨ ਦੀ ਕੋਸ਼ਿਸ਼ ਕਰਾਂਗੇ, ਚਾਹੇ ਉਹ ਸਟੂਡੈਂਟਸ ਨੇ ਚਾਹੇ ਉਹ ਬਿਜ਼ਨੈਸਿਸ ਨੇ। ਹੁਣ ਜਿੱਦਾਂ ਸਟੂਡੈਂਟਸ ਦੀ ਗੱਲ ਕਰ ਲਓ ਤਾਂ ਜਿਹੜੇ ਕ੍ਰਿਟੀਕਲ ਸੈਕਟਰਸ ਦੇ ਵਿੱਚ ਕੰਮ ਕਰਦੇ ਨੇ ਜਾਂ ਐਸੈਂਸ਼ੀਅਲ ਵਰਕਰਸ ਨੇ, ਫੋਰ ਐਗਜ਼ਾਮਪਲ ਨਰਸਿਸ ਹੋ ਗਈਆਂ ਜਾਂ ਏਜਡ ਕੇਅਰ ਵਾਲੇ ਹੋ ਗਏ ਜਾਂ ਫੂਡ ਸੈਕਟਰ ਦੇ ਵਿੱਚ ਕੰਮ ਕਰਦੇ ਨੇ, ਉਹਨਾਂ ਦੇ ਵਰਕਿੰਗ ਆਵਰਸ ਦੀ ਉਹਨਾਂ ਨੂੰ ਜਿਹੜੀ ਉਹ ਥੋੜੀ ਈਜ਼ ਕਰ ਦਿੱਤਾ ਕਿ ਹਾਂ ਕਿ ਤੁਸੀਂ 40 ਆਵਰਸ ਤੋਂ ਜ਼ਿਆਦਾ ਜਿਹੜਾ ਆ ਉਹ ਕੰਮ ਕਰ ਸਕਦੇ ਹੋ, ਮਤਲਬ ਜਿਹੜੇ ਵੀ ਸਟੂਡੈਂਟਸ ਨੇ। ਫਿਰ ਉਹਨਾਂ ਨੇ ਇਮੀਗ੍ਰੇਸ਼ਨ ਨੇ ਕੀ ਕੀਤਾ ਕਿ ਜਿਹੜੇ ਟੈਂਪਰਰੀ ਵੀਜ਼ਾਸ ਨੇ ਲਾਈਕ 408 ਵੀਜ਼ਾ ਉਹ ਇੰਟਰੋਡਿਊਸ ਕੀਤਾ ਆ ਕਿ ਹਾਂ ਜਿਹੜੇ ਕੋਵਿਡ ਕਰਕੇ ਲੋਕ ਇੱਥੇ ਸਟਕ ਹੋ ਗਏ ਨੇ, ਜੇ ਉਹਨਾਂ ਕੋਲ ਕੋਈ ਹੋਰ ਵੀਜ਼ਾ ਆਪਸ਼ਨ ਨਹੀਂ ਹੈ ਤੇ ਉਹ 408 ਵੀਜ਼ਾ ਅਪਲਾਈ ਕਰਕੇ ਇੱਥੇ ਰਹਿ ਸਕਦੇ ਨੇ, ਮਤਲਬ ਫॉर ਟਾਈਮ ਬਿੰਗ। ਐਂਡ ਉਹ ਵੀਜ਼ਾ ਦੀ ਕਾਸਟ ਵੀ ਕੋਈ ਨਹੀਂ ਰੱਖੀ ਗਈ, ਇਮੀਗ੍ਰੇਸ਼ਨ ਦੀ ਕਾਸਟ ਨਹੀਂ ਹੈ ਉਸ ਵੀਜ਼ਾ ਦੀ ਕੋਈ ਵੀ, ਤਾਂ ਤੁਸੀਂ ਉਹ ਅਪਲਾਈ ਕਰ ਸਕਦੇ ਹੋ। ਚਲੋ ਉਹ ਤਾਂ ਮੈਂ ਐਂਡ ਤੇ ਦੱਸੂਗੀ ਕਿ 408 ਵੀਜ਼ਾ ਕਿੱਦਾਂ ਅਪਲਾਈ ਕੀਤਾ ਜਾ ਸਕਦਾ, ਬਟ ਇੱਕ ਕੁਇਕਲੀ ਦੱਸਦੀ ਹਾਂ ਕਿ ਹੋਰ ਕੀ ਅਪਡੇਟਸ ਆਏ ਨੇ।
ਹੁਣ ਜਿੱਦਾਂ ਇਮੀਗ੍ਰੇਸ਼ਨ ਨੇ ਅੱਜ ਇਹ ਵੀ ਦੱਸਿਆ ਆ ਜਿਹੜਾ ਨੈਟ ਓਵਰਸੀਜ਼ ਮਾਈਗ੍ਰੇਸ਼ਨ ਪ੍ਰੋਗਰਾਮ ਸੀ, ਜਿਹੜਾ ਮਤਲਬ ਓਵਰਸੀਜ਼ ਤੋਂ ਲੋਕ ਆਉਂਦੇ ਨੇ ਇੱਥੇ ਮਾਈਗ੍ਰੇਟ ਹੋ ਕੇ, ਉਹਨਾਂ ਦੇ ਵਿੱਚ ਕਹਿੰਦੇ 30% ਦਾ ਜਿਹੜਾ ਉਹ ਫਾਲ ਆਇਆ ਆ ਐਜ਼ ਕੰਪੇਅਰ ਟੂ ਲਾਸਟ ਈਅਰ, ਤੇ ਹੋ ਸਕਦਾ ਅੱਗੇ ਹੋਰ ਜ਼ਿਆਦਾ ਮਤਲਬ ਇਹ ਰਿਡਿਊਸ ਹੋ ਜਾਣ ਨੰਬਰ ਜਿਹੜੇ ਓਵਰਸੀਜ਼ ਤੋਂ ਲੋਕ ਆਣੇ ਨੇ ਇੱਥੇ, ਕਿਉਂਕਿ ਉਹ ਹਲੇ ਇੱਥੇ ਦੇ ਲੋਕਾਂ ਦੀ ਹੀ ਜਿਹੜੀ ਹੈਲਥ ਤੇ ਇਕੋਨਮੀ ਤੇ ਧਿਆਨ ਦੇ ਰਹੇ ਨੇ ਕਿ ਹਾਂ ਕਿ ਜਿਹੜੇ ਇੱਥੇ ਆਸਟ੍ਰੇਲੀਅਨਸ ਨੇ ਪਹਿਲਾਂ ਉਹ ਉਹਨਾਂ ਦੀ ਰਿਸਪੌਂਸਿਬਿਲਿਟੀ ਕਿ ਉਹਨਾਂ ਦੀਆਂ ਜੌਬ ਓਪਰਚੁਨਿਟੀਜ਼ ਨਾ ਡਿਸਪਲੇਸ ਹੋ ਜਾਣ ਜੇ ਉੱਥੋਂ ਜ਼ਿਆਦਾ ਲੋਕ ਆਣਗੇ ਤਾਂ ਮਤਲਬ ਇੱਥੇ ਹੈਲਥ ਵੀ ਇੰਪੋਰਟੈਂਟ ਹੈ, ਪ੍ਰਾਇੋਰਟੀ ਤਾਂ ਕਰਨੀ ਹੈ ਸਾਰੇ। ਹੁਣ of course health is the most important thing at the moment, ਤਾਂ ਉਹ ਸਿਰਫ ਉਸੇ ਚੀਜ਼ ਤੇ ਹੀ ਧਿਆਨ ਦੇ ਰਹੇ ਨੇ ਕਿ ਹਾਂ ਕਿ ਇਸ ਲਈ ਉਹਨਾਂ ਨੇ ਕੋਈ ਨਿਊ ਅਪਡੇਟਸ ਨਹੀਂ ਦਿੱਤੇ, ਇਸ ਲਈ ਬਜਟ ਡਿਲੇ ਹੋ ਗਿਆ ਕਿ ਹਾਂ ਕੋਈ ਆਕੂਪੇਸ਼ਨ ਸੀਲਿੰਗਸ ਨਹੀਂ ਆਈਆਂ ਹਲੇ ਤੱਕ, ਤੇ ਉਹ ਸਿਰਫ ਇਸੇ ਚੀਜ਼ ਤੇ ਫੋਕਸ ਕਰ ਰਹੇ ਨੇ ਕਿ ਹਾਂ ਕਿ ਜਿਹੜੇ ਲੋਕਾਂ ਦੀਆਂ ਜੌਬਸ ਚਲ ਗਈਆਂ ਨੇ ਜਾਂ ਅਨਇੰਪਲੋਇਮੈਂਟ ਨੂੰ ਉਹਨੂੰ ਕਿੱਦਾਂ ਦੂਰ ਕੀਤਾ ਜਾਵੇ, ਜਾਂ ਹੈਲਥ ਸੈਕਟਰ ਦੇ ਵਿੱਚ ਜਾਂ ਮਤਲਬ ਕੋਵਿਡ ਤੋਂ ਲੋਕਾਂ ਨੂੰ ਕਿੱਦਾਂ ਪ੍ਰੋਟੈਕਟ ਕੀਤਾ ਜਾਵੇ। ਫਿਰ ਉਹਨਾਂ ਨੇ ਇਹ ਕਿਹਾ ਕਿ ਜਿਹੜੀਆਂ ਸੀਲਿੰਗਸ ਨੇ ਉਹਨਾਂ ਨੇ ਇੱਕ ਆਈਡੀਆ ਦਿੱਤਾ ਕਿ until further ਜਿਹੜੀ ਉਹਨਾਂ ਦੀ ਐਡਵਾਈਸ ਆ ਉਹਦੇ ਤੱਕ ਜਿਹੜੀ ਸੀਲਿੰਗਸ ਨੇ ਉਹ ਪਿਛਲੇ ਸਾਲ ਵਾਲੀਆਂ ਰਹਿਣਗੇ, which is 160,000 ਜਿਹੜੀਆਂ ਸੀਲਿੰਗਸ ਨੇ। ਉਹ ਮੈਂ ਤੁਹਾਨੂੰ ਦੱਸ ਦਿੰਦੀ ਉਹਨਾਂ ਨੇ ਕਿਹੜੇ ਮਤਲਬ ਡਿਫਰੈਂਟ ਉਹਨਾਂ ਨੇ ਕੈਟੇਗਰਾਈਜ਼ ਕੀਤੀਆਂ ਨੇ ਕਿ 160,000 ਪਲੇਸਿਸ ਦੇ ਵਿੱਚੋਂ ਉਹਨਾਂ ਨੇ ਕਿਹਾ ਆ ਕਿ 108,000 ਦੇ ਕਰੀਬ ਜਿਹੜੀਆਂ ਸਕਿੱਲ ਸਟਰੀਮ ਨੂੰ ਪਲੇਸਿਸ ਦੇਣਗੇ ਜਾਂ ਸੀਟਸ ਦੇਣਗੇ, ਤੇ 47,000 ਦੇ ਅਰਾਊਂਡ ਜਿਹੜੇ ਉਹ ਫੈਮਿਲੀ ਸਟਰੀਮ ਨੂੰ ਦੇਣਗੇ, ਫਿਰ 237 ਦੇ ਅਰਾਊਂਡ ਜਿਹੜੇ ਸਕਿਲਡ ਮਾਈਗ੍ਰੇਸ਼ਨ ਵੀਜ਼ਾਸ ਨਹੀਂ, ਸਪੈਸ਼ਲ ਐਲੀਜੀਬਿਲਿਟੀ ਸਟਰੀਮਸ ਜਿਹੜੇ ਨੇ ਉਹ ਡਿਫਰੈਂਟ ਵੀਜ਼ਾਸ ਨੇ ਉਹਨਾਂ ਨੂੰ ਦਿੱਤੀਆਂ ਨੇ, ਫਿਰ 3300 ਦੇ ਅਰਾਊਂਡ ਜਿਹੜੇ ਚਾਈਲਡ ਵੀਜ਼ਾਸ ਨੇ ਉਹਨਾਂ ਨੂੰ ਦਿੱਤੀਆਂ ਨੇ ਉਹਨਾਂ ਨੇ ਸੀਲਿੰਗਸ। ਤੇ ਜੇ ਇਸ ਤੋਂ ਬਾਅਦ ਅੱਜ ਇੱਕ ਨਵਾਂ ਅਪਡੇਟ ਸੀ ਇਨਵੀਟੇਸ਼ਨ ਰਾਉਂਡਸ ਦਾ। ਹੁਣ ਅੱਜ 10 ਤਰੀਕ ਆ ਤੇ ਆਈ ਐਮ ਪ੍ਰੀਟੀ ਸ਼ੋਰ ਕਿ ਜਿਨ੍ਹਾਂ ਨੇ ਆਪਣੇ ਇਨਵੀਟੇਸ਼ਨਸ ਜਿਹੜੇ ਨੇ ਲੌਂਚ ਕੀਤੇ ਹੋਏ ਨੇ ਉਹ ਬਹੁਤ ਡੈਸਪਰੇਟਲੀ ਵੇਟ ਕਰ ਰਹੇ ਹੋਣਗੇ ਅੱਜ ਰਾਤ ਨੂੰ ਜਿੱਦਾਂ 12 ਵਜੇ ਰਾਉਂਡ ਹੋਣਾ ਆ ਜੀ। ਪਰ ਇਮੀਗ੍ਰੇਸ਼ਨ ਨੇ ਇਹ ਅਪਡੇਟ ਦਿੱਤਾ ਆ ਕਿ ਹਾਂ ਜੇ ਇਹ ਰਾਉਂਡ ਹੁੰਦਾ ਆ ਤੇ ਸਿਰਫ ਉਹੀ ਸੈਕਟਰਸ ਦੇ ਆਕੂਪੇਸ਼ਨ ਦੇ ਲਈ ਹੋਊਗਾ ਜੋ ਕਿ ਕ੍ਰਿਟੀਕਲ ਸੈਕਟਰਸ ਨੇ। ਫॉर ਐਗਜ਼ਾਮਪਲ ਲਾਸਟ ਪਿਛਲੇ 2 ਮੰਥਸ ਤੋਂ ਜਿਹੜਾ ਰਾਉਂਡ ਜਿਹੜਾ ਹੋਏ ਨੇ ਇਨਵੀਟੇਸ਼ਨ ਰਾਉਂਡ, ਉਹਨਾਂ ਦੇ ਵਿੱਚ ਸਿਰਫ ਨਰਸਿੰਗ ਜਾਂ ਐਸੈਂਸ਼ੀਅਲ ਸਰਵਿਸਿਜ਼ ਵਾਲੇ ਜਿਹੜੇ ਆਕੂਪੇਸ਼ਨ ਨੇ ਉਹਨਾਂ ਨੂੰ ਹੀ ਸਿਰਫ ਇਨਵੀਟੇਸ਼ਨਸ ਜਿਹੜੇ ਨੇ ਦਿੱਤੇ ਗਏ ਨੇ। ਵਨ ਆਫ ਮਾਈ ਕਲਾਇੰਟਸ ਹੀ ਵਾਸ ਫੂਡ ਟੈਕਨੋਲੋਜਿਸਟ, ਉਹਦਾ ਵੀ ਇਨਵੀਟੇਸ਼ਨ ਆਇਆ। ਮਤਲਬ ਈਵਨ ਨਰਸਿਸ ਨੂੰ ਤਾਂ ਉਹਨਾਂ ਨੇ 85 ਪੁਆਇੰਟਸ ਤੇ ਵੀ ਇਨਵਾਈਟ ਕੀਤਾ ਆ। ਤਾਂ ਉਮੀਦ ਇਹੀ ਹੈ ਕਿ ਅੱਜ ਜਿਹੜਾ ਰਾਉਂਡ ਹੋਊਗਾ ਉਹਦੇ ਵਿੱਚ ਉਹਨਾਂ ਨੇ ਸਿਰਫ ਜਿਹੜੇ ਸਪੈਸ਼ਲ ਐਸੈਂਸ਼ੀਅਲ ਵਰਕਰਸ ਨੇ ਜਾਂ ਐਸੈਂਸ਼ੀਅਲ ਵਰਕਰਸ ਜਿਹੜੇ ਸੈਕਟਰਸ ਦੇ ਵਿੱਚ ਕੰਮ ਕਰਦੇ ਨੇ, ਨਰਸਿਸ ਹੀ ਨੇ ਜਿਨ੍ਹਾਂ ਨੂੰ ਮਤਲਬ ਹੋ ਸਕਦਾ ਹਾਂਜੀ ਤੇ ਉਹਨਾਂ ਨੂੰ ਇਨਵੀਟੇਸ਼ਨਸ ਹੀ ਦਿੱਤੇ ਜਾਣਗੇ। ਬਾਕੀ ਲੈਟਸ ਹੋਪ ਫॉर द बेस्ट ਕਿ ਕਿਵੇਂ ਹੁੰਦਾ ਆ। ਐਂਡ ਇੱਕ ਹੋਰ ਚੀਜ਼ ਮੈਂ ਦੱਸਣਾ ਚਾਹੂੰਗੀ ਇੱਥੇ ਕਿ ਬਹੁਤ ਸਾਰੇ ਲੋਕ ਸਟੇਟ ਨੋਮੀਨੇਸ਼ਨਸ ਦਾ ਵੀ ਵੇਟ ਕਰ ਰਹੇ ਨੇ, ਪਰ ਇਮੀਗ੍ਰੇਸ਼ਨ ਨੇ ਇਹੀ ਕਿਹਾ ਹੈ ਕਿ ਹਾਂ ਕਿ ਜਦੋਂ ਤੱਕ ਬਜਟ ਜਿਹੜਾ ਆ ਉਹ ਅਨਾਉਂਸ ਨਹੀਂ ਹੋ ਜਾਂਦਾ ਜਾਂ ਪ੍ਰੋਪਰ ਸੀਲਿੰਗਸ ਦੀ ਡਿਸਟ੍ਰੀਬਿਊਸ਼ਨ ਨਹੀਂ ਹੋ ਜਾਂਦੀ ਉਦੋਂ ਤੱਕ ਜਿਹੜੇ ਸਟੇਟਸ ਨੇ ਉਹ ਬੰਦ ਰਹਿਣਗੇ। ਤੇ ਇਸ ਚੀਜ਼ ਦੀ ਐਕਸਪੈਕਟੇਸ਼ਨ ਆ ਕਿ ਹਾਂ ਕਿ ਇਹ ਚੀਜ਼ ਅਕਤੂਬਰ ਤੱਕ ਨਿਊ ਅਪਡੇਟਸ ਆਣਗੇ ਤੇ ਫਿਰ ਸਟੇਟਸ ਵੀ ਉਦੋਂ ਹੀ ਆਪਣੇ ਅਪਡੇਟਸ ਦੇਣਗੇ ਰਿਕੁਆਇਰਮੈਂਟਸ ਦੇ ਕਿ ਕਿਹੜੇ ਸਟੇਟ ਦੀ ਕੀ ਰਿਕੁਆਇਰਮੈਂਟ ਹੋਊਗੀ, ਤੇ ਉਹਦੇ ਅਕੋਰਡਿੰਗਲੀ ਹੀ ਸਾਰਿਆਂ ਨੂੰ ਹੁਣ ਵੇਟ ਕਰਨਾ ਪਊਗਾ ਕਿ ਹਾਂ ਸਟੇਟਸ ਕੀ ਰਿਕੁਆਇਰਮੈਂਟਸ ਲੈ ਕੇ ਆਉਂਦੇ ਨੇ ਤੇ ਫਿਰ ਤੁਸੀਂ ਅਕੋਰਡਿੰਗਲੀ ਮੂਵ ਹੋ ਸਕਦੇ ਹੋ ਜਾਂ ਸਟੇਟਸ ਦੇ ਲਈ ਅਪਲਾਈ ਕਰ ਸਕਦੇ ਹੋ। ਪਰ ਹਲੇ ਤੁਸੀਂ ਵੇਟ ਕਰੋ। ਐਂਡ ਸੌਰੀ ਹਾਂ ਇੱਕ ਚੀਜ਼ ਹੋਰ ਮੈਂ ਕਹਿਣਾ ਚਾਹੂੰਗੀ ਜਿਹੜੀ ਕਿ ਇਹ ਆਫਸ਼ੋਰ ਵਾਲੇ ਲੋਕਾਂ ਦੇ ਲਈ ਹੈ ਜਿਹੜੇ ਆਫਸ਼ੋਰ ਜਾ ਕੇ ਸਟਕ ਹੋ ਗਏ ਨੇ। ਉਹਨਾਂ ਨੇ ਅੱਜ ਇੱਕ ਅਪਡੇਟ ਦਿੱਤਾ ਕਿ ਜਿਹੜਾ ਟਰੈਵਲ ਬੈਨ ਆ ਉਹਨੂੰ ਕਿੰਨਾ ਲੋਕਾਂ ਨੂੰ ਐਗਜ਼ੈਂਪਸ਼ਨ ਆ। ਇੱਕ ਤੇ ਅੰਡਰਸਟੂਡ ਆ ਕਿ ਹਾਂ ਕਿ ਜਿਹੜੇ ਆਸਟ੍ਰੇਲੀਅਨ ਸਿਟੀਜ਼ਨ ਆ ਜਾਂ ਆਸਟ੍ਰੇਲੀਅਨ ਪੀਆਰ ਨੇ ਉਹਨਾਂ ਨੂੰ ਹੀ ਪਹਿਲਾਂ ਇੱਥੇ ਲਿਆਇਆ ਜਾਊਗਾ, ਹੈ ਨਾ। ਪਰ ਜਿਹੜੇ ਟੈਂਪਰੇਰੀ ਵੀਜ਼ਾਸ ਦੇ ਉੱਤੇ ਨੇ ਜਿਹੜੇ ਹੋਲਡ ਕਰ ਰਹੇ ਨੇ ਟੈਂਪਰੇਰੀ ਵੀਜ਼ਾਸ ਪਰ ਹੈ ਆਫਸ਼ੋਰ ਨੇ, ਆਸਟ੍ਰੇਲੀਆ ਤੋਂ ਬਾਹਰ ਨੇ, ਉਹ ਕਿੱਦਾਂ ਆ ਸਕਦੇ ਨੇ? ਉਹਨਾਂ ਨੇ ਕਿਹਾ ਕਿ ਇਹ ਸਿਰਫ ਉਹਨਾਂ ਨੂੰ ਤਾਂ ਹੀ ਇੱਥੇ ਆ ਸਕਦੇ ਨੇ ਜੇ ਉਹਨਾਂ ਕੋਲੇ ਕੋਈ ਕੰਪੈਸ਼ਨੇਟ ਔਰ ਕੰਪੈਲਿੰਗ ਰੀਜ਼ਨ ਆ ਇੱਥੇ ਆਉਣ ਦੇ ਲਈ। ਉਸ ਚੀਜ਼ ਦੇ ਲਈ ਉਹ ਐਪਲੀਕੇਸ਼ਨ ਕਰਨਗੇ ਤੇ ਉਹ ਐਪਲੀਕੇਸ਼ਨ ਐਟਲੀਸਟ 48 ਆਵਰਸ ਜਦੋਂ ਤੁਸੀਂ ਟਰੈਵਲ ਕਰਨਾ ਉਹਦੇ ਤੋਂ ਪਹਿਲਾਂ ਹੋਈ ਹੋਣੀ ਚਾਹੀਦੀ ਆ। ਫਿਰ ਉਹ ਤੁਹਾਨੂੰ ਮੈਰਿਟ ਦੇ ਬੇਸਿਸ ਤੇ ਜਿਹੜਾ ਆ ਉਹ ਮਤਲਬ ਐਕਸੈਪਟ ਕਰਨਗੇ ਐਪਲੀਕੇਸ਼ਨ ਕਿ ਹਾਂ ਤੁਹਾਡਾ ਰੀਜ਼ਨ ਕਿੰਨਾ ਕਿ ਜੈਨੂਇਨ ਹੈ ਜਾਂ ਤੁਹਾਨੂੰ ਕਿੰਨੀ ਕੁ ਅਰਜੈਂਸੀ ਹੈ ਟਰੈਵਲ ਕਰਨ ਦੀ, ਉਹਦੇ ਬੇਸਿਸ ਤੇ ਹੀ ਉਹ ਤੁਹਾਨੂੰ ਜਿਹੜੀ ਐਕਸੈਪਟ ਕਰਨਗੇ ਤੁਹਾਡੀ ਰਿਕੁਐਸਟ ਕਿ ਹਾਂ ਤੁਸੀਂ ਟਰੈਵਲ ਕਰ ਸਕਦੇ ਹੋ। ਬਟ ਇੱਕ ਚੀਜ਼ ਇਹ ਆ ਕਿ ਜਿੱਦਾਂ ਹੁਣ ਕਈ ਸਟੂਡੈਂਟ ਵੀਜ਼ਾ ਵਾਲੇ ਸੀਗੇ ਉਹ ਗਏ ਇੰਡੀਆ ਚਲੇ ਗਏ ਜਾਂ ਕਿਸੇ ਹੋਰ ਕੰਟਰੀ ਚਲੇ ਗਏ, ਉੱਥੇ ਜਾ ਕੇ ਸਟਕ ਹੋ ਗਏ, ਉਹਨਾਂ ਦਾ ਸਟੂਡੈਂਟ ਵੀਜ਼ਾ ਐਕਸਪਾਇਰ ਹੋ ਗਿਆ ਜਾਂ TR ਤੇ ਸੀ ਚਲੇ ਗਏ, ਉੱਥੇ ਜਾ ਕੇ ਵੀਜ਼ਾ ਐਕਸਪਾਇਰ ਹੋ ਗਿਆ, ਉਹਨਾਂ ਨੂੰ ਕੋਈ ਐਗਜ਼ੈਂਪਸ਼ਨ ਨਹੀਂ ਦਿੱਤੀ ਗਈ ਹੈਗੀ ਫਿਲਹਾਲ। तो ਜਿਹੜੇ ਉੱਥੇ ਵੀਜ਼ਾ ਹੋਲਡ ਕਰ ਰਹੇ ਨੇ ਕੋਈ ਬਾਹਰ ਮਤਲਬ ਆਊਟਸਾਈਡ ਆਸਟ੍ਰੇਲੀਆ, ਸਿਰਫ ਉਹੀ
ਉਸ ਟਰੈਵਲ ਬੈਨ ਐਗਜ਼ੈਂਪਸ਼ਨ ਲਈ ਐਲੀਜੀਬਲ ਨੇ ਤੇ ਬਾਕੀ ਐਲੀਜੀਬਲ ਹੋਣਾ ਅਲੱਗ ਗੱਲ ਆ ਬਟ ਤੁਹਾਡਾ ਜੋ ਰੀਜ਼ਨ ਆ ਇੱਥੇ ਟਰੈਵਲ ਕਰਨ ਦਾ ਉਹ ਇਮੀਗ੍ਰੇਸ਼ਨ ਤੇ ਡਿਪੈਂਡ ਕਰਦਾ ਕਿ ਉਹ ਤੁਹਾਡਾ ਰੀਜ਼ਨ ਐਕਸੈਪਟ ਕਰਦੇ ਆ ਜਾਂ ਨਹੀਂ ਕਰਦੇ ਟਰੈਵਲ ਕਰਨ ਦੇ ਲਈ ਬਿਲਕੁਲ ਕਿਉਂਕਿ ਇਸ ਟਾਈਮ ਤੇ ਤਾਂ ਜਿੰਨਾ ਟਰੈਵਲ ਨਾ ਹੀ ਕਰੋ ਨਾ ਹਾਂਜੀ ਬੈਟਰ ਹੈ ਉਸ ਹਾਂਜੀ ਤੁਸੀਂ ਦੇਖੋ ਨਾ ਕਿ ਮਤਲਬ ਤੁਸੀਂ ਟਰੈਵਲ ਕਰੋ ਪਹਿਲਾਂ ਇੱਥੇ ਆ ਕੇ ਤੁਹਾਨੂੰ ਕੁਆਰੰਟਾਈਨ ਕਰਨਾ ਪਊਗਾ ਹੈ ਨਾ ਮਤਲਬ ਉਹਦੇ ਬਾਅਦ ਵੀ ਪੱਕਾ ਨਹੀਂ ਪਤਾ ਕਿ ਹਾਂਜੀ ਮਤਲਬ ਉਹੀ ਚੀਜ਼ ਆ ਤੇ ਬੈਟਰ ਹੈ ਕਿ ਟਰੈਵਲ ਤੇ ਹਲੇ ਨਾ ਹੀ ਕਰੋ ਪਰ ਜਿਹੜੇ ਉੱਥੇ ਵਿਦਆਊਟ ਐਨੀ ਵੀਜ਼ਾਸ ਰੁਕ ਗਏ ਨੇ ਹਲੇ ਜਾਂ ਸਟਕ ਹੋ ਗਏ ਨੇ ਉਹ ਵੀ ਤੁਸੀਂ ਹੋਪ ਨਾ ਲੂਜ਼ ਕਰੋ ਕੁਛ ਨਾ ਕੁਛ ਕੋਈ ਪ੍ਰੋਗਰਾਮ ਆਊਗਾ ਹੀ ਤੁਹਾਡੇ ਲਈ ਵੀ ਬਟ ਹਲੇ ਉਹਨਾਂ ਦੀ ਜਿਹੜੀ ਪ੍ਰਾਇੋਰਟੀ ਆ ਉਹ ਆਸਟ੍ਰੇਲੀਅਨ ਸਿਟੀਜ਼ਨਸ ਤੇ ਪਰਮਨੈਂਟ ਰੈਜ਼ੀਡੈਂਟਸ ਨੇ ਤੇ ਉਹਨਾਂ ਤੇ ਹੀ ਉਹ ਜ਼ਿਆਦਾ ਜਿਹੜੇ ਨੇ ਧਿਆਨ ਦੇ ਰਹੇ ਨੇ ਜੀ ਹਾਂਜੀ ਚਲੋ ਬਹੁਤ ਵਧੀਆ ਇਨਫੋਰਮੇਸ਼ਨ ਸੀ ਸਾਰੀਆਂ ਅਪਡੇਟਸ ਵਧੀਆ ਡਿਟੇਲ ਵਿੱਚ ਸਾਨੂੰ ਸਿੰਪਲ ਪ੍ਰੀਤ ਕੌਰ ਜੀ ਨੇ ਦੱਸਿਆ ਤੇ ਆਪਾਂ ਅੱਜ ਦੇ 3 ਮੇਨ ਟੌਪਿਕਸ ਦੇ ਵੱਲ ਵਧਦੇ ਹੋਏ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲੇ ਸਕਿਲਡ ਏਮਪਲੋਇਮੈਂਟ ਅਸੈਸਮੈਂਟ ਦੀ ਸਿੰਪਲ ਪ੍ਰੀਤ ਤੁਸੀਂ ਜਿਹੜੀ ਸਕਿਲਡ ਏਮਪਲੋਇਮੈਂਟ ਹੈ ਉਹ ਕਿਹੜੀ ਐਕਚੁਅਲੀ ਕੰਸੀਡਰ ਕੀਤੀ ਜਾਂਦੀ ਹੈ ਕਿ ਇਹ ਸਕਿਲਡ ਏਮਪਲੋਇਮੈਂਟ ਹੈ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਇਹਦੇ ਵਿੱਚ ਹੀ ਕਨਫਿਊਜ਼ ਹੋ ਜਾਂਦੇ ਆ ਕਿ ਸਕਿਲਡ ਏਮਪਲੋਇਮੈਂਟ ਹੈ ਕਿਹੜੀ ਤੇ ਕਿੰਨੇ ਆਵਰਸ ਇਹਦੇ ਲਈ ਕਿਉਂਕਿ ਮੈਂ ਸੁਣਿਆ ਕਿ ਬਹੁਤ ਸਾਰੇ ਆਵਰਸ ਵੀ ਕਰਨੇ ਪੈਂਦੇ ਨੇ ਕਿ ਕਿੰਨੇ ਆਵਰਸ ਉਹਦੇ ਲਈ ਇੰਪੋਰਟੈਂਟ ਨੇ ਅਗਰ ਤੁਸੀਂ ਸਕਿਲਡ ਅਸੈਸਮੈਂਟ ਦੇ ਥਰੂ ਵੀਜ਼ਾ ਪਾਉਂਦੇ ਹੋ ਪਰਮਨੈਂਟ ਰੈਜ਼ੀਡੈਂਸੀ ਪਾਉਂਦੇ ਹੋ ਤੇ ਉਹ ਸਕਿਲਡ ਅਸੈਸਮੈਂਟ ਦੇ ਜਿਹੜੇ ਆਵਰਸ ਹੈ I'm sorry मैं 3 क्वेश्चंस कंबाइन करके बोल रही हूँ क्योंकि वो एक बेसिक क्वेश्चन ਜਿਹੜਾ ਹੈ ਕਿ ਸਕਿਲ ਅਸੈਸਮੈਂਟ ਹੈ ਕਿ ਇਹਦੇ ਆਵਰਸ ਕਿੰਨੇ ਨੇ ਤੇ ਉਹ ਆਵਰਸ ਜਿਹੜੇ ਹੈ ਉਹ ਡਿਊਰਿੰਗ ਸਟੱਡੀ ਕੰਪਲੀਟ ਹੋ ਸਕਦੇ ਨੇ ਜਾਂ ਆਫਟਰ ਸਟੱਡੀ ਕਰਨੇ ਚਾਹੀਦੇ ਜਾਂ ਜਿਹੜੇ ਆਲਰੇਡੀ ਕਰ ਰਹੇ ਨੇ ਡਿਊਰਿੰਗ ਸਟੱਡੀ ਜਿਨ੍ਹਾਂ ਨੇ ਸਟਾਰਟ ਕੀਤੇ ਉਹਦਾ ਕੀ ਫਾਇਦਾ ਹੈ ਤੇ ਕਿ ਤੁਸੀਂ ਸਾਨੂੰ ਦੱਸੋਗੇ ਪਲੀਜ਼ ਹਾਂਜੀ ਜ਼ਰੂਰ ਅੱਛਾ ਸਭ ਤੋਂ ਪਹਿਲਾਂ ਕੀ ਹੈ ਕਿ ਸਕਿਲਡ ਇੰਪਲੋਇਮੈਂਟ ਅਸੈਸਮੈਂਟ ਬੇਸਿਕਲੀ ਜਿਹੜੀ ਮੰਨ ਲਓ ਤੁਸੀਂ ਕੋਈ ਸਟੱਡੀ ਕਰੀ ਆ ਫॉर ਐਗਜ਼ਾਮਪਲ ਆਈਟੀ ਕਰੀ ਆ ਜਾਂ ਅਕਾਊਂਟਿੰਗ ਕਰੀ ਆ ਜਾਂ ਇੰਜੀਨੀਅਰਿੰਗ ਮੰਨ ਲਓ ਕੋਈ ਵੀ ਸਟੱਡੀ ਕਰੀ ਆ ਤੇ ਸਭ ਤੋਂ ਪਹਿਲਾਂ ਜਿਹੜੀ ਇੰਪਲੋਇਮੈਂਟ ਆ ਉਹਦੇ ਰਿਲੇਟਡ ਹੋਣੀ ਚਾਹੀਦੀ ਆ ਕਲੋਜ਼ਲੀ ਰਿਲੇਟਡ ਆਕੂਪੇਸ਼ਨ ਦੇ ਵਿੱਚ ਹੀ ਹੋਣੀ ਚਾਹੀਦੀ ਆ ਸਭ ਤੋਂ ਪਹਿਲਾਂ ਤੇ ਇੱਥੇ ਦੇ ਜਿੰਨੇ ਵੀ ਸਕਿਲ ਅਸੈਸਮੈਂਟ ਅਥਾਰਟੀਜ਼ ਨੇ ਉਹ ਡਿਊਟੀਜ਼ ਚੈੱਕ ਕਰਦੇ ਨੇ ਕਿ ਤੁਸੀਂ ਡਿਊਟੀਜ਼ ਕਿਹੜੀਆਂ ਪਰਫਾਰਮ ਕੀਤੀਆਂ ਨੇ ਉਸ ਟਾਈਮ ਤੇ ਜਦੋਂ ਤੁਸੀਂ ਮਤਲਬ ਜੋ ਵੀ ਇੰਪਲੋਇਮੈਂਟ ਅਸੈਸਮੈਂਟ ਕਰਵਾਉਣਾ ਚਾਹੁੰਦੇ ਹੋ ਜਿਸ ਇੰਪਲੋਇਮੈਂਟ ਦੀ ਉਹ ਡਿਊਟੀਜ਼ ਐਕਚੁਅਲੀ ਕੀ ਹੈ ਕਿ ਐਨਸਕੋ ਤੇ ਜਾਂ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੀ ਜਿਹੜੀ ਵੈਬਸਾਈਟ ਆ ਉਹਦੇ ਤੇ ਹਰ ਇੱਕ ਆਕੂਪੇਸ਼ਨ ਦੀਆਂ ਜਿਹੜੀਆਂ ਡਿਊਟੀਜ਼ ਆ ਉਹ ਦਿੱਤੀਆਂ ਹੋਈਆਂ ਨੇ ਤੇ ਤੁਹਾਨੂੰ ਮੇਕ ਸ਼ੋਰ ਕਰਨਾ ਹੈ ਕਿ ਉਹੀ ਡਿਊਟੀਜ਼ ਤੁਸੀਂ ਪਰਫਾਰਮ ਕਰੋ ਮਤਲਬ ਆਲਮੋਸਟ ਸਾਰੀਆਂ ਫੁੱਲਫਿਲ ਕਰ ਰਹੇ ਹੋ ਤੁਸੀਂ ਉਹ ਡਿਊਟੀਜ਼ ਹੀ ਪਰਫਾਰਮ ਕਰਨੀਆਂ ਨੇ ਜੇ ਤੁਸੀਂ ਉਹ ਡਿਊਟੀਜ਼ ਪਰਫਾਰਮ ਕਰ ਰਹੇ ਹੋ ਫਿਰ ਹੀ ਤੁਸੀਂ ਕੰਸੀਡਰ ਹੁੰਦੇ ਹੋ ਕੰਸੀਡਰ ਕਰਵਾ ਸਕਦੇ ਹੋ ਆਪਣੀ ਇੰਪਲੋਇਮੈਂਟ ਤੇ ਜੇ ਆਵਰਸ ਦੀ ਗੱਲ ਕਰੀਏ ਤਾਂ ਹਰ ਇੱਕ ਜਿੱਦਾਂ ਹੁਣ ਅਥਾਰਟੀਜ਼ ਦੀ ਅਲੱਗ-ਅਲੱਗ ਰਿਕੁਆਇਰਮੈਂਟਸ ਨੇ ਹੁਣ ਜੇ ਤੁਸੀਂ ਪੁਆਇੰਟਸ ਕਲੇਮ ਕਰਨ ਦੀ ਗੱਲ ਕਰਦੇ ਹੋ ਤਾਂ ਜੇ ਤੁਸੀਂ ਕਿਸੇ ਵੀ ਫੀਲਡ ਦੇ ਵਿੱਚ 20 ਆਵਰਸ ਪਰ ਵੀਕ ਜਾਂ 40 ਆਵਰਸ ਫੋਰਟਨਾਈਟਲੀ ਵੀ ਕਰਦੇ ਹੋ ਤੇ ਉਹ ਵੀ ਕੰਸੀਡਰ ਹੁੰਦਾ ਆ ਐਜ਼ ਅ ਫੁੱਲ ਟਾਈਮ ਵਰਕ ਐਕਸਪੀਰੀਅੰਸ ਤੁਸੀਂ ਉਹਦੇ ਜਿਹੜੇ ਪੁਆਇੰਟਸ ਨੇ ਉਹ ਕਲੇਮ ਕਰ ਸਕਦੇ ਹੋ ਤੇ ਆਮ ਸੌਰੀ ਤੁਹਾਨੂੰ ਵਿੱਚ ਕੱਟਣ ਲਈ ਤੇ ਤੁਸੀਂ ਕਿਹਾ ਫੁੱਲ ਟਾਈਮ ਵਰਕ ਜਿਹੜਾ ਕਰ ਸਕਦੇ ਆ ਪਰ ਜਿਹੜੇ ਕੈਜੂਅਲ ਵਰਕ ਕਰਦੇ ਆ ਕਿ ਉਹ ਵੀ ਕੰਸੀਡਰ ਹੁੰਦਾ ਹੈ ਉਹਦੇ ਓਕੇ ਹਾਂਜੀ ਕੈਜੂਅਲ ਵਰਕ ਵੀ ਜਿਹੜਾ ਹੈ ਉਹ ਐਕਸੈਪਟ ਹੁੰਦਾ ਹੈ ਜੇ ਤੁਸੀਂ 40 ਆਵਰਸ ਪਰ ਫੋਰਟਨਾਈਟ ਕਰਦੇ ਹੋ ਬਟ ਤੁਹਾਨੂੰ ਮੇਕ ਸ਼ੋਰ ਕਰਨਾ ਹੈ ਕਿ ਹਾਂ ਕਿ 40 ਆਵਰਸ ਤੋਂ ਘੱਟ ਨਹੀਂ ਹੋਣਾ ਚਾਹੀਦਾ ਤੁਹਾਡਾ ਕੰਮ ਕਿਸੇ ਵੀ ਫੋਰਟਨਾਈਟ ਦੇ ਵਿੱਚ ਤੇ ਉਹ ਕੰਸੀਡਰ ਹੁੰਦਾ ਕੈਜੂਅਲ ਵਰਕ ਐਕਸਪੀਰੀਅੰਸ ਵੀ ਹੁਣ ਪਰ ਕਈ ਜਿਹੜੇ ਵੀਜ਼ਾਸ ਨੇ ਫॉर ਐਗਜ਼ਾਮਪਲ ਹੁਣ 482 ਵੀਜ਼ਾ ਆ ਇੱਥੇ ਮੈਂ ਪੁਆਇੰਟਸ ਦੀ ਗੱਲ ਨਹੀਂ ਕਰ ਰਹੀ ਨਾ ਜਨਰਲ ਸਕਿੱਲ ਮਾਈਗ੍ਰੇਸ਼ਨ ਦੀ ਗੱਲ ਕਰ ਰਹੀ ਹਾਂ ਹੁਣ ਮੈਂ 482 ਵੀਜ਼ਾ ਦੀ ਗੱਲ ਜਿਹੜਾ ਕਿ ਇੰਪਲੋਇਰ ਸਪਾਂਸਰਸ਼ਿਪ ਆ ਜਾਂ ਗੱਲ ਕਰੀਏ ਕਿ 186 ਵੀਜ਼ਾ ਦੀ ਜਿਹੜਾ ਪਰਮਨੈਂਟ ਰੈਜ਼ੀਡੈਂਸੀ ਨੂੰ ਲੀਡ ਕਰਦਾ ਆ ਉਹਨਾਂ ਵੀਜ਼ਾਸ ਦੇ ਲਈ ਤੁਹਾਨੂੰ ਜਿਹੜੇ ਵਰਕਿੰਗ ਆਵਰਸ ਨੇ ਉਹ ਫੁੱਲ ਮਤਲਬ ਜਿਹੜਾ ਵਰਕ ਐਕਸਪੀਰੀਅੰਸ ਆ ਉਹ ਤੁਹਾਨੂੰ ਫੁੱਲ ਟਾਈਮ ਹੀ ਚਾਹੀਦਾ ਆ ਹੁਣ ਉਹ ਵਰਕ ਐਕਸਪੀਰੀਅੰਸ ਫੁੱਲ ਟਾਈਮ ਕੀ ਹੈ 35 ਆਵਰਸ ਮਿਨੀਮਮ ਚਾਹੀਦੇ ਨੇ ਤੁਹਾਨੂੰ ਫੁੱਲ ਟਾਈਮ ਉਹੀ ਕੰਸੀਡਰ ਹੁੰਦਾ ਆ ਪਰ 482 ਵੀਜ਼ਾ ਦੇ ਲਈ ਜੇ ਤੁਸੀਂ ਪਾਰਟ ਟਾਈਮ ਇਕੁਇਵਲੈਂਟ ਵੀ ਕਰਦੇ ਹੋ ਉਹ ਕੰਸੀਡਰ ਹੁੰਦਾ ਫॉर ਐਗਜ਼ਾਮਪਲ ਜੇ ਤੁਸੀਂ 40 ਆਵਰਸ ਪਰ ਫੋਰਟਨਾਈਟ ਇੱਕ ਸਾਲ ਲਈ ਕੀਤਾ ਆ ਤੇ ਉਹ 6 ਮਹੀਨੇ ਦੇ ਇਕੁਇਵਲੈਂਟ ਜਿਹੜਾ ਆ ਉਹ ਕੰਸੀਡਰ ਹੁੰਦਾ ਆ ਤਾਂ ਬੇਸਿਕਲੀ ਇਹੀ ਆ ਕਿ ਇੱਕ ਤਾਂ ਤੁਸੀਂ ਡਿਊਟੀਜ਼ ਤੇ ਧਿਆਨ ਦੇਣਾ ਹੈ ਕਿ ਡਿਊਟੀਜ਼ ਜਿਹੜੀਆਂ ਨੇ ਉਹ ਤੁਸੀਂ ਕਿਹੜੀਆਂ ਕਰਨੀਆਂ ਨੇ ਮਤਲਬ ਜੋ ਉਹਨਾਂ ਨੇ ਡਿਊਟੀਜ਼ ਦੱਸੀਆਂ ਹੋਈਆਂ ਉਹਦੇ ਅਕੋਰਡਿੰਗਲੀ ਹੀ ਡਿਊਟੀਜ਼ ਕਰਨੀਆਂ ਨੇ ਤੁਸੀਂ ਫਿਰ ਵਰਕਿੰਗ ਆਵਰਸ ਦਾ ਵੀ ਧਿਆਨ ਰੱਖਣਾ ਹੈ ਕਿ ਹਾਂ ਕਿ ਜੇ ਮੰਨ ਲਓ ਕਿ ਤੁਸੀਂ ਕਿਸੇ ਵੀਕ ਦੇ ਵਿੱਚ 15 ਘੰਟੇ ਕੀਤੇ ਨੇ ਜਾਂ ਫੋਰਟਨਾਈਟ ਦੇ ਵਿੱਚ 15 ਘੰਟੇ ਕੀਤੇ ਨੇ ਉਹ ਵਾਲਾ ਜਿਹੜਾ ਫੋਰਟਨਾਈਟ ਆ ਉਹ ਕੰਸੀਡਰ ਨਹੀਂ ਹੋਊਗਾ ਮਤਲਬ ਜੇ ਤੁਸੀਂ ਪੁਆਇੰਟਸ ਕਲੇਮ ਕਰਨ ਦੀ ਗੱਲ ਕਰ ਰਹੇ ਹੋ ਤਾਂ ਤੇ ਬਾਕੀ ਜਿਹੜਾ ਵਰਕ ਐਕਸਪੀਰੀਅੰਸ ਆ ਉਹ ਤਾਂ ਪੋਸਟ ਕੁਆਲੀਫਿਕੇਸ਼ਨ ਹੋਣਾ ਚਾਹੀਦਾ ਆ ਹੁਣ ਮੰਨ ਲਓ ਕਿ ਤੁਸੀਂ ਮਾਸਟਰਸ ਕੀਤੀ ਆ ਅਕਾਊਂਟਿੰਗ ਦੀ ਪਰ ਤੁਹਾਡਾ ਜਿਹੜਾ ਵਰਕ ਐਕਸਪੀਰੀਅੰਸ ਸੀਗਾ ਉਹ ਮਾਸਟਰਸ ਤੋਂ ਪਹਿਲਾਂ ਦਾ ਆ ਤਾਂ ਉਹ ਤੁਹਾਨੂੰ
ਕੁਆਲੀਫਾਈਡ ਅਕਾਊਂਟੈਂਟ ਜਿਹੜਾ ਆ ਉਹ ਅਸੈਸ ਮਤਲਬ ਕੰਸੀਡਰ ਨਹੀਂ ਕਰਨਗੇ। ਤਾਂ ਮਤਲਬ ਜਦੋਂ ਤੁਹਾਡੀ ਕੁਆਲੀਫਿਕੇਸ਼ਨ ਦੀ ਕੰਪਲੀਸ਼ਨ ਹੋ ਜਾਂਦੀ ਆ ਫਿਰ ਹੀ ਤੁਹਾਨੂੰ ਉਹ ਇੱਕ ਕੁਆਲੀਫਾਈਡ ਖਤਮ ਹੋ ਜਾਂਦੀ ਆ ਉਦੋਂ ਤੋਂ ਜਿਹੜਾ ਤੁਸੀਂ ਐਕਸਪੀਰੀਅੰਸ ਸਟਾਰਟ ਕਰਦੇ ਹੋ ਉਹੀ ਗਿਣਿਆ ਜਾਏਗਾ। ਹਾਂਜੀ, ਉਹੀ ਗਿਣਿਆ ਜਾਂਦਾ ਹੈ ਸਟੱਡੀ ਦੇ ਬਾਅਦ। ਓਕੇ ਤੇ ਜਿਹੜਾ ਐਕਸਪੀਰੀਅੰਸ ਦੀ ਆਪਾਂ ਗੱਲ ਕਰ ਰਹੇ ਹਾਂ ਤੇ ਉਹ ਜਿਹੜਾ ਐਕਸਪੀਰੀਅੰਸ ਹੈਗਾ ਜੇ ਆਫਸ਼ੋਰ ਹੋਵੇ, ਕੋਈ ਆਫਸ਼ੋਰ ਚਲਿਆ ਗਿਆ, ਉਹਦਾ ਆਫਸ਼ੋਰ ਐਕਸਪੀਰੀਅੰਸ ਹੋਵੇ, ਕਿ ਉਹ ਵੀ ਕਾਊਂਟ ਹੁੰਦਾ ਹੈ ਜਾਂ ਮਤਲਬ ਲੋਕੇਸ਼ਨ ਦਾ ਕੋਈ ਬੈਨੀਫਿਟ ਹੈ ਪੀਆਰ ਜਦੋਂ ਪਾਉਂਦੇ ਆ ਉਸ ਟਾਈਮ? ਹਾਂਜੀ, ਹੁਣ ਇਹਦੇ ਵਿੱਚ ਨਾ ਹਰ ਇੱਕ ਸਕਿੱਲ ਅਸੈਸਮੈਂਟ ਅਥਾਰਟੀ ਜਿਹੜੀ ਆ ਉਹ ਡਿਫਰੈਂਟਲੀ ਮਤਲਬ ਇਹਨਾਂ ਚੀਜ਼ਾਂ ਨੂੰ ਲੈਂਦੀ ਆ। ਹੁਣ ਮੰਨ ਲਓ ਮੈਂ ਤੁਹਾਨੂੰ ਇੱਥੇ ਐਗਜ਼ਾਮਪਲ ਦੇ ਕੇ ਦੱਸਣਾ ਚਾਹੂੰਗੀ ਕਿ ਠੀਕ ਹੈ ਆਫਸ਼ੋਰ ਵਰਕ ਐਕਸਪੀਰੀਅੰਸ ਵੀ ਕੰਸੀਡਰ ਹੋ ਸਕਦਾ ਹੈ। ਹੁਣ ਮੰਨ ਲਓ ਕਿਸੇ ਨੇ ਬੈਚਲਰਸ ਇਨ ਆਈਟੀ ਆਫਸ਼ੋਰ ਕਰੀ ਆ ਪਰ ਇੱਥੇ ਮਾਸਟਰਸ ਕਰੀ ਆ ਕੇ, ਠੀਕ ਹੈ, ਬੈਚਲਰਸ ਤੋਂ ਬਾਅਦ ਉਹਨਾਂ ਨੂੰ 3 ਸਾਲ ਦਾ ਉੱਥੇ ਵਰਕ ਐਕਸਪੀਰੀਅੰਸ ਸੀਗਾ, ਇੱਥੇ ਮਾਸਟਰਸ ਤੋਂ ਬਾਅਦ ਉਹਨਾਂ ਨੂੰ 1 ਸਾਲ ਦਾ ਜਾਂ ਜੋ ਵੀ ਵਰਕ ਐਕਸਪੀਰੀਅੰਸ ਹੈ, ਜਾਂ ਮੰਨ ਲਓ ਇੱਥੇ ਮਾਸਟਰਸ ਦੇ ਡਿਊਰਿੰਗ ਵੀ ਵਰਕ ਐਕਸਪੀਰੀਅੰਸ ਸੀ। ਹੁਣ ACS ਨੇ ACS ਜਿਹੜੀ ਉਹ ਸਕਿੱਲ ਅਸੈਸਮੈਂਟ ਅਥਾਰਟੀ ਆ ਆਈਟੀ ਵਾਲਿਆਂ ਦੀ, ਆਸਟ੍ਰੇਲੀਅਨ ਕੰਪਿਊਟਰ ਸੁਸਾਇਟੀ, ਉਹਨਾਂ ਨੇ ਕੈਟੇਗਰਾਈਜ਼ ਕਰ ਦਿੱਤਾ ਕਿ ਤੁਸੀਂ ਆਫਸ਼ੋਰ ਡਿਗਰੀ ਅਸੈਸ ਕਰਵਾਉਣੀ ਹੈ ਜਾਂ ਔਨਸ਼ੋਰ ਅਸੈਸ ਕਰਵਾਉਣੀ ਹੈ। ਹੁਣ ਜੇ ਤੁਸੀਂ ਆਫਸ਼ੋਰ ਅਸੈਸ ਕਰਵਾ ਰਹੇ ਹੋ ਤਾਂ ਦੈਟਸ ਓਕੇ, ਤੁਹਾਡਾ ਆਫਸ਼ੋਰ ਵਾਲਾ ਵਰਕ ਐਕਸਪੀਰੀਅੰਸ ਵੀ ਕੰਸੀਡਰ ਹੋ ਸਕਦਾ ਹੈ। ਜ਼ਰੂਰੀ ਨਹੀਂ ਹੈ ਕਿ ਤੁਹਾਡਾ ਮਤਲਬ ਤੁਸੀਂ ਮਾਸਟਰਸ ਡਿਗਰੀ ਹੀ ਇੱਥੇ ਅਸੈਸ ਕਰਵਾਉਣੀ ਆ, ਠੀਕ ਹੈ। ਪਰ ਹੁਣ ACS ਜਿਹੜੀ ਸਕਿੱਲ ਅਸੈਸਮੈਂਟ ਅਥਾਰਟੀ ਆ ਉਹ ਤੇ ਇੱਕ ਵੈਟ ਸਕਿੱਲ ਅਸੈਸਮੈਂਟ ਅਥਾਰਟੀ ਉਹ ਡਿਡਕਟ ਕਰਦੇ ਨੇ ਵਰਕ ਐਕਸਪੀਰੀਅੰਸ ਕਿ ਹਾਂ 2 ਸਾਲ ਦਾ ਵਰਕ ਐਕਸਪੀਰੀਅੰਸ ਡਿਡਕਟ ਕਰ ਲਿਆ ਜਾਂ 1 ਸਾਲ ਦਾ ਵਰਕ ਐਕਸਪੀਰੀਅੰਸ ਡਿਡਕਟ ਕਰ ਲਿਆ ਵੈਟ ਅਸੈਸ ਨੇ। ਤਾਂ ਉਹ ਚੀਜ਼ਾਂ ਨੇ ਕਿ ਹਾਂ ਕਿ ਉਸ ਤੋਂ ਬਾਅਦ ਤੁਸੀਂ ਉਹ ਦੇਖਣਾ ਕਿ ਉਹ ਤੁਸੀਂ ਕਿੱਦਾਂ ਪੁਆਇੰਟਸ ਕਲੇਮ ਕਰ ਸਕਦੇ ਹੋ। ਉਹ ਕੁਐਸਚਨ ਤੇ ਮੈਂ ਬਾਅਦ ਵਿੱਚ ਆਉਂਗੀ, ਅੱਛੀ ਤਰ੍ਹਾਂ ਐਕਸਪਲੇਨ ਕਰੂੰਗੀ। ਬਟ ਹਾਂਜੀ, ਤੁਸੀਂ ਆਫਸ਼ੋਰ ਵਾਲਾ ਵਰਕ ਐਕਸਪੀਰੀਅੰਸ ਵੀ ਕੰਸੀਡਰ ਕਰਵਾ ਸਕਦੇ ਹੋ। ਇਹਦਾ ਇੱਕ ਬਹੁਤ ਅੱਛਾ ਐਗਜ਼ਾਮਪਲ ਆ ਇੰਜੀਨੀਅਰਸ ਆਸਟ੍ਰੇਲੀਆ, ਜਿਨ੍ਹਾਂ ਲੋਕਾਂ ਨੇ ਹੁਣ ਸਟੱਡੀ ਕਰੀ ਆ, ਇੰਜੀਨੀਅਰਿੰਗ ਕਰੀ ਆ, ਬੈਚਲਰਸ ਬੀਟੈਕ ਕਰੀ ਆ ਇੰਡੀਆ ਦੇ ਵਿੱਚ 4 ਇਅਰਸ ਦੀ ਜਿਹੜੀ ਕੁਆਲੀਫਿਕੇਸ਼ਨ ਹੁੰਦੀ ਆ, ਉਸ ਤੋਂ ਬਾਅਦ ਤੁਹਾਨੂੰ ਵਰਕ ਐਕਸਪੀਰੀਅੰਸ ਆ। ਤੇ ਜਿਹੜੀ ਇੰਜੀਨੀਅਰਸ ਆਸਟ੍ਰੇਲੀਆ ਸਕਿੱਲ ਅਸੈਸਮੈਂਟ ਅਥਾਰਟੀ ਆ ਉਹ ਤੁਹਾਡਾ ਪੂਰਾ ਵਰਕ ਐਕਸਪੀਰੀਅੰਸ ਜਿਹੜਾ ਉਹ ਕੰਸੀਡਰ ਕਰਦੇ ਨੇ, ਚਾਹੇ ਉਹ ਆਫਸ਼ੋਰ ਵਾਲਾ ਵੀ ਆ ਤੇ ਚਾਹੇ ਉਹ ਔਨਸ਼ੋਰ ਵਾਲਾ। ਉਹ ਕੋਈ ਵਰਕ ਐਕਸਪੀਰੀਅੰਸ ਤੁਹਾਡਾ ਡਿਡਕਟ ਨਹੀਂ ਕਰਦੇ, ਬਟ ਤੁਹਾਡਾ ਜਿਹੜਾ ਵਰਕ ਐਕਸਪੀਰੀਅੰਸ ਆ ਉਹ ਪ੍ਰੋਫੈਸ਼ਨਲ ਲੈਵਲ, ਪ੍ਰੋਫੈਸ਼ਨਲ ਇੰਜੀਨੀਅਰ ਲੈਵਲ ਤੇ ਹੋਣਾ ਚਾਹੀਦਾ। ਉਹਦਾ ਮਤਲਬ ਕਿ ਹਾਂ ਕਿ ਜੋ ਤੁਹਾਡੀ ਸੈਲਰੀ ਆ ਉਹ ਮਾਰਕੀਟ ਰੇਟ ਦੀ ਹੋਣੀ ਚਾਹੀਦੀ ਆ, ਜੋ ਤੁਸੀਂ ਡਿਊਟੀਜ਼ ਪਰਫਾਰਮ ਕੀਤੀਆਂ ਹੋਵੇ ਉਹ ਵੀ ਉਸ ਪ੍ਰੋਫੈਸ਼ਨਲ ਇੰਜੀਨੀਅਰ ਦੇ ਲੈਵਲ ਦੀਆਂ ਹੋਣੀਆਂ ਚਾਹੀਦੀਆਂ ਨੇ ਡਿਊਟੀਜ਼, ਤੇ ਤਾਂ ਹੀ ਉਹ ਤੁਹਾਡਾ ਵਰਕ ਐਕਸਪੀਰੀਅੰਸ ਜਿਹੜਾ ਕੰਸੀਡਰ ਹੋਊਗਾ। ਜੀ ਓਕੇ। ਤੇ ਆਪਾਂ ਨੈਕਸਟ ਕੁਐਸਚਨ ਤੇ ਜਾਣ ਤੋਂ ਪਹਿਲਾਂ ਮੈਂ ਥੋੜੇ ਜਿਹੇ ਕਮੈਂਟਸ ਰੀਡ ਕਰਨਾ ਚਾਹੂੰਗੀ ਕਿਉਂਕਿ ਸਾਡੇ ਕੋਲ ਕਮੈਂਟਸ ਕਾਫੀ ਸਾਰੇ ਪਾਇਲ ਅਪ ਹੋ ਗਏ। ਸਾਨੂੰ ਨਵਗਿਲ ਬੋਲ ਰਹੇ ਨੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਨਵਗਿਲ। ਉਹ ਪੁੱਛ ਰਹੇ ਨੇ ਕਿ ਸਪਾਊਸ ਵੀਜ਼ਾ ਦੀ ਕੀ ਅਪਡੇਟ ਆ ਕਿ ਲੋਕਡਾਊਨ ਤੋਂ ਪਹਿਲਾਂ ਫਾਈਲ ਐਮਬੈਸੀ ਵਿੱਚ ਲਾਈ ਸੀ ਤੇ ਸਪਾਊਸ ਵੀਜ਼ਾ ਦਾ ਕੇਸ ਹੈ ਤੇ ਉਹਦਾ ਅੱਛਾ, ਹੁਣ ਇਹ ਸਪਾਊਸ ਵੀਜ਼ਾ ਤੋਂ ਉਹਨਾਂ ਦਾ ਮੈਨੂੰ ਕੁਐਸਚਨ ਕਲੀਅਰ ਨਹੀਂ ਹੈ ਕਿ ਉਹ ਕਿਹੜੇ ਵਾਲੇ ਸਪਾਊਸ ਵੀਜ਼ਾ ਦੀ ਗੱਲ ਕਰ ਰਹੇ ਨੇ, ਜਾਂ ਤਾਂ ਸਟੂਡੈਂਟ ਡਿਪੈਂਡੈਂਟ ਦੀ ਗੱਲ ਕਰ ਰਹੇ ਨੇ ਜਾਂ TR ਡਿਪੈਂਡੈਂਟ ਦੀ ਗੱਲ ਕਰ ਰਹੇ ਨੇ। ਜੇ ਤਾਂ ਹੁਣ ਤੁਹਾਡੇ ਪਾਰਟਨਰ ਜਿਵੇਂ ਆਫਸ਼ੋਰ ਨੇ ਤਾਂ ਆਫ ਕੋਰਸ ਇਹ ਜਿਵੇਂ ਹੁਣੇ ਮੈਂ ਤੁਹਾਨੂੰ ਦੱਸਿਆ ਕਿ ਟਰੈਵਲ ਬੈਨ ਦੀ ਵਜ੍ਹਾ ਕਰਕੇ ਉਹ ਹੱਲੇ ਵੀਜ਼ਾਸ ਨਹੀਂ ਦੇ ਰਹੇ ਹੈਗੇ, ਤਾਂ ਉਸ ਚੀਜ਼ ਦੇ ਵਿੱਚ ਤੁਹਾਨੂੰ ਠੀਕ ਹੈ ਤੁਸੀਂ ਫਾਈਲ ਲਾ ਕੇ ਰੱਖਿਓ, ਅੰਡਰ ਪ੍ਰੋਸੈਸਿੰਗ ਆ, ਉਹ ਤੁਹਾਨੂੰ ਵੇਟ ਹੀ ਕਰਨਾ ਪਊਗਾ ਕਿ ਮਤਲਬ ਜਦੋਂ ਵੀ ਉਹ ਟਰੈਵਲ ਬੈਨ ਖੋਲਣਗੇ ਫਿਰ ਹੀ ਤੁਹਾਡਾ ਵੀਜ਼ਾ ਜਿਹੜਾ ਉਹਦਾ ਡਿਸੀਜਨ ਦਿੱਤਾ ਜਾਊਗਾ ਇਮੀਗ੍ਰੇਸ਼ਨ ਵੱਲੋਂ। ਹਾਂਜੀ, ਆਈ ਹੋਪ ਨਵਗਿਲ that answers your question, but ਅਗਰ ਤੁਹਾਨੂੰ ਕੁਝ ਵੀ ਕਨਫਿਊਜ਼ਨ ਹੈ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ, ਬਟ ਅਦਰਵਾਈਜ਼ ਜਿਵੇਂ ਸਿੰਪਲਪ੍ਰੀਤ ਨੇ ਕਿਹਾ ਕਿ ਤੁਹਾਨੂੰ ਵੇਟ ਹੀ ਕਰਨਾ ਪਏਗਾ। ਬਲ ਕੋਵਿਡ ਕਰਕੇ ਕੁਝ ਹੋਰ ਤਾਂ ਕਰ ਨਹੀਂ ਸਕਦੇ, ਅਨਫੋਰਚੂਨੇਟਲੀ ਹੋਰ ਤਾਂ ਕੁਝ ਨਹੀਂ ਕੀਤਾ ਜਾ ਸਕਦਾ, ਵੇਟ ਕਰਨਾ ਹੀ ਬੈਟਰ। ਐਂਡ ਮਤਲਬ ਜੇ ਤੁਸੀਂ ਹੈਲਥ ਦਾ ਵੀ ਕੰਸਰਨ ਦੇਖੋ ਤੇ ਉਹਦੇ ਅਕੋਰਡਿੰਗਲੀ ਤਾਂ ਵੇਟ ਕਰਨਾ ਹੀ ਜਿਹੜਾ ਬੈਟਰ ਹੈ। ਬਿਲਕੁਲ। ਤੇ ਨਿਤਿਸ਼ ਸਾਨੂੰ ਪੁੱਛ ਰਹੇ ਨੇ ਟੂਰਿਸਟ ਵੀਜ਼ਾ ਪੁੱਛ ਰਹੇ ਨੇ, ਕਹਿੰਦੇ ਟੂਰਿਸਟ ਵੀਜ਼ਾਸ ਓਪਨ। ਅਗੇਨ ਦੈਟ ਆਨਸਰ ਮਤਲਬ ਜੋ ਪਹਿਲਾਂ ਮੈਂ ਤੁਹਾਨੂੰ ਆਨਸਰ ਦਿੱਤਾ ਆ ਕਿ ਨਿਤਿਸ਼ ਜਿਹੜਾ ਵਿਜ਼ਿਟਰ ਵੀਜ਼ਾ ਆ ਉਹਦੇ ਲਈ ਵੀ ਤੁਹਾਨੂੰ ਵੇਟ ਹੀ ਕਰਨਾ ਪਊਗਾ। ਜਦੋਂ ਵੀ ਟਰੈਵਲ ਬੈਨ ਹਟਦਾ ਆ ਫਿਰ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ, ਅਸੀਂ ਤੁਹਾਨੂੰ ਉਹਦੇ ਤੇ ਗਾਈਡ ਕਰ ਸਕਦੇ ਹਾਂ। ਬਟ ਹਾਲੇ ਫਿਲਹਾਲ ਤੇ ਮੈਂ ਤੁਹਾਨੂੰ ਵੇਟ ਕਰਨ ਲਈ ਹੀ ਕਹੂੰਗੀ, ਕਿਉਂਕਿ ਜਾਂ ਤੇ ਜੇ ਤੁਸੀਂ ਵਿਜ਼ਿਟਰ ਵੀਜ਼ਾ ਦੀ ਐਪਲੀਕੇਸ਼ਨ ਕਰਦੇ ਹੋ ਇਸ ਟਾਈਮ ਤੇ, ਜਾਂ ਤੇ ਉਹ ਹੋਲਡ ਤੇ ਪਾ ਦਿੱਤੀ ਜਾਊਗੀ ਜਾਂ ਰਿਫਿਊਜ਼ ਕਰ ਦਿੱਤੀ ਜਾਊਗੀ, ਬਿਕਾਜ਼ ਤੁਸੀਂ ਐਨੀਵੇ ਇੱਥੇ ਟਰੈਵਲ ਬੈਨ ਦੀ ਵਜ੍ਹਾ ਕਰਕੇ ਤੁਸੀਂ ਆ ਨਹੀਂ ਸਕਦੇ। ਰਾਈਟ। ਤੇ ਸਾਨੂੰ ਸੁਮਨਪ੍ਰੀਤ ਕੌਰ ਪੁੱਛ ਰਹੇ ਨੇ 491 ਫੈਮਿਲੀ ਸਪਾਂਸਰ ਅਪਡੇਟ। ਹਾਂਜੀ ਸੁਮਨ ਜੀ, ਦੇਖੋ ਅੱਜ ਰਾਤ ਨੂੰ ਰਾਉਂਡ ਆ, ਦੇਖਦੇ ਆ ਕੀ ਬਣਦਾ ਆ। ਐਂਡ ਤੁਹਾਡਾ ਜੇ ਆਕੂਪੇਸ਼ਨ ਤੁਸੀਂ ਦੱਸ ਦਿਓ ਤਾਂ ਉਹ ਬੈਟਰ ਰਹੂਗਾ। ਬਟ ਦੈਨ 49 ਫੈਮਿਲੀ ਸਪਾਂਸਰਸ਼ਿਪ ਦੇ ਵੀ ਅੱਜ ਜਿਵੇਂ ਰਾਉਂਡ ਹੋਊਗਾ, ਬਟ ਮੈਂ ਤੁਹਾਨੂੰ ਐਗਜ਼ੈਕਟਲੀ ਨਹੀਂ ਦੱਸ ਸਕਦੀ ਕਿਉਂਕਿ ਮੈਨੂੰ ਤੁਹਾਡਾ ਆਕੂਪੇਸ਼ਨ ਨਹੀਂ ਪਤਾ। ਬਟ ਅੱਜ ਦੇ ਇੱਕ ਰਾਉਂਡ ਤੋਂ ਬਾਅਦ ਥੋੜਾ ਆਈਡੀਆ ਹੋ ਜਾਊਗਾ ਕਿ ਕਿਵੇਂ ਚੱਲ ਰਿਹਾ ਆ, ਜਾਂ ਇਮੀਗ੍ਰੇਸ਼ਨ ਕਿੰਨੇ ਇਨਵੀਟੇਸ਼ਨ ਦਿੰਦੀ ਆ ਜਾਂ ਫਿਊਚਰ 'ਚ ਕਿੰਨੇ ਇਨਵੀਟੇਸ਼ਨ ਦੇਣਗੇ। ਬਟ ਆਪਾਂ ਨੂੰ ਵੇਟ ਹੀ ਕਰਨਾ ਪੈਣਾ ਕਿਉਂਕਿ ਉਹਨਾਂ ਨੇ ਜਿਵੇਂ ਕਿਹਾ ਆ ਕਿ ਹਾਂ ਕਿ ਤੁਹਾਨੂੰ ਜਿਹੜੇ
ਉਹੀ ਇਨਵੀਟੇਸ਼ਨਸ ਆਣਗੇ ਜਿਹੜੇ ਕ੍ਰਿਟੀਕਲ ਫੀਲਡ ਦੇ ਵਿੱਚ ਜਾਂ ਸੈਕਟਰ ਦੇ ਵਿੱਚ ਆਕੂਪੇਸ਼ਨਸ ਹੈਗੇ ਨੇ। ਤਾਂ ਮਤਲਬ ਆਈ ਹੋਪ ਦੈਟ ਆਨਸਰਸ ਯੂਰ ਕੁਐਸਚਨ ਕਿ ਹਾਂ ਕਿ ਜੇ ਤੁਹਾਡਾ ਆਕੂਪੇਸ਼ਨ ਉਹਦੇ ਰਿਲੇਟਡ ਹੈਗਾ ਤਾਂ ਤੁਸੀਂ ਐਕਸਪੈਕਟ ਕਰ ਸਕਦੇ ਹੋ ਤੁਸੀਂ ਇਨਵੀਟੇਸ਼ਨ, ਬਟ ਅਦਰਵਾਈਜ਼ ਤੁਹਾਨੂੰ ਵੇਟ ਹੀ ਕਰਨਾ ਪਊਗਾ ਜੀ। ਤੇ ਸੁਮਨ ਜੇ ਓਕੇ, ਸਾਨੂੰ ਸੁਮਨਪ੍ਰੀਤ ਨੇ ਕਿਹਾ ਕਿ ਉਹਨਾਂ ਦਾ ਇੱਕ ਹੋਰ ਕੁਐਸਚਨ ਹੈਗਾ ਸਾਡੇ ਲਈ। ਹਾਂਜੀ, ਕਹਿੰਦੇ ਕਿ 189 in IT, any chance on 80 points? ਜਿੱਦਾਂ ਹੁਣ ਮੈਂ ਤੁਹਾਨੂੰ ਦੱਸਿਆ ਕਿ 85 ਪੁਆਇੰਟਸ ਤੇ ਨਰਸਿਸ ਦੇ ਇਨਵੀਟੇਸ਼ਨ ਆਏ ਨੇ, ਬਟ ਜੇ ਤੁਸੀਂ IT ਦਾ ਦੇਖੋ ਤਾਂ ਪਿਛਲੇ 2 ਮਹੀਨੇ ਤੋਂ ਕੋਈ ਇਨਵੀਟੇਸ਼ਨਸ ਨਹੀਂ ਆਏ IT ਕਿਸੇ ਵੀ ਆਕੂਪੇਸ਼ਨ ਦੇ। ਬਟ ਤੁਸੀਂ 189 ਦੇ ਵਿੱਚ 80 ਪੁਆਇੰਟਸ ਤਾਂ ਬਹੁਤ ਘੱਟ ਨੇ। ਤੁਸੀਂ 95 ਦਾ ਟਾਰਗੇਟ ਕਰੋ ਤੇ ਉਹਦੇ ਤੇ ਹੋਪ ਕਰ ਸਕਦੇ ਹੋ, ਬਟ 80 ਪੁਆਇੰਟਸ ਤੇ ਕੁਝ ਕਿਹਾ ਨਹੀਂ ਜਾ ਸਕਦਾ ਕਿ ਇੰਨੀ ਨੀਚੇ ਮਤਲਬ ਪੁਆਇੰਟਸ ਜਾਣਗੇ। ਸੋ ਆਈ ਵੁੱਡ ਰਿਕਮੈਂਡ ਕਿ ਹਾਂ ਕਿ ਤੁਸੀਂ ਪੁਆਇੰਟ ਵਧਾਉਣ ਦੀ ਕੋਸ਼ਿਸ਼ ਕਰੋ। ਜੇ ਪੁਆਇੰਟ ਨਹੀਂ ਵਧਾ ਸਕਦੇ ਹੋ ਤੇ ਤੁਸੀਂ ਵੇਟ ਕਰੋ ਅਕਤੂਬਰ ਤੱਕ ਦੀ, ਐਂਡ ਦੈਨ ਅਕੋਰਡਿੰਗਲੀ ਮਤਲਬ ਜਦੋਂ ਵੀ ਸਟੇਟ ਅਪਡੇਟਸ ਆਉਂਦੇ ਨੇ ਤਾਂ ਤੁਸੀਂ ਸਟੇਟਸ ਦੇ ਲਈ ਜਾ ਸਕਦੇ ਹੋ ਜੇ ਤੁਸੀਂ ਪੁਆਇੰਟ ਪੂਰੇ ਨਹੀਂ ਕਰ ਸਕਦੇ, ਕਿਉਂਕਿ ਵੈਸੇ ਵੀ ਸਟੇਟਸ ਦੇ ਲਈ ਤੁਹਾਨੂੰ ਐਡੀਸ਼ਨਲ ਰਿਕੁਆਇਰਮੈਂਟਸ ਪੂਰੀਆਂ ਕਰਨੀਆਂ ਹੁੰਦੀਆਂ ਨੇ। ਸਟੇਟ ਦੇ ਲਈ ਤੁਹਾਨੂੰ ਸਿਰਫ ਮੈਕਸਿਮਮ 60 ਆਪਣੇ ਆਪ ਚਾਹੀਦੇ ਹੁੰਦੇ ਨੇ, ਐਂਡ 5 ਪੁਆਇੰਟਸ ਤੁਹਾਨੂੰ ਵੈਸੇ ਵੀ ਸਟੇਟ ਦੇ ਹੀ ਦਿੰਦਾ ਆ। ਐਂਡ 491 ਸਟੇਟ ਦੇ ਲਈ ਤੁਹਾਨੂੰ 50 ਪੁਆਇੰਟਸ ਆਪਣੇ ਆਪ ਚਾਹੀਦੇ ਹੁੰਦੇ ਨੇ, ਐਂਡ 15 ਪੁਆਇੰਟ ਤੁਹਾਨੂੰ ਸਟੇਟ ਤੋਂ ਮਿਲਦੇ ਨੇ। ਸੋ ਆਈ ਵੁੱਡ ਸੇ ਕਿ ਤੁਸੀਂ ਵੇਟ ਕਰੋ ਅਕਤੂਬਰ ਤੱਕ, ਐਂਡ ਦੈਨ ਦੇਖਦੇ ਆ ਕਿ ਕੀ ਅਪਡੇਟਸ ਆਉਂਦੇ ਨੇ, ਉਹਦੇ ਅਕੋਰਡਿੰਗਲੀ ਤੁਸੀਂ ਆਪਣਾ ਡਿਸੀਜਨ ਜਿਹੜਾ ਉਹ ਲੈ ਸਕਦੇ ਹੋ ਜੀ। ਤੇ ਨਿਖਿਲ ਸਾਨੂੰ ਪੁੱਛ ਰਹੇ ਨੇ, ਕਹਿੰਦੇ ਹਾਊ ਅਬਾਊਟ 491 ਫੈਮਿਲੀ ਸਪਾਂਸਰਡ ਵੀਜ਼ਾ ਵਿਦ 85 ਪੁਆਇੰਟਸ ਫॉर ਐਨ ਇੰਜੀਨੀਅਰਿੰਗ ਟੈਕਨੋਲੋਜਿਸਟ? ਨਿਖਿਲ, ਜਿਹੜਾ ਇੰਜੀਨੀਅਰਿੰਗ ਟੈਕਨੋਲੋਜਿਸਟ ਆਕੂਪੇਸ਼ਨ ਆ ਦੈਟ ਇਜ਼ ਪ੍ਰੋ ਰੈਟਾ ਆਕੂਪੇਸ਼ਨ। ਪ੍ਰੋ ਰੈਟਾ ਮਤਲਬ ਕਿ ਵੈਰੀ ਹਾਈ ਕੰਪੀਟੀਸ਼ਨ, ਕਿ ਜਿਹੜੇ ਆਕੂਪੇਸ਼ਨ ਦੀ ਡਿਮਾਂਡ ਵੀ ਜ਼ਿਆਦਾ ਆ ਤੇ ਉਹਦੇ ਵਿੱਚ ਜਿਹੜੀ ਸਪਲਾਈ ਆ ਉਹ ਵੀ ਜ਼ਿਆਦਾ ਆ। ਹੁਣ ਜਿਹੜੇ ਪ੍ਰੋ ਰੈਟਾ ਐਂਡ ਨॉन ਪ੍ਰੋ ਰੈਟਾ ਕੰਪੇਅਰ ਕਰੀਏ, ਫॉर ਐਗਜ਼ਾਮਪਲ ਨॉन ਪ੍ਰੋ ਰੈਟਾ ਮੈਂ ਤੁਹਾਨੂੰ ਦੱਸ ਦਿੰਦੀ ਕਿ ਟੈਲੀਕਮਿਊਨੀਕੇਸ਼ਨ ਇੰਜੀਨੀਅਰ ਹੋ ਗਿਆ, ਇਲੈਕਟ੍ਰੀਕਲ ਇੰਜੀਨੀਅਰ ਹੋ ਗਿਆ। ਸੋ ਜੇ ਇਹਨਾਂ ਦਾ ਕੰਪੈਰੀਜ਼ਨ ਕਰੀਏ ਤਾਂ ਜੇ ਤੁਹਾਡੀ ਸਕਿੱਲ ਅਸੈਸਮੈਂਟ ਉਹਨਾਂ ਆਕੂਪੇਸ਼ਨਸ ਦੇ ਵਿੱਚ ਹੋ ਸਕਦੀ ਹੈ, ਤੇ ਜਿਵੇਂ ਮਤਲਬ ਮੈਨੂੰ ਹੁਣ ਪਤਾ ਨਹੀਂ ਤੁਹਾਡੀ ਸਟੱਡੀ ਕੀ ਹੈ, ਕਿ ਜੇ ਤੁਸੀਂ ਸਟੱਡੀ ਬੈਚਲਰਸ ਆਫ ਇਲੈਕਟ੍ਰੋਨਿਕਸ ਐਂਡ ਟੈਲੀਕਮਿਊਨੀਕੇਸ਼ਨ ਕੀਤੀ ਆ ਜਾਂ ਇਲੈਕਟ੍ਰੀਕਲ ਕੀਤੀ ਆ, ਤੁਸੀਂ ਟਰਾਈ ਕਰੋ ਕਿ ਉਹਨਾਂ ਵਿੱਚ ਸਕਿੱਲ ਅਸੈਸਮੈਂਟ ਕਰਵਾਉਣ ਦੀ ਕੋਸ਼ਿਸ਼ ਕਰੋ। ਤੇ ਜੇ ਤੁਹਾਡੀ ਸਕਿੱਲ ਅਸੈਸਮੈਂਟ ਜਿਹੜੇ ਨॉन ਪ੍ਰੋ ਰੈਟਾ ਆਕੂਪੇਸ਼ਨ ਦੇ ਵਿੱਚ ਹੋ ਜਾਂਦੀ ਆ ਤੇ ਤੁਸੀਂ ਉਹਦੇ ਵਿੱਚ ਤੁਹਾਨੂੰ ਹਾਈ ਐਕਸਪੈਕਟੇਸ਼ਨਸ ਤੁਸੀਂ ਰੱਖ ਸਕਦੇ ਹੋ ਕਿ ਤੁਹਾਡਾ ਫੈਮਿਲੀ ਸਪਾਂਸਰਸ਼ਿਪ ਆ ਸਕਦਾ ਆ। ਬਟ ਇੰਜੀਨੀਅਰਿੰਗ ਟੈਕਨੋਲੋਜਿਸਟ ਦਾ ਮੈਂ ਇਹ ਨਹੀਂ ਕਹਿੰਦੀ ਕਿ ਆ ਨਹੀਂ ਸਕਦਾ, ਤੁਸੀਂ ਲੌਜ ਜ਼ਰੂਰ ਕਰ ਸਕਦੇ ਹੋ, ਬਟ ਵੇਟਿੰਗ ਜਿਹੜੀ ਉਹ ਜ਼ਿਆਦਾ ਲੰਬੀ ਜਿਹੜੀ ਹੋ ਸਕਦੀ, ਕਿਉਂਕਿ ਜਿਹੜੇ ਪਿਛਲੇ ਰਾਊਂਡ ਹੋਏ ਨੇ 2 ਮਹੀਨੇ ਪਹਿਲਾਂ ਉਹਦੇ ਵਿੱਚ 105 ਪੁਆਇੰਟਸ ਤੇ ਆਏ ਨੇ ਇਨਵੀਟੇਸ਼ਨਸ 491 ਫੈਮਿਲੀ ਸਪਾਂਸਰਸ਼ਿਪ ਦੇ ਲਈ, ਤਾਂ 85 ਪੁਆਇੰਟਸ ਤਾਂ ਬਹੁਤ ਘੱਟ ਨੇ ਉਹਦੇ ਕੰਪੈਰੀਟਿਵਲੀ। ਰਾਈਟ, ਹਾਂਜੀ, ਥੈਂਕ ਯੂ ਸਿੰਪਲਪ੍ਰੀਤ ਜੀ। ਤੇ ਆਪਾਂ ਬਾਕੀ ਸਾਰੇ ਕਮੈਂਟਸ ਦੇ ਆਨਸਰਸ ਜਿਹੜੇ ਆਪਾਂ ਬ੍ਰੇਕ ਤੋਂ ਬਾਅਦ ਆ ਕੇ ਦਵਾਂਗੇ। ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ। I really need some water and coffee. Okay, so ਤੁਸੀਂ ਸਾਨੂੰ ਕੰਟੀਨਿਊ ਕਰੋ ਪਲੀਜ਼। ਸਾਡਾ ਲਾਈਵ ਜਿਹੜਾ ਹੈ ਕੰਟੀਨਿਊ ਹੋਏਗਾ ਬ੍ਰੇਕ ਤੋਂ ਬਾਅਦ। ਤੁਸੀਂ ਸਾਨੂੰ ਫੇਸਬੁੱਕ ਤੇ ਸਾਡਾ ਲਾਈਵ ਦੇਖ ਸਕਦੇ ਹੋ, ਤੇ ਤੁਸੀਂ ਸਾਰੇ IPTV ਬਾਕਸਿਸ ਤੇ ਸਾਡਾ ਲਾਈਵ ਦੇਖ ਸਕਦੇ ਹੋ, ਤੇ ਤੁਸੀਂ ਪੰਜਾਬ ਦੇ ਜਿਹੜਾ ਖੁਦ ਦਾ ਐਪ ਹੈ ਉਹਦੇ ਤੇ ਵੀ ਦੇਖ ਸਕਦੇ ਹੋ, ਜੋ ਕਿ ਸਾਰੇ ਐਂਡਰੋਇਡ ਤੇ ਆਈਫੋਨਸ ਲਈ ਅਵੇਲੇਬਲ ਹੈ। ਤੇ ਪਲੀਜ਼ ਸਾਡੇ ਨਾਲ ਜੁੜੇ ਰਹੋ। ਆਪਾਂ ਬ੍ਰੇਕ ਤੋਂ ਬਾਅਦ ਜ਼ਰੂਰ ਕੰਟੀਨਿਊ ਕਰਾਂਗੇ, ਸਿੰਪਲਪ੍ਰੀਤ ਜੀ ਤੋਂ ਕੁਐਸਚਨਸ ਪੁੱਛਾਂਗੇ, ਤੇ ਜਿਹੜੇ ਕਮੈਂਟਸ ਰਹਿ ਗਏ ਆਪਾਂ ਬ੍ਰੇਕ ਤੋਂ ਬਾਅਦ ਆ ਕੇ ਉਹਨਾਂ ਦੇ ਜ਼ਰੂਰ ਆਨਸਰਸ ਦੇਵਾਂਗੇ। ਸਤਿ ਸ਼੍ਰੀ ਅਕਾਲ। ਗੇਨਰਾਈਟ ਅਕਾਊਂਟੈਂਟਸ, ਜੀ ਹਾਂ, ਗੇਨਰਾਈਟ ਅਕਾਊਂਟੈਂਟਸ ਦੇ ਗੁਰਵੀਨ ਕੌਰ ਜੀ ਤੇ ਉਹਨਾਂ ਦੀ ਟੀਮ ਦੇ ਨਾਲ ਸੰਪਰਕ ਕਰੋ, ਜੋ ਕਿ ਐਕਸਪੀਰੀਅੰਸ ਤੇ ਕੁਆਲੀਫਾਈਡ ਟੈਕਸ ਅਕਾਊਂਟੈਂਟਸ ਨੇ। ਟੈਕਸੇਸ਼ਨ ਸਰਵਿਸਿਜ਼ ਦੇ ਨਾਲ ਜੇ ਤੁਸੀਂ ਕਰਾਉਣਾ ਚਾਹੁੰਦੇ ਹੋ ਬਿਜ਼ਨਸ ਬੁੱਕਕੀਪਿੰਗ, ਬਿਜ਼ਨਸ ਪਲਾਨਸ ਐਂਡ ਪ੍ਰੋਜੈਕਸ਼ਨਸ, company payroll and trust setup, charity registrations and non-profit setups, ਤੇ ਉਸ ਦੇ ਲਈ ਕੰਟੈਕਟ ਕਰੋ ਗੇਨਰਾਈਟ ਅਕਾਊਂਟੈਂਟਸ ਨੂੰ ਤੇ ਬੁੱਕ ਕਰੋ ਕੰਸਲਟੇਸ਼ਨ, ਉਹ ਵੀ ਫ੍ਰੀ ਆਫ ਕੋਸਟ। ਇਸ ਦੇ ਨਾਲ ਗੇਨਰਾਈਟ ਅਕਾਊਂਟੈਂਟਸ ਕੰਸਲਟ ਕਰਦੇ ਨੇ ਹਿੰਦੀ, ਪੰਜਾਬੀ ਤੇ ਇੰਗਲਿਸ਼ ਲੈਂਗੁਏਜਸ ਵਿੱਚ ਵੀ। ਪਿਛਲੇ ਕਈ ਸਾਲਾਂ ਤੋਂ ਗੁਰਵੀਨ ਕੌਰ ਜੀ ਤੇ ਉਹਨਾਂ ਦੀ ਐਕਸਪੀਰੀਅੰਸ ਤੇ ਡੈਡੀਕੇਟਿਡ ਟੀਮ ਦੀ ਕੋਸ਼ਿਸ਼ ਹੈ ਕਿ ਉਹਨਾਂ ਦੇ ਕਲਾਇੰਟ ਉਹ ਸਭ ਅਚੀਵ ਕਰਨ ਜਿਨ੍ਹਾਂ ਦੇ ਉਹ ਹੱਕਦਾਰ ਹਨ। ਸੋ ਅੱਜ ਹੀ ਆਪਣੇ ਕੰਪਲੀਟ ਪੀਸ ਆਫ ਮਾਈਂਡ ਦੇ ਲਈ ਕੰਟੈਕਟ ਕਰੋ ਗੇਨਰਾਈਟਸ ਨੂੰ 0426261300 ਤੇ ਈਮੇਲ ਹੈ gurveen@gainright.com। ਐਡਰੈਸ ਹੈ 3211A Dunnan Road, Dandenong North, Victoria 3175 ਤੇ ਅੱਜ ਹੀ ਮਿਲੋ ਗੇਨਰਾਈਟ ਅਕਾਊਂਟੈਂਟਸ ਨੂੰ। ਸਿੰਘ ਹੋਲਸੇਲ ਐਂਡ ਰਿਟੇਲ ਇੰਡੀਅਨ ਗਰੋਸਰੀ ਸਟੋਰ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਸਿੰਘ ਹੋਲਸੇਲ ਐਂਡ ਰਿਟੇਲ ਤੁਹਾਡੀ ਸੇਵਾ ਵਿੱਚ ਪੇਸ਼ ਕਰਦੇ ਹਨ ਵਧੀਆ ਤੇ ਉੱਤਮ ਕੁਆਲਿਟੀ ਦੇ ਪ੍ਰੋਡਕਟਸ, ਉਹ ਵੀ ਘੱਟ ਕੀਮਤਾਂ ਤੇ। ਇਸ ਦੇ ਨਾਲ ਧਾਰਮਿਕ ਤਸਵੀਰਾਂ ਤੇ ਮੂਰਤੀਆਂ ਤੇ ਵੱਖ-ਵੱਖ ਆਕਾਰ ਦੇ ਬਣੇ ਹੋਏ ਸੋਹਣੇ ਮੰਦਰ।
ਆਪਣੀ ਬਿਹਤਰੀਨ ਕਸਟਮਰ ਸਰਵਿਸ ਦੇ ਨਾਲ-ਨਾਲ ਸਿੰਘ ਹੋਲਸੇਲ ਰਿਟੇਲ ਪੇਸ਼ ਕਰਦੇ ਨੇ ਪਿੱਤਲ ਦੇ ਬਰਤਨ ਜਿਵੇਂ ਕਿ ਪਾਣੀ ਪੀਣ ਲਈ ਜੱਗ, ਗਿਲਾਸ ਤੇ ਡੂੰਘੇ। ਇੰਡੀਆ ਦੀ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਇੰਡੀਅਨ ਟੀ ਸੈਟ ਐਂਡ ਡਿਨਰ ਸੈਟ, ਮਿੱਟੀ ਦੇ ਬਣੇ ਹਰ ਪ੍ਰਕਾਰ ਦੇ ਬਰਤਨ, ਲੂਣ ਅਤੇ ਕੋਟ ਨੇ, ਰੰਗ ਬਿਰੰਗੇ ਸੂਤ ਨਾਲ ਬੁਣੇ ਹੋਏ ਮਜ਼ਬੂਤ ਬਾਈਆਂ ਵਾਲੇ ਮੰਜੇ। ਜੇ ਤੁਸੀਂ ਮਿਸ ਕਰ ਰਹੇ ਹੋ ਤੰਦੂਰੀ ਸਵਾਦ ਤਾਂ ਅੰਦਰੋਂ ਟ੍ਰੈਡੀਸ਼ਨਲ ਤੇ ਬਾਹਰੋਂ ਸਟੀਲ ਨਾਲ ਬਣੇ ਲੌਂਗ ਟਰਮ ਲਈ ਚੱਲਣ ਵਾਲੇ ਤੰਦੂਰ। ਹੋਮਵੇਅਰ ਆਈਟਮਸ ਵਿੱਚ ਉੱਤਮ ਕੁਆਲਿਟੀਜ਼ ਤੇ ਡਿਜ਼ਾਈਨ ਦੀਆਂ ਚਾਦਰਾਂ, ਕਲਰਫੁਲ ਬਲੈਂਕੇਟਸ, ਇੰਡੀਅਨ ਬ੍ਰਾਂਡਡ ਸੂਟਕੇਸ, ਮੁਟਿਆਰਾਂ ਦੀ ਆਕਰਸ਼ਕ ਜੁਐਲਰੀ ਜਿਵੇਂ ਕਿ ਰੰਗ ਬਿਰੰਗੀਆਂ ਚੂੜੀਆਂ, ਗਜਰੇ ਤੇ ਹੋਰ ਵੀ ਮੇਕਅਪ ਦਾ ਸਮਾਨ, ਸੋਹਣੀਆਂ ਤੇ ਕਲਰਫੁਲ ਪੰਜਾਬੀ ਜੁੱਤੀਆਂ ਤੇ ਇਸ ਦੇ ਨਾਲ ਰਿਲੈਕਸਰਸ ਦੀਆਂ ਚੱਪਲਾਂ, ਪੂਜਾ ਥਾਲ, ਜਾਗੋ ਦਾ ਸਮਾਨ, ਛੱਜ ਤੇ ਹੋਰ ਵੀ ਸ਼ਗਨਾਂ ਦੇ ਸਮਾਨ ਦੇ ਲਈ ਤੁਸੀਂ ਕੰਟੈਕਟ ਕਰ ਸਕਦੇ ਹੋ ਸਿੰਘ ਹੋਲਸੇਲ ਤੇ ਰਿਟੇਲਸ ਨੂੰ। ਇਸ ਤੋਂ ਇਲਾਵਾ ਫਰੋਜ਼ਨ ਆਈਟਮਸ, ਮਸਾਲੇ, ਦਾਲਾਂ ਤੇ ਹੋਰ ਵੀ ਕਈ ਤਰ੍ਹਾਂ ਦੇ ਪ੍ਰੋਡਕਟਸ ਦੇ ਲਈ ਅੱਜ ਹੀ ਵਿਜ਼ਿਟ ਕਰੋ ਸਿੰਘ ਹੋਲਸੇਲ ਐਂਡ ਰਿਟੇਲ। ਐਡਰੈਸ ਹੈ ਜੀ 1/58 ਗ੍ਰੀਨਸ ਰੋਡ, ਡੈਂਡੀਨੋਂਗ। ਫੋਨ ਨੰਬਰ ਹੈ 0387539993। ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਐਂਡ ਵੈਲਕਮ ਬੈਕ। ਅੱਜ ਆਪਾਂ ਸਿੰਪਲਪ੍ਰੀਤ ਕੌਰ ਜੀ ਨਾਲ ਗੱਲ ਕਰ ਰਹੇ ਹਾਂ ਤੇ ਆਪਾਂ ਜਾਣ ਤੋਂ ਪਹਿਲੇ ਕਮੈਂਟਸ ਵਿੱਚ ਛੱਡਤੇ ਸੀਗੇ, ਆਪਾਂ ਕਮੈਂਟਸ ਤੋਂ ਹੀ ਫਟਾਫਟ ਕੈਚ ਅਪ ਕਰ ਲਈਏ। ਕਮੈਂਟ ਜ਼ਿਆਦਾ ਜ਼ਰੂਰੀ ਨੇ। ਹਾਂਜੀ ਹਾਂਜੀ, ਪੀਪਲ ਮੋਰ ਇੰਪੋਰਟੈਂਟ, ਉਹਨਾਂ ਨੂੰ ਹੀ ਤਾਂ ਆਪਾਂ ਇਨਫੋਰਮੇਸ਼ਨ ਪਹੁੰਚਾਣੀ ਹੈ ਸਾਰੀ। ਤੇ ਸਾਨੂੰ ਰੂਪ ਪੁੱਛ ਰਹੇ ਨੇ ਕਿ ਉਹਨਾਂ ਨੇ ਤਾਂ ਕਿਸੇ ਹੋਰ ਨੂੰ ਟੈਗ ਕੀਤਾ। ਚਲੋ ਥੈਂਕ ਯੂ ਸੋ ਮਚ ਰੂਪ। ਤੇ ਨਿਖਿਲ ਪੁੱਛ ਰਹੇ ਨੇ ਕੈਨ ਆਈ ਐਕਸਪੈਕਟ ਐਨ ਇਨਵੀਟੇਸ਼ਨ ਫਰਮ ਵਿਕਟੋਰੀਆ। ਮੇਬੀ ਉਹਨਾਂ ਨੇ ਫਾਈਲ ਪਾਈ ਹੋਏਗੀ ਤੇ ਉਹ ਵੇਟ ਕਰ ਰਹੇ ਨੇ ਇਨਵੀਟੇਸ਼ਨ ਦੀ। ਨਿਖਿਲ ਐਕਚੁਅਲੀ ਵਿਕਟੋਰੀਆ ਤੇ ਬਾਕੀ ਹੋਰ ਸਾਰੇ ਸਟੇਟਸ ਜਿਹੜੇ ਨੇ ਇਸ ਜੋ ਪਿਛਲਾ ਫਾਈਨੈਂਸ਼ੀਅਲ ਈਅਰ ਆ ਉਹਦੇ ਲਈ ਕਲੋਜ਼ ਹੋ ਚੁੱਕੇ ਸੀਗੇ ਐਂਡ ਜਿਹੜਾ ਤੁਸੀਂ ਇਨਵੀਟੇਸ਼ਨ ਐਕਸਪੈਕਟ ਕਰ ਸਕਦੇ ਹੋ ਮੇਬੀ ਅਕਤੂਬਰ ਤੋਂ ਬਾਅਦ ਹੀ, ਕਿਉਂਕਿ ਉਹਨਾਂ ਨੇ ਹਾਲੇ ਆਕੂਪੇਸ਼ਨ ਸੀਲਿੰਗਸ ਜਿਹੜੀਆਂ ਉਹ ਡਿਸਾਈਡ ਨਹੀਂ ਹੋਈਆਂ ਹੈਗੀਆਂ ਕਿ ਕਿਹੜੇ ਆਕੂਪੇਸ਼ਨ ਉਹਨਾਂ ਨੇ ਕਿੰਨੀਆਂ ਪਲੇਸਿਸ ਦੇਣੀਆਂ ਨੇ। ਹੋ ਸਕਦਾ ਕਿ ਇਸ ਤੋਂ ਪਹਿਲਾਂ ਵੀ ਵਿਕਟੋਰੀਆ ਜਿਹੜਾ ਆ ਓਪਨ ਹੋ ਜਾਏ, ਬਟ ਮਤਲਬ ਜੋ ਉਹਨਾਂ ਦੇ ਅਪਡੇਟ ਆਇਆ ਅੱਜ ਕਿ ਹਾਂ ਕਿ ਅਕਤੂਬਰ ਦੇ ਵਿੱਚ ਹੀ ਬਜਟ ਜਿਹੜਾ ਹੈ ਉਹ ਡਿਸਾਈਡ ਹੋਣਾ ਹੈ, ਤਾਂ ਫਿਰ ਉਸ ਤੋਂ ਬਾਅਦ ਹੀ ਤੁਸੀਂ ਐਕਸਪੈਕਟ ਕਰ ਸਕਦੇ ਹੋ। ਓਕੇ ਜੀ, ਚਲੋ। ਤੇ ਸਾਨੂੰ ਕ੍ਰਿਸ਼ਨਨ ਪੁੱਛ ਰਹੇ ਨੇ ਕਿ ਐਨੀ ਅਪਡੇਟਸ ਰਿਗਾਰਡਿੰਗ 189 ਵੀਜ਼ਾ। ਅੱਜ ਰਾਤ ਨੂੰ ਹੀ ਪਤਾ ਚੱਲੂਗਾ। ਅੱਜ ਰਾਤ ਨੂੰ ਹੀ ਪਤਾ ਚੱਲੂ। ਆਣੀਆਂ ਨੇ ਇਨਵੀਟੇਸ਼ਨ ਰਾਉਂਡ ਜਿਹੜਾ ਹੈ ਅੱਜ ਰਾਤ ਨੂੰ ਆ ਤੇ ਕੱਲ ਜ਼ਰੂਰ ਤੁਹਾਨੂੰ ਅਪਡੇਟ ਦਵਾਂਗੇ ਕਿ ਹਾਂ ਕਿ ਕਿਹੜੇ ਮਤਲਬ ਕਿਹੜੇ ਆਕੂਪੇਸ਼ਨ ਦੇ ਵਿੱਚ ਜ਼ਿਆਦਾ ਇਨਵੀਟੇਸ਼ਨਸ ਆਏ ਨੇ ਜੀ। ਤੇ ਸਾਨੂੰ ਗੁਰਮੀਤ ਸਿੰਘ ਜੀ ਬੋਲ ਰਹੇ ਨੇ ਗੁੱਡ ਵਰਕ ਪੰਜਾਬ ਟੀਵੀ ਆਸਟ੍ਰੇਲੀਆ। ਥੈਂਕ ਯੂ ਸੋ ਮਚ ਗੁਰਮੀਤ ਜੀ। ਤੇ ਉਹਦਾ ਜਿਹੜਾ ਇਹ ਕਮੈਂਟ ਜਿਹੜੇ ਡਿਜ਼ਰਵ ਕਰਦੇ ਨੇ ਉਹ ਸਿੰਪਲਪ੍ਰੀਤ ਕੌਰ ਜੀ ਡਿਜ਼ਰਵ ਕਰਦੇ ਨੇ। ਥੈਂਕ ਯੂ ਸੋ ਮਚ। ਕਿਉਂਕਿ ਮੈਂ ਤਾਂ ਸੇਮ ਚੀਜ਼ ਆ, ਬਸ ਕੁਐਸਚਨ ਪੁੱਛ ਕੇ ਡਿਜ਼ਰਵ ਕਰਦੇ ਹੋ ਨਾ, ਬਸ ਕੁਐਸਚਨਸ ਪੁੱਛ ਕੇ ਤੰਗ ਕਰਨਾ ਹੁੰਦਾ। ਮੈਂ ਤਾਂ ਵਧੀਆ ਇਨਫੋਰਮੇਸ਼ਨ ਦੇਣੀ, ਉਹ ਸਾਡੇ ਜਿਹੜੇ ਆਏ ਹੁੰਦੇ ਨੇ ਗੈਸਟ ਉਹਨਾਂ ਤੇ ਡਿਪੈਂਡ ਕਰਦਾ। ਤੇ ਨਵਗਿਲ ਜੀ ਬੋਲ ਰਹੇ ਨੇ ਸਟੂਡੈਂਟ ਡਿਪੈਂਡੈਂਟ ਆ ਜੀ। ਉਹਨਾਂ ਨੇ ਸਾਨੂੰ ਪਹਿਲਾਂ ਪੁੱਛਿਆ ਸੀ ਕਿ ਉਹਨਾਂ ਨੇ ਹਾਂਜੀ ਜਿਹੜਾ ਸਪਾਊਸ ਵੀਜ਼ਾ ਵਾਲਾ ਪੁੱਛਿਆ ਸੀਗਾ। ਹਾਂਜੀ ਸਟੂਡੈਂਟ ਡਿਪੈਂਡੈਂਟ ਦਾ ਵੀ ਸੇਮ ਹੀ ਆ ਨਵ, ਕਿ ਜੇ ਤੁਹਾਡੇ ਪਾਰਟਨਰ ਆਫਸ਼ੋਰ ਨੇ ਆਏ ਹੋਪ ਤੇ ਉਹ ਜਦੋਂ ਟਰੈਵਲ ਬੈਨ ਖੁੱਲੂਗਾ ਉਦੋਂ ਹੀ ਤੁਹਾਡੀ ਜਿਹੜੀ ਫਾਈਲ ਆ ਕੰਸੀਡਰ ਹੋਊਗੀ, ਉਦੋਂ ਤੱਕ ਤਾਂ ਫਾਈਲ ਤੁਹਾਨੂੰ ਵੇਟ ਹੀ ਕਰਨੀ ਹੋਊਗੀ। ਹਾਂਜੀ। ਤੇ ਦਿਵੇਦੀ ਜੀ ਸਾਨੂੰ ਪੁੱਛ ਰਹੇ ਨੇ ਐਨੀ ਚਾਂਸਸ ਆਫ PR points for accounting below 100? ਓਕੇ ਸੀ ਅਕਾਊਂਟਿੰਗ ਦਾ ਬੇਸਿਕਲੀ ਇਹ ਕਿ ਇਸ ਟਾਈਮ ਤੇ ਤਾਂ 95-100 ਪੁਆਇੰਟਸ ਹੀ ਚੱਲ ਰਹੇ ਸੀਗੇ ਕਿ ਮਤਲਬ ਉਹਦੇ ਤੇ ਵੀ 1 ਸਾਲ ਦਾ ਵੇਟਿੰਗ ਪੀਰੀਅਡ ਆ 95 ਪੁਆਇੰਟਸ ਤੇ ਉਸ ਤੋਂ ਨੀਚੇ ਤਾਂ ਤੁਸੀਂ ਐਕਸਪੈਕਟ ਨਹੀਂ ਕਰ ਸਕਦੇ ਬਿਕਾਜ਼ 2-3 ਮਹੀਨੇ ਤੋਂ ਤਾਂ ਰਾਉਂਡ ਹੀ ਨਹੀਂ ਹੋਇਆ, ਮਤਲਬ ਅਕਾਊਂਟੈਂਟਸ ਨੂੰ ਤਾਂ ਇਨਵੀਟੇਸ਼ਨ ਹੀ ਨਹੀਂ ਆਏ। ਸੋ ਆਈ ਵੁੱਡ ਸੇ ਕਿ ਠੀਕ ਹੈ ਜੇ ਤੁਹਾਡੇ ਪੁਆਇੰਟਸ ਹਾਈਐਸਟ ਹੈਗੇ ਨੇ ਉਹ ਵੀ ਰੱਖੋ, ਬਟ ਤੁਸੀਂ ਆਲਟਰਨੇਟਿਵ ਆਪਸ਼ਨਸ ਵੀ ਦੇਖੋ ਕਿ ਹਾਂ ਸਟੇਟਸ ਜਿਹੜੇ ਨੇ ਉਹ ਕੀ ਤੁਹਾਨੂੰ ਐਡੀਸ਼ਨਲ ਰਿਕੁਆਇਰਮੈਂਟਸ ਮੰਗ ਰਹੇ ਨੇ ਤੁਹਾਡੇ ਕੋਲੋਂ, ਤੇ ਤੁਸੀਂ ਉਹ ਰਿਕੁਆਇਰਮੈਂਟਸ ਪੂਰੀਆਂ ਕਰਨ ਦੀ ਕੋਸ਼ਿਸ਼ ਕਰੋ। ਤੇ ਆਈ ਗੈਸ ਕਿ ਹਾਂ ਤੁਸੀਂ ਐਟਲੀਸਟ 190 ਨਹੀਂ ਤਾਂ 491 ਵੀਜ਼ਾ ਤੇ ਲੈ ਹੀ ਪਾਓਗੇ, ਪਾ ਸਕਦੇ ਹੋ, ਬਟ ਮੇਕ ਸ਼ੋਰ ਯੂ ਹੈਵ 95 to 100 ਪੁਆਇੰਟਸ ਮਿਨੀਮਮ। ਹਾਂਜੀ ਓਕੇ। ਤੇ ਜਗਦੀਪ ਸਾਨੂੰ ਪੁੱਛ ਰਹੇ ਨੇ ਹਾਈ ਮੈਮ ਆਈ ਵਾਂਟ ਟੂ ਅਪਲਾਈ ਫॉर 491 ਕੈਨ ਆਈ ਅਪਲਾਈ, ਮਾਈ ਪੁਆਇੰਟਸ ਆਰ 80 ਪਰ
ਤੁਹਾਡਾ ਆਕੂਪੇਸ਼ਨ ਨਹੀਂ ਪਤਾ ਜੀ ਕੀ ਹੈ, ਬਟ ਹਾਂਜੀ ਜੇ ਤੁਹਾਡੇ 80 ਪੁਆਇੰਟਸ ਨੇ ਤੁਸੀਂ ਅਪਲਾਈ ਕਰ ਸਕਦੇ ਹੋ, ਕਿਉਂਕਿ ਮਿਨੀਮਮ ਐਲੀਜੀਬਿਲਿਟੀ ਕ੍ਰਾਈਟੇਰੀਆ ਕੀ ਹੈ 65 ਪੁਆਇੰਟਸ, ਮਤਲਬ ਜੇ ਤੁਹਾਡੇ 491 ਦੇ ਲਈ 50 ਪੁਆਇੰਟਸ ਤੁਹਾਨੂੰ ਆਪਣੇ ਆਪ ਚਾਹੀਦੇ ਨੇ ਐਂਡ 15 ਪੁਆਇੰਟ ਤੁਹਾਨੂੰ ਸਟੇਟ ਦਿੰਦਾ ਆ, ਜਾਂ ਜੇ ਤੁਸੀਂ ਫੈਮਿਲੀ ਸਪਾਂਸਰਸ਼ਿਪ ਦੇ ਲਈ ਵੀ ਅਪਲਾਈ ਕਰ ਰਹੇ ਹੋ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। ਬਟ ਹਾਂਜੀ 80 ਪੁਆਇੰਟਸ ਤੇ ਤੁਹਾਡੇ ਆਕੂਪੇਸ਼ਨ ਤੇ ਡਿਪੈਂਡ ਕਰਦਾ ਆ ਕਿ ਕੀ ਆਕੂਪੇਸ਼ਨ ਆ, ਐਂਡ ਸਟੇਟ ਲਈ ਅਪਲਾਈ ਕਰ ਰਹੇ ਹੋ ਜਾਂ ਫੈਮਿਲੀ ਸਪਾਂਸਰਸ਼ਿਪ ਦੇ ਲਈ, ਉਹਦੇ ਅਕੋਰਡਿੰਗਲੀ ਹੀ ਤੁਹਾਨੂੰ ਜਿਹੜਾ ਆ ਇਨਵੀਟੇਸ਼ਨ ਆਊਗਾ। ਬਟ ਹਾਂਜੀ ਅਪਲਾਈ ਤਾਂ ਕਰ ਸਕਦੇ ਹੋ। ਤੇ ਸ਼ੁਭਮ ਚੌਧਰੀ ਵੀ ਸਾਨੂੰ ਪੁੱਛ ਰਹੇ ਨੇ 189 ਵੀਜ਼ਾ ਦੇ ਅਪਡੇਟਸ। ਉਹਨਾਂ ਦੇ ਅਪਡੇਟਸ ਜਿਵੇਂ ਸਿੰਪਲਪ੍ਰੀਤ ਨੇ ਸਾਨੂੰ ਪਹਿਲਾਂ ਦੱਸਿਆ ਕਿ ਅੱਜ ਰਾਤ ਨੂੰ ਆਉਣਗੀਆਂ। ਹਾਂਜੀ ਡੋਂਟ ਵਰੀ, ਤੁਸੀਂ ਸਿੰਪਲਪ੍ਰੀਤ ਨੂੰ ਜਾ ਕੇ ਪੁੱਛ ਸਕਦੇ ਹੋ ਜਾਂ ਸਿੰਪਲਪ੍ਰੀਤ ਨੂੰ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ ਅਪਡੇਟਸ ਬਾਰੇ, ਕਿਉਂਕਿ ਸਾਡਾ ਸ਼ੋਅ ਐਵਰੀ ਫਰਾਈਡੇ ਹੁੰਦਾ ਤੇ ਤੁਸੀਂ ਇਹਨਾਂ ਨੂੰ ਕਾਲ ਕਰਕੇ ਪੁੱਛ ਸਕਦੇ ਹੋ। ਇਹਨਾਂ ਦੇ ਫੋਨ ਨੰਬਰ ਤੇ ਮੈਂ ਤੁਹਾਨੂੰ ਹੁਣੇ ਦੇ ਦਿੰਦੀ ਆ 0414020215। ਤੁਸੀਂ ਇਹਨਾਂ ਨੂੰ ਜ਼ਰੂਰ ਮੈਸੇਜ ਕਰਕੇ, ਟੈਕਸਟ ਕਰਕੇ ਜਾਂ ਕਾਲ ਕਰਕੇ ਤੁਸੀਂ ਡਿਊਰਿੰਗ ਆਫਿਸ ਆਵਰਸ ਇਹਨਾਂ ਨੂੰ ਪੁੱਛ ਸਕਦੇ ਹੋ ਕਿ ਵਾਟਸ ਦਾ ਅਪਡੇਟ, ਕਿਉਂਕਿ ਅੱਜ ਰਾਤ ਨੂੰ ਆਏਗੀ। ਤੇ ਸਾਨੂੰ ਅਮਰਿਤ ਸਿੰਘ ਬੋਲ ਰਹੇ ਨੇ ਗੁੱਡ ਜੌਬ ਪੰਜਾਬ ਟੀਵੀ ਐਂਡ ਔਜ਼ਿਸ ਗਰੁੱਪ। ਥੈਂਕ ਯੂ ਸੋ ਮਚ ਅਮਰਿਤ ਜੀ। ਇਹ ਮੇਰੇ ਕਲਾਇੰਟ ਤਾਂ ਨਹੀਂ ਕਿਤੇ, ਕਿਉਂਕਿ ਮੇਰੇ ਬਹੁਤ ਸਾਰੇ ਕਲਾਇੰਟਸ ਦਾ ਨਾਮ ਅਮਰਿਤਪਾਲ ਹੈ। ਅੱਛਾ ਜੀ। ਤੇ ਦੇਖੋ ਸਾਡੇ ਕੋਲ ਇੱਕ ਹੋਰ ਅਮਰਿਤ ਹੈ। ਹਾਂ, ਨੈਕਸਟ ਅਮਰਿਤ ਇਜ਼ ਲਾਈਕ hey there any case finalized for subclass 189 again same question same answer। ਮੇਬੀ ਇੱਥੇ ਉਹਨਾਂ ਨੇ ਇਹ ਕਹਿ ਰਹੇ ਨੇ ਸ਼ਾਇਦ ਕਿ 189 ਦਾ ਵੀਜ਼ਾ ਫਾਈਨਲਾਈਜ਼ ਹੋਏ ਕਿ ਨਹੀਂ। ਹਾਲੇ ਵੀਜ਼ਾਸ ਵੀ ਫਾਈਨਲਾਈਜ਼ ਨਹੀਂ ਹੋ ਰਹੇ ਜਿਨ੍ਹਾਂ ਨੇ ਆਲਰੇਡੀ ਲਾਂਚ ਕੀਤੇ ਨੇ। ਬਹੁਤ ਹੀ ਮਤਲਬ ਘੱਟ ਨੰਬਰ ਆ ਜਿਹੜੇ ਵੀਜ਼ਾ ਗ੍ਰਾਂਟ ਹੋ ਰਹੇ ਨੇ, ਕਿਉਂਕਿ ਮੇਬੀ ਇੱਕ ਰੀਜ਼ਨ ਆ ਕਿ ਹਾਂ ਕਿ ਜੇ ਉਹ ਤੁਹਾਡਾ ਵੀਜ਼ਾ ਗ੍ਰਾਂਟ ਕਰ ਦੇਣਗੇ ਤਾਂ ਤੁਸੀਂ ਆਫ ਕੋਰਸ ਸੈਂਟਰਲ ਲਿੰਕ ਗਵਰਨਮੈਂਟ ਤੇ ਸਟਾਰਟ ਹੋ ਜਾਏਗਾ। ਹਾਂ, ਗਵਰਨਮੈਂਟ ਤੇ ਆਲਰੇਡੀ ਬਹੁਤ ਸਾਰਾ ਪ੍ਰੈਸ਼ਰ ਹੈ। ਹਾਂਜੀ, ਤੇ ਇਸ ਕਰਕੇ ਮੇਬੀ ਉਹਨਾਂ ਨੇ ਹਾਲੇ ਵੀਜ਼ਾਸ ਜਿਹੜੇ ਨੇ ਹੋਲਡ ਤੇ ਰੱਖੇ ਹੋਏ ਨੇ। ਐਂਡ ਆਲਸੋ ਮੇਬੀ ਇਹ ਇੱਕ ਰੀਜ਼ਨ ਵੀ ਨਹੀਂ ਆ, ਹੋਰ ਵੀ ਰੀਜ਼ਨ ਜਿੱਦਾਂ ਉਹਨਾਂ ਕੋਲੇ ਓਬਵੀਅਸਲੀ ਵਰਕ ਬਹੁਤ ਜ਼ਿਆਦਾ ਹੋ ਸਕਦਾ ਇਸ ਟਾਈਮ ਤੇ, ਕਿਉਂਕਿ ਬਹੁਤ ਸਾਰੀਆਂ ਫਾਈਲਸ ਜਿਹੜੀਆਂ ਨੇ ਹੋਲਡ ਤੇ ਚਲੀਆਂ ਗਈਆਂ ਨੇ ਮੈਡੀਕਲ ਜਿਹੜੇ ਐਗਜ਼ਾਮੀਨੇਸ਼ਨਸ ਨੇ ਉਹਨਾਂ ਦੇ ਡਿਲੇ ਕਰਕੇ ਜਾਂ ਟਰੈਵਲ ਬੈਨ ਦੇ ਡਿਲੇ ਕਰਕੇ, ਤਾਂ ਮੇਬੀ ਉਹਨਾਂ ਕੋਲ ਵਰਕ ਵੀ ਕਾਫੀ ਪਾਈਲਡ ਅਪ ਹੋ ਗਿਆ ਹੋਊਗਾ। ਐਂਡ ਹਾਂਜੀ ਇੱਕ ਹੋਰ ਰੀਜ਼ਨ ਤਾਂ ਹੈ ਹੀ ਹੈ ਕਿ ਹਾਂ ਕਿ ਸ਼ਾਇਦ ਤੁਹਾਡੀ PR ਇਸੇ ਕਰਕੇ ਡਿਲੇ ਕੀਤੀ ਕਿ ਤੁਸੀਂ ਗਵਰਨਮੈਂਟ ਤੇ ਡਿਪੈਂਡੈਂਟ ਨਾ ਹੋ ਜਾਓ। ਤਾਂ ਬਸ ਤੁਸੀਂ ਵੇਟ ਕਰੋ ਤਾਂ PR ਆਈ ਜਾਣੀ ਹੈ ਜੀ। ਤੇ ਬਾਕੀ ਕਮੈਂਟਸ ਦੇ ਆਨਸਰਸ ਆਪਾਂ ਥੋੜੀ ਦੇਰ ਦੇ ਵਿੱਚ ਦਵਾਂਗੇ, ਕਿਉਂਕਿ ਜਿਹੜਾ ਨਹੀਂ ਤਾਂ ਸਾਡਾ ਮੇਨ ਜਿਹੜਾ ਟੌਪਿਕ ਹੈ ਆਪਾਂ ਆਫ ਟੌਪਿਕ ਚਲੇ ਜਾਵਾਂਗੇ ਤੇ ਉਹ ਵਿੱਚ ਹੀ ਰਹਿ ਜਾਏਗਾ। ਤੇ ਗੈਟਿੰਗ ਬੈਕ ਟੂ ਸਕਿਲਡ ਏਮਪਲੋਇਮੈਂਟ ਅਸੈਸਮੈਂਟ, ਮੈਂ ਤੁਹਾਨੂੰ ਇਹ ਪੁੱਛਣਾ ਸੀ ਕਿ ਜਿਹੜੇ ਡਾਕੂਮੈਂਟਸ ਹੈ, ਕੋਈ ਇਦਾਂ ਦੇ ਫਿਊ ਡਾਕੂਮੈਂਟਸ ਜਾਂ ਕੋਈ ਇਦਾਂ ਦਾ ਇੱਕ ਕੋਈ ਡਾਕੂਮੈਂਟ ਜਿਹੜਾ ਕਿ ਜਦੋਂ ਫਾਈਲ ਤਿਆਰ ਕਰਦੇ ਨੇ ਸਾਰੇ ਸਕਿਲਡ ਏਮਪਲੋਇਮੈਂਟ ਲਈ, ਤੇ ਕੋਈ ਇਦਾਂ ਦਾ ਡਾਕੂਮੈਂਟ ਕਿ ਜਿਹੜਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜਿਹਨੂੰ ਆਪਾਂ ਇਗਨੋਰ ਹੀ ਨਹੀਂ ਕਰ ਸਕਦੇ, ਇਦਾਂ ਦੇ ਕਿਹੜੇ ਡਾਕੂਮੈਂਟਸ ਤੁਹਾਨੂੰ ਲੱਗਦਾ ਕਿ ਹੁੰਦੇ ਨੇ? ਓਕੇ, ਹੁਣ ਇੱਥੇ ਮੈਂ ਇੱਕ ਚੀਜ਼ ਹੋਰ ਵੀ ਦੱਸਣਾ ਚਾਹੂੰਗੀ ਡਾਕੂਮੈਂਟਸ ਤੋਂ ਪਹਿਲਾਂ, ਕਿ ਜਿਹੜੀ ਸਕਿਲਡ ਏਮਪਲੋਇਮੈਂਟ ਅਸੈਸਮੈਂਟ ਆ ਇਹ ਸਿਰਫ ਕੁਆਲੀਫਿਕੇਸ਼ਨ ਦੀ ਅਸੈਸਮੈਂਟ ਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ, ਪਰ ਜਿਹੜੀ ਕੁਆਲੀਫਿਕੇਸ਼ਨ ਅਸੈਸਮੈਂਟ ਆ ਉਹ ਅਲੱਗ ਆ। ਮਤਲਬ ਤੁਹਾਨੂੰ PR ਅਪਲਾਈ ਕਰਨ ਤੋਂ ਪਹਿਲਾਂ ਕੁਆਲੀਫਿਕੇਸ਼ਨ ਅਸੈਸਮੈਂਟ ਕਰਵਾਉਣੀ ਇਜ਼ ਮੈਂਡੇਟਰੀ। ਹੁਣ ਜਿਹੜੀ ਸਕਿਲਡ ਏਮਪਲੋਇਮੈਂਟ ਅਸੈਸਮੈਂਟ ਤੁਸੀਂ ਕਰਵਾਉਂਦੇ ਹੋ ਆਪਣੀ ਡਿਊਟੀਜ਼ ਚੈੱਕ ਕਰਨ ਦੇ ਲਈ ਕਰਵਾਉਂਦੇ ਹੋ ਕਿ ਤੁਸੀਂ ਉਸ ਲੈਵਲ ਤੇ ਡਿਊਟੀਜ਼ ਜਿਹੜੀਆਂ ਨੇ ਪਰਫਾਰਮ ਕੀਤੀਆਂ ਨੇ, ਜਾਂ ਮਤਲਬ ਸਕਿਲ ਅਸੈਸਮੈਂਟ ਅਥਾਰਟੀ ਤੁਹਾਡੀ ਡਿਊਟੀਜ਼ ਕੰਸੀਡਰ ਕਰ ਰਹੀ। ਤੇ ਹਾਂਜੀ ਇਮੀਗ੍ਰੇਸ਼ਨ ਵੀ ਫਿਰ ਮਤਲਬ ਤੁਹਾਨੂੰ ਪਤਾ ਲੱਗ ਜਾਂਦਾ ਕਿ ਹਾਂ ਕਿ ਤੁਹਾਡੀਆਂ ਡਿਊਟੀਜ਼ ਉਸ ਲੈਵਲ ਤੇ ਸੀਗੀਆਂ ਤੇ ਤੁਸੀਂ ਉਸ ਚੀਜ਼ ਦੇ ਪੁਆਇੰਟਸ ਕਲੇਮ ਕਰ ਸਕਦੇ ਹੋ। ਜੇ ਹੁਣ ਡਾਕੂਮੈਂਟਸ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਤੇ ਉਹ ਡਿਊਟੀਜ਼ ਨੂੰ ਹੀ ਮਤਲਬ ਤੁਸੀਂ ਪ੍ਰੂਵ ਕਰਨ ਦੇ ਲਈ ਜਿਹੜੇ ਸਪੋਰਟਿੰਗ ਐਵੀਡੈਂਸ ਦਿੰਦੇ ਹੋ। ਸਪੋਰਟਿੰਗ ਐਵੀਡੈਂਸ ਕੀ ਹੋ ਸਕਦੇ ਨੇ? ਇੱਕ ਤਾਂ ਤੁਹਾਨੂੰ ਵਰਕ ਰੈਫਰੈਂਸ ਲੈਟਰ ਉਹ ਵਰਕ ਐਕਸਪੀਰੀਅੰਸ ਲੈਟਰ ਜਿਹੜਾ ਉਹ ਚਾਹੀਦਾ ਆ ਆਪਣੇ EMPLOYER ਤੋਂ, ਜਿਹਦੇ ਉੱਤੇ ਮਤਲਬ ਉਹਦਾ ਆਸਟ੍ਰੇਲੀਆ ਦੇ ਲਈ ਇੱਕ ਪਾਰਟਿਕੂਲਰ ਫਾਰਮੈਟ ਯੂਜ਼ ਹੁੰਦਾ ਸਾਰੇ ਸਕਿਲ ਅਸੈਸਮੈਂਟ ਅਥਾਰਟੀਜ਼ ਵੱਲੋਂ, ਕਿ ਤੁਸੀਂ ਉਹਦੇ ਤੇ ਇਹ ਦੱਸਣਾ ਕਿ ਹਾਂ ਕਿ ਤੁਹਾਡੇ EMPLOYER ਨੇ ਲਿਖਣਾ ਕਿ ਤੁਸੀਂ ਕਦੋਂ ਤੋਂ ਲੈ ਕੇ ਕਦੋਂ ਤੱਕ ਉਹਨਾਂ ਦੇ ਨਾਲ ਕੰਮ ਕੀਤਾ ਆ, ਐਗਜ਼ੈਕਟ ਡੇਟਸ ਹੋਣੀਆਂ ਚਾਹੀਦੀਆਂ ਨੇ ਉਹਦੇ ਉੱਪਰ। ਫਿਰ ਵਰਕਿੰਗ ਆਵਰਸ ਐਗਜ਼ੈਕਟਲੀ ਦੱਸੇ ਹੋਣੇ ਚਾਹੀਦੇ ਨੇ ਕਿ ਪਾਰਟ ਟਾਈਮ ਕੰਮ ਕੀਤਾ ਆ ਜਾਂ ਫੁੱਲ ਟਾਈਮ ਕੰਮ ਕੀਤਾ ਆ। ਫਿਰ ਕਿਸ ਆਕੂਪੇਸ਼ਨ ਦੇ ਵਿੱਚ, ਜਿਹੜਾ ਆਕੂਪੇਸ਼ਨ ਦਾ ਨਾਮ ਆ ਉਹ ਜ਼ਰੂਰ ਲਿਖਿਆ ਹੋਣਾ ਚਾਹੀਦਾ ਕਿ ਤੁਸੀਂ ਮਤਲਬ ਕਿਸ ਆਕੂਪੇਸ਼ਨ ਦੇ ਉੱਤੇ ਕੰਮ ਕੀਤਾ ਆ। ਫਿਰ ਥੱਲੇ ਤੁਸੀਂ ਜਿਹੜਾ ਕਿਸੇ ਆਥੋਰਾਈਜ਼ਡ ਪਰਸਨ ਤੋਂ ਤੁਹਾਡਾ ਜਿਹੜਾ ਡਾਕੂਮੈਂਟ ਆ ਉਹ ਵਰਕ ਐਕਸਪੀਰੀਅੰਸ ਲੈਟਰ ਜਾਂ ਰੈਫਰੈਂਸ ਲੈਟਰ ਉਹ ਸਾਈਨਡ ਹੋਣਾ ਚਾਹੀਦਾ। ਮਤਲਬ ਤੁਸੀਂ ਮੇਕ ਸ਼ੋਰ ਕਰਨਾ ਕਿ ਹਾਂ ਕਿ ਉਹ ਕਿਸੇ ਸੀਨੀਅਰ ਆਥੋਰਾਈਜ਼ਡ ਪਰਸਨ ਤੋਂ ਹੀ ਸਾਈਨਡ ਹੋਵੇ। ਇਹ ਨਹੀਂ ਕਿ ਹਾਂ ਕਿ ਜਿਹੜੇ ਤੁਹਾਡੇ ਲੈਵਲ ਤੇ ਕਲੀਗ ਕੰਮ ਕਰ ਰਹੇ ਸੀ ਉਹ ਸਾਈਨ ਕਰਨ, ਜਾਂ ਹੈ ਨਾ ਉਹ ਇਹ ਚੀਜ਼ਾਂ ਦਾ ਖਿਆਲ ਰੱਖਣਾ ਕਿ ਕਿਸੇ ਆਥੋਰਾਈਜ਼ਡ ਪਰਸਨ ਤੋਂ ਹੀ ਸਾਈਨ ਹੋਣਾ ਚਾਹੀਦਾ ਉਹ ਡਾਕੂਮੈਂਟ। ਐਂਡ ਆਲਸੋ ਉਹਦੇ ਤੋਂ ਬਾਅਦ ਸਿਰਫ ਇਹ ਨਹੀਂ ਕਿ ਵਰਕ ਐਕਸਪੀਰੀਅੰਸ ਲੈਟਰ ਹੀ ਦੇਣਾ ਆ ਜੀ।
ਮਤਲਬ ਉਹਦੇ ਨਾਲ ਤੁਸੀਂ ਸਪੋਰਟਿੰਗ ਐਵੀਡੈਂਸ ਲਾਣੇ ਨੇ, ਪੇ ਸਲਿਪਸ ਹੋ ਗਏ, ਬੈਂਕ ਸਟੇਟਮੈਂਟ ਹੋ ਗਏ, ਜਿੱਦਾਂ ਇੱਥੇ ਤੁਸੀਂ ਸੁਪਰਐਨੂਏਸ਼ਨ ਤੁਸੀਂ ਲਾ ਸਕਦੇ ਹੋ, ਉਹਦੇ ਡਾਕੂਮੈਂਟਸ ਲਾ ਸਕਦੇ ਹੋ। ਜੋ ਤੁਹਾਡਾ ਆਫਸ਼ੋਰ ਵਰਕ ਐਕਸਪੀਰੀਅੰਸ ਆ ਤਾਂ ਤੁਸੀਂ ਪ੍ਰੋਵੀਡੈਂਟ ਫੰਡ ਦੇ ਡਾਕੂਮੈਂਟ ਲਾ ਸਕਦੇ ਹੋ, ਜਾਂ ਤੁਹਾਡੇ ਕੋਈ ਆਈਟੀਆਰ ਦਾ ਮਤਲਬ ਟੈਕਸ ਡਾਕੂਮੈਂਟਸ ਜਿਹੜੇ ਇੱਥੇ ਦੇ ਗਰੁੱਪ ਸਰਟੀਫਿਕੇਟ ਵਗੈਰਾ, ਉਹ ਸਾਰਾ ਕੁਝ ਜਿਹੜਾ ਆ ਤੁਸੀਂ ਅਟੈਚ ਕਰ ਸਕਦੇ ਹੋ। ਐਂਡ ਇੱਕ ਚੀਜ਼ ਹੋਰ ਮੈਂਸ਼ਨ ਕਰਨਾ ਚਾਹੂੰਗੀ ਕਿ ਬਹੁਤ ਸਾਰੇ ਕੰਪਨੀਜ਼ ਨੇ, ਵੱਡੀ ਕੰਪਨੀਜ਼ ਨੇ ਜਿਹੜੀਆਂ ਕਿ ਡਿਊਟੀਜ਼ ਪ੍ਰੋਵਾਈਡ ਨਹੀਂ ਕਰਦੀਆਂ ਹੈਗੀਆਂ ਆਪਣੇ ਲੈਟਰਸ ਦੇ ਉੱਤੇ, ਲੈਟਰ ਹੈਡ ਦੇ ਉੱਤੇ। ਉਹ ਸਿਰਫ ਵੈਸੇ ਹੀ ਲਿਖ ਕੇ ਦੇ ਦਿੰਦੇ ਨੇ ਕਿ ਹਾਂ ਕਿ ਉਹਨਾਂ ਨੇ ਇੱਥੇ ਕੰਮ ਕੀਤਾ ਇਸ ਆਕੂਪੇਸ਼ਨ ਤੇ ਫਰੋਮ ਦਿਸ ਡੇਟ ਟੂ ਦਿਸ ਡੇਟ ਐਂਡ ਦੈਟਸ ਇਟ। ਬਟ ਆਸਟ੍ਰੇਲੀਆ ਦੇ ਸਾਰੇ ਸਕਿੱਲ ਅਸੈਸਮੈਂਟ ਅਥਾਰਟੀਜ਼ ਨੇ ਜਿਹੜੇ, ਉਹਨਾਂ ਨੂੰ ਡਿਊਟੀਜ਼ ਜਿਹੜੀਆਂ ਨਾ ਮੈਂਡੇਟਰੀ ਨੇ, ਕਿਉਂਕਿ ਉਹਨਾਂ ਨੇ ਉਹਦੇ ਤੋਂ ਹੀ ਤੁਹਾਨੂੰ ਅਸੈਸ ਕਰਨਾ ਹੈ ਕਿ ਹਾਂ ਕਿ ਤੁਸੀਂ ਕੀ ਕੰਮ ਕੀ ਕੀਤਾ ਉੱਥੇ, ਹੈ ਨਾ। ਉਸ ਕੇਸ ਦੇ ਵਿੱਚ ਕੀ ਹੁੰਦਾ ਕਿ ਜੇ ਤੁਹਾਨੂੰ ਕੰਪਨੀ ਲੈਟਰ ਨਹੀਂ ਦੇ ਰਹੀ ਹੈਗੀ ਤਾਂ ਤੁਸੀਂ ਕਲੀਗ ਡੈਕਲੇਰੇਸ਼ਨ ਲੈ ਸਕਦੇ ਹੋ। ਕੰਪਨੀ ਦੇ ਐਵੀਡੈਂਸ ਤਾਂ ਲਾਣੇ ਹੀ ਲਾਣੇ ਨੇ ਜਿਹੜੇ ਉਹ, ਮਤਲਬ ਤੁਸੀਂ ਕੋਈ ਅਪਾਇੰਟਮੈਂਟ ਲੈਟਰ ਲਾ ਸਕਦੇ ਹੋ, ਰਿਲੀਵ ਲੈਟਰ ਨਾਲ ਲਾ ਸਕਦੇ ਹੋ, ਉਹ ਕੰਟਰੈਕਟ ਲਾ ਸਕਦੇ ਹੋ, ਪਰ ਤੁਸੀਂ ਕਲੀਗ ਡੈਕਲੇਰੇਸ਼ਨ ਨਾਲ ਲਾ ਸਕਦੇ ਹੋ। ਤੇ ਉਹ ਵੀ ਤੁਸੀਂ ਟਰਾਈ ਕਰੋ ਕਿ ਜਿਹੜੇ ਕਲੀਗ ਸੀਗਾ ਉਸ ਟਾਈਮ ਤੇ ਤੁਹਾਡੇ ਨਾਲ ਕੰਮ ਕਰਦੇ ਹੋਣ ਐਂਡ ਉਹ ਕਿਸੇ ਸੀਨੀਅਰ ਪੋਜੀਸ਼ਨ ਤੇ ਹੋਣ, ਹੈ ਨਾ। ਤੇ ਉਹ ਕਲੀਗ ਤੁਹਾਨੂੰ ਲਿਖ ਕੇ ਦੇ ਸਕਦੇ ਨੇ ਕਿ ਤੁਸੀਂ ਉਸ ਟਾਈਮ ਤੇ ਆਹ ਕੰਪਨੀ ਦੇ ਨਾਲ ਕੰਮ ਕੀਤਾ ਆ ਐਂਡ ਤੁਸੀਂ ਆਹ ਡਿਊਟੀਜ਼ ਪਰਫਾਰਮ ਕੀਤੀਆਂ ਨੇ। ਐਂਡ ਆਲਸੋ ਤੁਹਾਨੂੰ ਕਲੀਗ ਦੇ ਜਿਹੜੇ ਨੇ ਐਵੀਡੈਂਸ ਉਹ ਵੀ ਦੇਣਾ ਪਊਗਾ ਕਿ ਹਾਂ ਕਿ ਕਲੀਗ ਨੇ ਵੀ ਉੱਥੇ ਕੰਮ ਕੀਤਾ ਸੀ ਉਸ ਟਾਈਮ ਤੇ, ਲਾਈਕ ਕੋਈ ਪੇ ਸਲਿਪ ਉਹਨਾਂ ਦੀ ਦੇ ਸਕਦੇ ਹੋ। ਤਾਂ ਮਤਲਬ ਇਹ ਸਾਰੀਆਂ ਚੀਜ਼ਾਂ ਦਾ ਤੁਹਾਨੂੰ ਧਿਆਨ ਰੱਖਣਾ ਪੈਂਦਾ। ਸਕਿੱਲ ਅਸੈਸਮੈਂਟ ਜਿਹੜੀ ਇੰਪਲੋਇਮੈਂਟ ਅਸੈਸਮੈਂਟ ਆ ਉਹ ਦੈਟ ਇਜ਼ ਨਾਟ ਈਜ਼ੀ, ਮਤਲਬ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਪ੍ਰੋਵਾਈਡ ਕਰਨੀਆਂ ਪੈਂਦੀਆਂ ਨੇ। ਜੀ ਤੇ ਇਹਦੇ ਨਾਲ ਕਿ ਜਿਹੜੀ ਕਦੀ ਕੀ ਹੁੰਦਾ ਕਿ ਸਕਿੱਲ ਬਾਡੀ ਅਸੈਸਮੈਂਟ ਜਿਹੜੀ ਹੈਗੀ ਉਹ ਸਾਰਾ ਦਾ ਸਾਰਾ ਵਰਕ ਐਕਸਪੀਰੀਅੰਸ ਜਿਹੜਾ ਹੈ ਅਸੈਸ ਨਹੀਂ ਕਰਦੀ ਹੈਗੀ। ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਤੁਹਾਨੂੰ ਫਾਈਲ ਮਤਲਬ ਤੁਹਾਨੂੰ ਦੁਬਾਰਾ ਅਸੈਸਮੈਂਟ ਕਰਾਉਣੀ ਚਾਹੀਦੀ ਕਿ ਕਿਆ ਉਸ ਸਿਚੁਏਸ਼ਨ ਦੇ ਵਿੱਚ ਕਿ ਕਿਸੇ ਨੂੰ ਕੀ ਕਰਨਾ ਚਾਹੀਦਾ? ਹਾਂਜੀ, ਹੁਣ ਇੱਥੇ ਜਿਹੜੀ ਆਪਾਂ ਆਹ ਕੁਐਸਚਨ ਆ ਉਹ ਕਿਸ ਚੀਜ਼ ਦੇ ਰਿਲੇਟਡ ਆ ਕਿ ਮੇਨ ਜਿਹੜੀਆਂ 2-3 ਅਥਾਰਟੀਜ਼ ਨੇ ਜਿਹੜੇ ਵਰਕ ਐਕਸਪੀਰੀਅੰਸ ਜਿਹੜੇ ਡਿਡਕਟ ਕਰ ਲੈਂਦੀਆਂ ਨੇ। ACS ਹੋ ਗਿਆ ਇੱਕ, ਤਾਂ ਆਸਟ੍ਰੇਲੀਅਨ ਕੰਪਿਊਟਰ ਸੁਸਾਇਟੀ, ਉਹਨਾਂ ਦੀ ਤੁਸੀਂ ਇਹ ਕਹਿ ਲਓ ਕਿ ਉਹਨਾਂ ਦਾ ਕ੍ਰਾਈਟੇਰੀਆ ਜਾਂ ਪਾਲਿਸੀ ਇਹ ਹੈ ਕਿ ਹਾਂ ਕਿ ਜਦੋਂ ਤੁਸੀਂ ਕਿਸੇ ਆਫਸ਼ੋਰ ਕੁਆਲੀਫਿਕੇਸ਼ਨ ਦੀ ਅਸੈਸਮੈਂਟ ਕਰਵਾਉਂਦੇ ਹੋ ਤੇ ਤੁਹਾਨੂੰ ਆਫਸ਼ੋਰ ਵਰਕ ਐਕਸਪੀਰੀਅੰਸ ਆ, ਤੁਹਾਡਾ 2 ਸਾਲ ਦਾ ਵਰਕ ਐਕਸਪੀਰੀਅੰਸ ਡਿਡਕਟ ਕਰਨਗੇ। ਵੈਟ ਅਸੈਸ ਕੀ ਆ ਕਿ ਹੁਣ ਕੋਈ ਵੀ ਆਕੂਪੇਸ਼ਨ ਆ ਕਿ ਜਿੱਦਾਂ ਹੁਣ ਆਰਕੀਟੈਕਚਰਲ ਡਰਾਫਟ ਪਰਸਨ ਜਾਂ ਕੋਈ ਹੋਰ ਆਕੂਪੇਸ਼ਨ ਆ ਜਿਹੜੇ ਵੈਟ ਅਸੈਸ ਸਕਿੱਲ ਅਸੈਸਮੈਂਟ ਅਥਾਰਟੀ ਦੇ ਨਾਲ ਤੋਂ ਉਹਨਾਂ ਦੀ ਅਸੈਸਮੈਂਟ ਹੁੰਦੀ ਆ, ਉਹ ਉਹਨਾਂ ਨੂੰ 1 ਸਾਲ ਦਾ ਵਰਕ ਐਕਸਪੀਰੀਅੰਸ ਚਾਹੀਦਾ ਹੁੰਦਾ, ਪਰ ਉਹ ਡਿਡਕਟ ਕਰ ਲੈਂਦੇ, ਉਹ ਤੁਸੀਂ ਵਰਕ ਐਕਸਪੀਰੀਅੰਸ ਯੂਜ਼ ਨਹੀਂ ਕਰ ਸਕਦੇ ਹੋ, ਹੈ ਨਾ। ਮਤਲਬ ਉਹ ਕਹਿੰਦੇ ਨੇ ਕਿ ਹਾਂ ਕਿ ਤੁਸੀਂ ਡਿਡਕਟ ਕਰਨ ਦਾ ਮਤਲਬ ਇਹ ਹੈ ਕਿ ਉਹ ਇਹ ਕਹਿੰਦੇ ਨੇ ਕਿ ਤੁਹਾਡਾ ਜਿਹੜਾ 1 ਸਾਲ ਤੋਂ ਆਹ ਵਾਲਾ ਵਰਕ ਐਕਸਪੀਰੀਅੰਸ ਇਹ ਤੁਸੀਂ ਕਲੇਮ ਨਾ ਕਰੋ, ਪਰ ਤੁਸੀਂ ਜਿਹੜੇ 1 ਸਾਲ ਤੋਂ ਬਾਅਦ ਜਿਹੜਾ ਬਾਕੀ ਵਾਲਾ ਵਰਕ ਐਕਸਪੀਰੀਅੰਸ ਆ ਉਦੋਂ ਤੋਂ ਤੁਹਾਨੂੰ ਉਹ ਪ੍ਰੋਫੈਸ਼ਨਲ ਲੈਵਲ ਤੇ ਉਹ ਕੰਸੀਡਰ ਕਰਦੇ ਨੇ। ਤੇ ਇਦਾਂ ਹੀ ACS ਆ। ਪਰ ਇਮੀਗ੍ਰੇਸ਼ਨ ਦਾ ਲੇਟਲੀ ਇੱਕ ਰੈਗੂਲੇਸ਼ਨ ਆਇਆ ਸੀਗਾ ਕਿ ਈਵਨ ਇਫ ਦ ਸਕਿੱਲ ਅਸੈਸਮੈਂਟ ਅਥਾਰਟੀਜ਼ ਆਰ ਡਿਡਕਟਿੰਗ ਯੋਰ ਵਰਕ ਐਕਸਪੀਰੀਅੰਸ ਕਿ ਹਾਂ ਕਿ ACS ਨੇ ਡਿਡਕਟ ਕਰ ਲਿਆ ਜਾਂ ਵੈਟ ਅਸੈਸ ਨੇ ਡਿਡਕਟ ਕਰ ਲਿਆ, ਤਾਂ ਤੁਸੀਂ ਸਟਿਲ ਕਲੇਮ ਕਰ ਸਕਦੇ ਹੋ ਉਹਦੇ ਪੁਆਇੰਟਸ। ਬਟ ਇੱਥੇ ਮੈਂ ਇੱਕ ਹੋਰ ਗੱਲ ਇੰਪੋਰਟੈਂਟ ਚੀਜ਼ ਐਡ ਕਰਨਾ ਚਾਹੂੰਗੀ ਕਿ ਇਹ ਨਹੀਂ ਹੈ ਕਿ ਸਾਰੇ ਜਣੇ ਹੀ ਤੁਸੀਂ ਪੁਆਇੰਟਸ ਉਹਦੇ ਕਲੇਮ ਕਰ ਸਕਦੇ ਹੋ। ਇਹ ਗੱਲ ਮੇਰੀ ਧਿਆਨ ਨਾਲ ਸੁਣਿਓ ਕਿ ਤੁਸੀਂ ਜ਼ਰੂਰ ਮਤਲਬ ਜੇ ਵਰਕ ਐਕਸਪੀਰੀਅੰਸ ਸਕਿੱਲ ਅਸੈਸਮੈਂਟ ਅਥਾਰਟੀ ਦੇ ਦੁਆਰਾ ਜਿਹੜਾ ਆ ਉਹ ਡਿਡਕਟ ਕੀਤਾ ਗਿਆ ਆ, ਜੇ ਤਾਂ ਤੁਹਾਡੀ ਕੁਆਲੀਫਿਕੇਸ਼ਨ ਕਲੋਜ਼ਲੀ ਰਿਲੇਟਡ ਆ, ਫॉर ਐਗਜ਼ਾਮਪਲ ਤੁਸੀਂ ਬੈਚਲਰਸ ਵੀ IT ਦੇ ਵਿੱਚ ਹੀ ਕਰੀਏ ਤੇ ਵਰਕ ਐਕਸਪੀਰੀਅੰਸ ਲਾਈਕ ਸੌਫਟਵੇਅਰ ਇੰਜੀਨੀਅਰ ਜਾਂ ਕੰਪਿਊਟਰ ਨੈਟਵਰਕ ਐਂਡ ਸਿਸਟਮ ਇੰਜੀਨੀਅਰ ਕੁਝ ਵੀ ਆ ਵਿਚ ਇਜ਼ ਕਲੋਜ਼ਲੀ ਰਿਲੇਟਡ ਟੂ IT, ਫਿਰ ਤੁਸੀਂ ਕਲੇਮ ਕਰ ਸਕਦੇ ਹੋ। ਬਟ ਹੁਣ ਮੰਨ ਲਓ ਕਿਸੇ ਨੇ BCom ਕੀਤੀ ਸੀਗੀ ਇੰਡੀਆ ਦੇ ਵਿੱਚ ਜਾਂ ਕਿਤੇ ਵੀ, ਠੀਕ ਹੈ, BCom ਕੀਤੀ ਸੀ, ਉਸ ਤੋਂ ਬਾਅਦ ਤੁਹਾਨੂੰ 7-8 ਸਾਲ ਦਾ ਵਰਕ ਐਕਸਪੀਰੀਅੰਸ ਆ, ਫਿਰ ਹਾਂ ਉਸ ਕੇਸ ਦੇ ਵਿੱਚ ਤੁਸੀਂ ਉਹ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ ਹੋ, ਉਸ ਕੇਸ ਦੇ ਵਿੱਚ ਤੁਸੀਂ ਨਹੀਂ ਕਰ ਸਕਦੇ ਹੋ। ਤੇ ਹੁਣ ਮੇਰੇ ਕਹਿਣ ਦਾ ਮਤਲਬ ਇਹੀ ਹੈ ਕਿ ਇਟ ਇਜ਼ ਕੇਸ ਟੂ ਕੇਸ ਬੇਸਿਸ ਕਿ ਹਾਂ ਇਹ ਸਭ ਦੇ ਲਈ ਸੇਮ ਨਹੀਂ ਆ, ਬਟ ਹਾਂ ਕੇਸ ਟੂ ਕੇਸ ਬੇਸਿਸ ਜ਼ਰੂਰ ਹੈਗਾ ਕਿ ਜੇ ਤੁਹਾਡਾ ਵਰਕ ਐਕਸਪੀਰੀਅੰਸ ਜਿਹੜਾ ਡਿਡਕਟ ਹੋ ਰਿਹਾ ਉਹ ਤੁਹਾਨੂੰ ਤੁਸੀਂ ਏਜੰਟਸ ਦੇ ਕੋਲੋਂ ਹੈਲਪ ਲੈ ਸਕਦੇ ਹੋ ਕਿ ਹਾਂ ਤੁਸੀਂ ਅਸਿਸਟੈਂਸ ਲੈ ਸਕਦੇ ਹੋ, ਸਾਨੂੰ ਆ ਕੇ ਪੁੱਛ ਸਕਦੇ ਹੋ ਕਿ ਤੁਸੀਂ ਇਸ ਵਰਕ ਐਕਸਪੀਰੀਅੰਸ ਦੇ ਤੁਹਾਨੂੰ ਪੁਆਇੰਟਸ ਜਿਹੜੇ ਨੇ ਉਹ ਕਲੇਮ ਕਰਨੇ ਚਾਹੀਦੇ ਨੇ ਜਾਂ ਨਹੀਂ ਚਾਹੀਦੇ ਨੇ, ਕਿਉਂਕਿ ਜੇ ਤੁਸੀਂ ਇੱਕ ਵਾਰੀ ਗਲਤ ਪੁਆਇੰਟ ਕਲੇਮ ਕਰਕੇ ਆਪਣਾ ਵੀਜ਼ਾ ਲਾਂਚ ਕਰ ਦਿੱਤਾ ਤਾਂ ਉਹ ਦੈਟਸ ਅ ਰਿਫਿਊਜ਼ਲ ਜੀ। ਫਿਰ ਇੱਥੇ ਹੀ ਹੁਣ ਏਜੰਟਸ ਦਾ ਰੋਲ ਜਿਹੜਾ ਉਹ ਆਉਂਦਾ ਆ ਕਿ ਹਾਂ ਕਿ ਜੇ ਤੁਹਾਨੂੰ ਕੋਈ ਡਾਊਟ ਆ, ਜੇ ਤੁਸੀਂ ਜਿਹੜੇ ਹੁਣ ਸਕਿੱਲ ਇੰਪਲੋਇਮੈਂਟ ਅਸੈਸਮੈਂਟ ਕਰਵਾਉਣਾ ਚਾਹੁੰਦੇ ਹੋ ਜਾਂ ਉਹਦੇ ਬਾਰੇ ਕੁਝ ਵੀ ਪੁੱਛਣਾ ਚਾਹੁੰਦੇ ਹੋ, ਤੁਸੀਂ ਸਾਨੂੰ ਆ ਕੇ ਪੁੱਛ ਸਕਦੇ ਹੋ। ਜੀ ਹਾਂਜੀ ਬਿਲਕੁਲ। ਤੇ ਜਿਹੜੀ ਇਹ ਸਕਿੱਲ ਅਸੈਸਮੈਂਟ ਹੁੰਦੀ ਆ, ਇਹ ਕਿਆ ਇਹਦੀ ਕੋਈ ਐਕਸਪਾਇਰੇਸ਼ਨ ਡੇਟ ਹੁੰਦੀ ਹੈ ਕਿ ਐਕਸਪਾਇਰ ਹੋ ਜਾਂਦੀ ਹੈ ਥੋੜੇ ਟਾਈਮ ਬਾਅਦ ਕਿ ਦੁਬਾਰਾ ਕਰਵਾਉਣੀ ਪੈਂਦੀ ਆ ਜਾਂ ਕਿੰਨੇ ਟਾਈਮ ਲਈ ਇਹਦਾ ਜਿਹੜਾ ਹੈ ਵੈਲਿਡਿਟੀ ਹੁੰਦੀ ਹੈ? ਹਾਂਜੀ, ਬੇਸਿਕਲੀ ਜਿਹੜੀ ਸਕਿੱਲ ਅਸੈਸਮੈਂਟ ਆ ਉਹ ਇਮੀਗ੍ਰੇਸ਼ਨ ਨੇ ਇੱਕ ਸਿੱਧਾ ਜਿਹਾ ਮੈਂ ਤੁਹਾਨੂੰ ਰੂਲ ਦੱਸ ਦਿੰਦੀ ਆ ਕਿ ਜਿਹੜੀ ਤਾਂ ਸਕਿੱਲ ਅਸੈਸਮੈਂਟ ਲੈਟਰ ਦੇ ਉੱਤੇ ਲਿਖਿਆ ਹੋਵੇ ਕਿ ਦਿਸ ਇਜ਼ ਵੈਲਿਡ ਫॉर 2 ਇਅਰਸ অর 3 ਇਅਰਸ অর ਵਾਟਐਵਰ, 2 ਇਅਰਸ ਦੇ ਲਈ ਵੈਸੇ ਹੁੰਦੀ, ਤਾਂ ਉਹ ਸਕਿੱਲ ਅਸੈਸਮੈਂਟ 2 ਇਅਰਸ ਦੇ ਲਈ ਹੀ ਵੈਲਿਡ ਆ,
है ना। पर ਜਿਹੜੀ ਸਕਿੱਲ ਅਸੈਸਮੈਂਟ ਅਥਾਰਟੀ ਨੇ ਕੋਈ ਲੈਟਰ ਦੇ ਉੱਤੇ ਕੋਈ ਡੇਟ ਨਹੀਂ ਲਿਖੀ ਹੋਈ, ਉਹ ਸਕਿੱਲ ਅਸੈਸਮੈਂਟ ਜਿਹੜੀ ਇਮੀਗ੍ਰੇਸ਼ਨ ਵੱਲੋਂ 3 ਸਾਲ ਦੇ ਲਈ ਜਿਹੜੀ ਉਹ ਕੰਸੀਡਰ ਕੀਤੀ ਜਾਂਦੀ ਆ। ਹਾਂਜੀ ਹਾਂਜੀ, ਤੇ ਆਫ ਕੋਰਸ ਜਦੋਂ ਐਕਸਪਾਇਰ ਹੋ ਜਾਂਦੀ ਹੈ ਤਾਂ ਤੁਹਾਨੂੰ ਰੀਨਿਊ ਕਰਵਾਉਣਾ ਵੀ ਜ਼ਰੂਰੀ ਆ, ਉਹਦੇ ਤੋਂ ਬਿਨਾਂ ਤੁਸੀਂ ਅਪਲਾਈ ਨਹੀਂ ਕਰ ਸਕਦੇ ਹੋ। ਤੇ ਜਦੋਂ ਤੁਸੀਂ ਰੀਨਿਊ ਕਰਵਾ ਰਹੇ ਹੋ ਉਸ ਟਾਈਮ ਤੇ ਉਸ ਅਥਾਰਟੀ ਦੀਆਂ ਕੀ ਗਾਈਡਲਾਈਨਸ ਨੇ, ਤੁਹਾਨੂੰ ਉਹਦੇ ਅਕੋਰਡਿੰਗਲੀ ਜਿਹੜੀ ਆ ਉਹ ਰੀਨਿਊ ਕਰਵਾਉਣੀ ਪਊਗੀ ਜੀ। ਤੇ ਸਿੰਪਲ ਆਪਾਂ ਵਿਲ ਗੈਟ ਬੈਕ ਟੂ ਦ ਕਮੈਂਟਸ ਫॉर ਅ ਲਿਟਲ ਵਾਈਲ ਨਾਓ। ਸਾਨੂੰ ਰੂਪ ਪੁੱਛ ਰਹੇ ਨੇ, what is the process of 190 with 70 points including 5 from New South Wales? How long that's gonna take? Please give advice, thanks in advance. ਓਕੇ, ਹੁਣ ਇਸ ਕੁਐਸਚਨ ਦਾ ਆਨਸਰ ਇਹ ਹੈ ਕਿ ਸਭ ਤੋਂ ਪਹਿਲਾਂ ਤੇ ਮੈਨੂੰ ਤੁਹਾਡਾ ਆਕੂਪੇਸ਼ਨ ਨਹੀਂ ਪਤਾ ਕਿ ਤੁਸੀਂ ਕਿਹੜੇ ਆਕੂਪੇਸ਼ਨ ਦੇ ਲਈ ਪੁੱਛ ਰਹੇ ਹੋ। ਦੂਸਰੀ ਚੀਜ਼ ਕਿ ਜੇ ਨਿਊ ਸਾਊਥ ਵੇਲਜ਼ 190 ਦੀ ਗੱਲ ਕਰੀਏ ਤਾਂ ਉਹਨਾਂ ਨੇ ਕੀ ਕੀਤਾ ਸੀਗਾ ਕਿ 2 ਕੈਟਾਗਰੀਜ਼ ਦੇ ਵਿੱਚ ਉਹਨਾਂ ਨੇ ਡਿਵਾਈਡ ਕਰ ਦਿੱਤਾ ਸੀਗਾ ਕਿ ਹਾਂ ਕੁਝ ਆਕੂਪੇਸ਼ਨ ਜਿਹੜੇ ਉਹਨਾਂ ਨੇ ਮੇਨ ਰੱਖੇ ਸੀਗੇ ਕਿ ਉਹਨਾਂ ਦੇ ਵਿੱਚ ਉਹਨਾਂ ਨੇ ਐਡੀਸ਼ਨਲ ਕ੍ਰਾਈਟੇਰੀਆ ਰੱਖਿਆ ਸੀਗਾ ਕਿ ਹਾਂ ਕਿ ਤੁਸੀਂ ਜੇ NSW ਦੇ ਵਿੱਚ ਇਹ ਆਕੂਪੇਸ਼ਨ ਦੇ ਲਈ ਅਪਲਾਈ ਕਰ ਰਹੇ ਹੋ ਤਾਂ ਤੁਸੀਂ ਉੱਥੇ ਹੀ ਰਹਿੰਦੇ ਹੋਣੇ ਚਾਹੀਦੇ ਹੋ, ਪਲੱਸ 1 ਸਾਲ ਦਾ ਵਰਕ ਐਕਸਪੀਰੀਅੰਸ ਹੋਣਾ ਚਾਹੀਦਾ ਆ। ਤੇ ਜਿਹੜੇ ਆਕੂਪੇਸ਼ਨਸ ਦੇ ਵਿੱਚ ਕੋਈ ਐਡੀਸ਼ਨਲ ਕ੍ਰਾਈਟੇਰੀਆ ਨਹੀਂ ਸੀਗਾ, ਜੇ ਤਾਂ ਤੁਸੀਂ ਉਸ ਆਕੂਪੇਸ਼ਨ ਦੇ ਅੰਡਰ ਆ ਰਹੇ ਹੋ ਤਾਂ ਹਾਂਜੀ ਤੁਸੀਂ ਵੇਟ ਕਰ ਸਕਦੇ ਹੋ, ਬਟ ਇਹਦਾ ਕੋਈ ਫਿਕਸ ਟਾਈਮ ਫਰੇਮ ਨਹੀਂ ਹੈਗਾ ਕਿ ਹਾਂ ਕਿ ਤੁਹਾਡਾ ਇਨਵੀਟੇਸ਼ਨ ਕਦੋਂ ਆਊਗਾ, ਬਟ ਯੂ ਹੈਵ ਟੂ ਵੇਟ। ਐਂਡ ਇੱਥੇ ਮੈਂ ਇਹ ਕਹਿਣਾ ਚਾਹੂੰਗੀ ਕਿ ਜੇ ਤਾਂ ਤੁਸੀਂ ਨਿਊ ਸਾਊਥ ਵੇਲਜ਼ ਦੇ ਵਿੱਚ ਹੋ ਤਾਂ ਆਫ ਕੋਰਸ ਯੂ ਵਿਲ ਬੀ ਪ੍ਰੈਫਰਡ ਓਵਰ ਅਦਰ ਪੀਪਲ ਜਿਹੜੇ ਨਿਊ ਸਾਊਥ ਵੇਲਜ਼ ਦੇ ਵਿੱਚ ਨਹੀਂ ਆ ਤੇ ਪਰ ਉਹਨਾਂ ਨੇ ਅਪਲਾਈ ਕੀਤਾ ਹੋਇਆ ਆ। ਬਟ ਇਹ ਹੈ ਕਿ ਕੋਈ ਐਗਜ਼ੈਕਟ ਜਿਹੜਾ ਆ ਫਿਕਸ ਮਤਲਬ ਟਾਈਮ ਫਰੇਮ ਨਹੀਂ ਹੈਗਾ ਕਿ ਤੁਹਾਨੂੰ ਕਿੰਨਾ ਵੇਟ ਕਰਨਾ ਪਊਗਾ। ਐਂਡ ਇਸ ਟਾਈਮ ਤੇ 190 ਦਾ ਸ਼ਾਇਦ ਹੀ ਇਨਵੀਟੇਸ਼ਨ ਆਵੇ ਕਿਉਂਕਿ ਸਾਰੇ ਸਟੇਟਸ ਜਿਹੜੇ ਮੋਸਟ ਪ੍ਰੋਬੇਬਲੀ ਅਕਤੂਬਰ ਦਾ ਹੀ ਵੇਟ ਕਰ ਰਹੇ ਨੇ, ਕਿਉਂਕਿ ਜਿਨ੍ਹਾਂ ਨੇ ਐਪਲੀਕੇਸ਼ਨਸ ਲੌਂਚ ਵੀ ਕੀਤੀਆਂ ਨੇ ਉਹਨਾਂ ਦੀਆਂ ਐਪਲੀਕੇਸ਼ਨਸ ਵੀ ਸ਼ਾਇਦ ਕੁਝ ਸਟੇਟਸ ਦੇ ਵੱਲੋਂ ਹੋਲਡ ਤੇ ਪਾ ਦਿੱਤੀ ਗਈ। ਉਹਨਾਂ ਨੇ ਕਿਹਾ ਕਿ ਜਿਹੜੇ ਨਿਊ ਇਨਵੀਟੇਸ਼ਨਸ ਆਣੇ ਨੇ ਉਹ ਅਕਤੂਬਰ ਤੋਂ ਬਾਅਦ ਹੀ ਦੇਣਗੇ ਤਾਂ ਕਿ ਉਹ ਇਸ ਸਾਲ ਦੀਆਂ ਜਿਹੜੀਆਂ ਨੇ ਇਸ ਫਿਸਕਲ ਈਅਰ ਦੀਆਂ ਸੀਲਿੰਗਸ ਦੇਖ ਕੇ ਉਹਦੇ ਅਕੋਰਡਿੰਗਲੀ ਹੀ ਇਨਵਾਈਟ ਕਰਨਗੇ। ਤਾਂ ਵੇਟ ਕਰਨਾ ਹੀ ਬੈਟਰ ਹੈ ਇਸ ਟਾਈਮ ਤੇ। ਤਾਂ ਤੇ ਜਿਹੜਾ ਨੈਕਸਟ ਕੁਐਸਚਨ ਹੈਗਾ, ਜਸਟ ਗਿਵ ਮੀ ਮਨ, ਮੈਂ ਤਾਂ ਗੁੰਮ ਗਿਆ ਕਿਤੇ। ਆਸ਼ੀਸ਼ ਗੋਇਲ ਜੀ ਬੋਲ ਰਹੇ ਨੇ, ਕਹਿੰਦੇ ਐਨੀ ਅਪਡੇਟ ਫॉर ਅਕਾਊਂਟੈਂਟਸ ਪਲੀਜ਼ ਅਪਡੇਟ ਅੰਡਰ 189 ਅਪਡੇਟਸ ਅੱਜ ਰਾਤ ਨੂੰ। ਆਸ਼ੀਸ਼ ਅਸੀਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਅਕਾਊਂਟੈਂਟਸ ਜਿਹੜੇ ਨੇ ਉਹ ਤਾਂ 95 ਪੁਆਇੰਟਸ ਹੀ ਤੁਹਾਨੂੰ ਚਾਹੀਦੇ ਨੇ ਐਟਲੀਸਟ ਇਨਵੀਟੇਸ਼ਨ ਲਿਆਉਣ ਦੇ ਲਈ। ਉਹਦੇ ਲਈ ਵੀ ਵੇਟਿੰਗ ਪੀਰੀਅਡ ਬਹੁਤ ਲੰਬਾ ਆ। ਬਟ ਹਾਂਜੀ, ਜੇ ਤੁਸੀਂ ਕਿਸੇ ਸਟੇਟ ਦੇ ਲਈ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਜਦੋਂ ਵੀ ਨਿਊ ਅਪਡੇਟਸ ਆਉਂਦੇ ਨੇ ਤੇ ਫਿਰ ਅਕੋਰਡਿੰਗਲੀ ਅਸੀਂ ਤੁਹਾਨੂੰ ਗਾਈਡ ਕਰ ਸਕਦੇ ਹਾਂ ਕਿ ਤੁਸੀਂ ਕਿਹੜੇ ਸਟੇਟ ਦੇ ਲਈ ਜਾਓ ਜੀ। ਤੇ ਸ਼੍ਰੀਨਿਵਾਸ ਰੈਡੀ ਸਾਨੂੰ ਪੁੱਛ ਰਹੇ ਨੇ ਕਿ ਹਾਊ ਅਬਾਊਟ ਫॉर ਦੋਜ਼ ਪੀਪਲ whose 190 Victoria got rejected and asked to reapply when it reopens, but what happens if we don't have an employment at that time of reopening and we have the job we had currently is closed? Okay, Srinivas, I guess, I mean, I should answer this in English only because, I mean, I guess he's not from Punjab. So, see, even I have got many of the refusals from Victoria because Victoria's last year quota was full, and I have, I guess, I mean, maybe you're talking about engineering technologist occupation, and all of my clients were advised to reapply whenever Victoria is going to reopen. See, if you don't have the job, I mean, we are not sure that what are going to be the requirements of Victoria in this financial year. So it depends on the requirements. So if the updated requirement is to have a job, you have to have a job to reapply. So if you don't have a job, you will not be eligible for that. So yeah, chalo, I hope ਤੁਹਾਡਾ ਆਨਸਰ ਮਿਲ ਗਿਆ ਹੋਵੇਗਾ ਇਹਨਾਂ ਨੂੰ। ਤੇ ਨੈਕਸਟ ਕੁਐਸਚਨ ਹੈ, ਨੈਕਸਟ ਕਮੈਂਟ ਹੈ ਬਲਦੇਵ ਸਿੰਘ ਜੀ ਦਾ, ਕਹਿੰਦੇ ਗੁੱਡ ਇਨਫੋਰਮੇਟਿਵ ਸੈਸ਼ਨ ਬਾਈ Aussies Group and thanks Punjab TV for providing this. Thank you so much. Thank you. ਤੁਹਾਡੀ ਵਜ੍ਹਾ ਨਾਲ ਮੈਨੂੰ ਵੀ ਵਧੀਆ ਕਮੈਂਟਸ ਮਿਲ ਰਹੇ ਨੇ। ਜਗਦੀਪ ਸਾਨੂੰ ਪੁੱਛ ਰਹੇ ਨੇ, is there any hope that I can get 491 visa with 80 points? ਜਗਦੀਪ ਨੇ ਅੱਗੇ ਲਿਖਿਆ ਹੈ ਕਿ ਮੈਮ can telecom engineer get 491? ਟੈਲੀਕਾਮ ਇੰਜੀਨੀਅਰ ਹੈ ਉਹ ਪੁੱਛ ਰਹੇ ਨੇ 491 with 80 points. ਜਗਦੇਵ, ਜਿਹੜਾ 491 ਟੈਲੀਕਮਿਊਨੀਕੇਸ਼ਨ ਆ, ਹੁਣ ਆਮ ਨਾਟ ਸ਼ੋਰ ਕਿ ਤੁਹਾਡੀ ਕੋਈ ਫੈਮਿਲੀ ਹੈ ਇੱਥੇ ਜਿਹੜੇ ਰੀਜਨਲ 'ਚ ਰਹਿੰਦੇ ਹੁਣ, ਜਾਂ ਤੁਸੀਂ, ਮੈਨੂੰ ਨਹੀਂ ਪਤਾ ਤੁਸੀਂ ਫੈਮਿਲੀ ਸਪੋਂਸਰਸ਼ਿਪ ਬਾਰੇ ਗੱਲ ਕਰ ਰਹੇ ਹੋ ਜਾਂ ਸਟੇਟ ਸਪੋਂਸਰਸ਼ਿਪ ਬਾਰੇ ਗੱਲ ਕਰ ਰਹੇ ਹੋ। ਜੇ ਤਾਂ ਸਟੇਟ ਦੇ ਬਾਰੇ ਗੱਲ ਕਰ ਰਹੇ ਹੋ ਤਾਂ ਤੁਹਾਨੂੰ ਸਟੇਟ ਦੇ ਰਿਕੁਆਇਰਮੈਂਟ ਮੀਟ ਕਰਨੇ, ਉਹ ਤੁਹਾਡੇ ਆਪਣੇ 50 ਪੁਆਇੰਟਸ 'ਤੇ ਵੀ ਆ ਜਾਊਗਾ ਜੇ ਤੁਸੀਂ ਸਟੇਟ ਦੇ ਰਿਕੁਆਇਰਮੈਂਟ ਮੀਟ ਕੀਤੇ ਨੇ ਤਾਂ। ਪਰ ਜੇ ਤੁਸੀਂ ਫੈਮਿਲੀ ਸਪੋਂਸਰਸ਼ਿਪ ਦੀ ਗੱਲ ਕਰ ਰਹੇ ਹੋ ਤਾਂ ਉਹ ਡਿਪੈਂਡ ਕਰਦਾ ਕਿ ਹਾਂ ਇਮੀਗ੍ਰੇਸ਼ਨ
ਇਨਵੀਟੇਸ਼ਨਸ ਕਿੰਨੇ ਦੇ ਰਹੀ ਆ, ਨੰਬਰ ਆਫ ਇਨਵੀਟੇਸ਼ਨਸ ਕਿੰਨੇ ਨੇ, ਕਿੰਨਾ ਰੈਗੂਲਰਲੀ ਜਿਹੜੇ ਉਹਨਾਂ ਦੇ ਰਾਉਂਡਸ ਜਾ ਰਹੇ ਨੇ ਉਹਦੇ ਤੇ ਡਿਪੈਂਡ ਕਰਦਾ। ਪਹਿਲਾਂ ਤੇ ਮਤਲਬ ਉਹਨਾਂ ਦੇ ਪਿੱਛੇ ਜਿਹੜੇ ਰਾਉਂਡ ਹੋਏ ਨੇ ਉਹਦੇ ਵਿੱਚ ਤਾਂ 105 ਪੁਆਇੰਟਸ ਤੇ ਹੀ ਇਨਵੀਟੇਸ਼ਨਸ ਆਏ ਨੇ, ਤਾਂ 80 ਜਿਹੜਾ ਆ ਉਹ ਮਤਲਬ ਆ ਸਕਦਾ ਆ, ਮੈਂ ਨਹੀਂ ਕਹਿੰਦੀ ਨਹੀਂ, ਬਟ ਇਮੀਗ੍ਰੇਸ਼ਨ ਨੂੰ ਬਹੁਤ ਰੈਗੂਲਰਲੀ ਇਨਵਾਈਟ ਕਰਨ ਦੀ ਜ਼ਰੂਰਤ ਆ, ਤਾਂ ਫਿਰ ਹੀ ਤੁਸੀਂ ਐਕਸਪੈਕਟ ਕਰ ਸਕਦੇ ਹੋ। ਬਟ ਆਈ ਵੁੱਡ ਸੇ ਕਿ ਪੁਆਇੰਟਸ ਵਧਾਉਣ ਦੀ ਕੋਸ਼ਿਸ਼ ਕਰੋ ਤਾਂ ਉਹ ਬੈਟਰ ਆ। ਜੀ ਜੀ ਜੀ। ਤੇ ਸੇਖੋ ਸਾਹਿਬ ਕਹਿੰਦੇ ਥੰਬਸ ਅਪ ਮੇਰੇ ਵੱਲੋਂ ਵੀ ਥੰਬਸ ਅਪ। ਨਵਦੀਪ ਸਾਨੂੰ ਪੁੱਛ ਰਹੇ ਨੇ ਐਨੀ ਚਾਂਸ ਫॉर ਇਲੈਕਟ੍ਰੋਨਿਕ ਟੈਕਨੋਲੋਜਿਸਟ ਔਨ 85 points lodged in April last year, also mechanical engineer on 85 points lodged in last December। ਅਸੀਂ ਹੁਣ 85 ਪੁਆਇੰਟਸ ਦਾ ਜਿੱਦਾਂ ਆਪਾਂ ਹੁਣੇ ਗੱਲ ਕੀਤੀ ਹੈ ਕਿ ਇਮੀਗ੍ਰੇਸ਼ਨ ਨੇ ਸਿਰਫ ਜਿਹੜੇ ਪਿਛਲੇ 2 ਰਾਊਂਡ ਕੀਤੇ ਨੇ ਉਹ ਜਿਹੜੇ ਇਸੈਂਸ਼ੀਅਲ ਵਰਕਰ ਸੀ ਉਹਨਾਂ ਦੇ ਲਈ, ਮਤਲਬ ਜਿਹੜੇ ਕ੍ਰਿਟੀਕਲ ਸੈਕਟਰਸ ਦੇ ਵਿੱਚ ਕੰਮ ਕਰਦੇ ਨੇ ਸਿਰਫ ਉਹਨਾਂ ਦੇ ਲਈ ਹੀ ਰਾਊਂਡ ਹੋਏ ਨੇ। ਹੁਣ ਅੱਜ ਰਾਤ ਨੂੰ ਜਿਹੜਾ ਰਾਊਂਡ ਹੋਣਾ ਤੁਸੀਂ ਉਹਦਾ ਧਿਆਨ ਰੱਖਿਓ ਕਿ ਕਿਵੇਂ ਹੁੰਦਾ ਆ, ਮਤਲਬ ਇਹ ਨਹੀਂ ਕਿ ਅੱਜ ਦੇ ਰਾਊਂਡ ਦੇ ਨਾਲ ਹੀ ਪਤਾ ਚੱਲ ਜਾਣਾ, 1-2 ਰਾਊਂਡਸ ਹੋਣਗੇ ਉਸ ਤੋਂ ਬਾਅਦ ਇੱਕ ਆਈਡੀਆ ਹੋ ਜਾਊਗਾ ਕਿ ਹਾਂ ਕਿ ਇਮੀਗ੍ਰੇਸ਼ਨ ਕਿਸ ਤਰੀਕੇ ਦੇ ਨਾਲ ਇਨਵਾਈਟਸ ਜਿਹੜੀ ਉਹ ਦੇ ਰਹੀ ਆ, ਜਾਂ ਇਮੀਗ੍ਰੇਸ਼ਨ ਖੁਦ ਅਪਡੇਟ ਦਊਗੇ ਕਿ ਹਾਂ ਕਿ ਅਸੀਂ ਇੰਨੇ ਲੋਕਾਂ ਨੂੰ ਇਨਵਾਈਟ ਕਰਨਾ ਹੈ ਜਾਂ ਸੀਲਿੰਗਸ ਆਣਗੀਆਂ, ਫਿਰ ਹੀ ਪਤਾ ਚੱਲੂਗਾ। ਬਟ ਹਾਲੇ ਤਾਂ ਤੁਹਾਨੂੰ ਵੇਟ ਕਰਨਾ ਹੈ ਤੇ ਪੁਆਇੰਟ ਵਧਾਣੇ ਨੇ ਆਪਣੇ। ਜੀ ਸੋ ਕਿਉਂਕਿ ਸਾਡੇ ਕੋਲ ਘੱਟ ਟਾਈਮ ਰਹਿ ਗਿਆ, ਆਪਾਂ ਜਲਦੀ ਆਪਣਾ ਜਿਹੜੇ ਮੇਨ ਟੌਪਿਕਸ ਹੈ ਉਹਨਾਂ ਨੂੰ ਰੈਪ ਅਪ ਕਰ ਲਈਏ। ਤੇ ਜਿਹੜਾ ਸਾਡਾ ਸੈਕੰਡ ਟੌਪਿਕ ਸੀ ਜਿਹਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਸੀ ਉਹ ਸੀ ਜੌਬ ਰੈਡੀ ਪ੍ਰੋਗਰਾਮ ਬਾਰੇ। ਤੇ ਮੈਂ ਚਾਹੁੰਦੀ ਸੀ ਕਿ ਇਹ ਜਿਹੜੇ ਟ੍ਰੇਡ ਆਕੂਪੇਸ਼ਨਸ ਹੈ ਅੱਜਕੱਲ ਬਹੁਤ ਜ਼ਿਆਦਾ ਫੇਮਸ ਨੇ, ਤੋ ਜਿਹੜੇ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਜਿਹੜੀ ਇਹ ਜੌਬ ਰੈਡੀ ਪ੍ਰੋਗਰਾਮ ਨੂੰ ਅਸੈਸ ਕਰਦੀ ਆ ਉਹ ਕਿਹੜੀ ਅਥਾਰਟੀ ਜਿਹੜੀ ਅਸੈਸ ਕਰਦੀ ਆ ਉਹਨਾਂ ਨੂੰ, ਤੇ ਕਿਸ ਬੇਸਿਸ ਤੇ ਅਸੈਸ ਕਰਦੀ ਆ? ਓਕੇ, ਜਿਵੇਂ ਹੁਣ ਤੁਸੀਂ ਹੁਣੇ ਕਿਹਾ ਕਿ ਟ੍ਰੇਡ ਆਕੂਪੇਸ਼ਨ ਜਿਹੜੇ ਨੇ ਬਹੁਤ ਕਾਮਨ ਨੇ, ਹਾਂਜੀ ਬਹੁਤ ਕਾਮਨ ਹੋ ਚੁੱਕੇ ਨੇ, ਕਿਉਂਕਿ ਜਿਵੇਂ ਹੁਣ ਦੇਖਿਆ ਜਾਵੇ ਤੇ IT ਅਕਾਊਂਟਿੰਗ ਮਤਲਬ ਆਪਣੇ ਮੋਸਟਲੀ ਸਟੂਡੈਂਟਸ ਕਾਹਦੇ ਚਾਹੁੰਦੇ ਨੇ, IT ਅਕਾਊਂਟਿੰਗ ਇੰਜੀਨੀਅਰਿੰਗ ਚਾਹੁੰਦੇ ਨੇ, ਹੈ ਨਾ। ਤੇ ਉਹਦੇ ਵਿੱਚ ਤਾਂ PR ਜਿਹੜੀ ਆ ਮੈਂ ਇਹ ਨਹੀਂ ਕਹੂੰਗੀ ਕਿ ਡਿਫਿਕਲਟ ਆ, ਹਾਂਜੀ, ਬਟ ਇੰਪੋਸੀਬਲ ਨਹੀਂ ਹੈ, ਡਿਫਿਕਲਟ ਥੋੜੀ ਹੈਗੀ ਆ ਕਿ ਹਾਂ ਜੇ ਤੁਸੀਂ ਸ਼ੁਰੂ ਤੋਂ ਹੀ ਤੁਹਾਨੂੰ ਗਾਈਡੈਂਸ ਪ੍ਰੋਪਰ ਮਿਲੀ ਆ, ਹੈ ਨਾ, ਤੁਸੀਂ ਉਹਨਾਂ ਚੀਜ਼ਾਂ ਤੇ ਫੋਕਸ ਕੀਤਾ ਆ ਤੇ ਤੁਸੀਂ ਉਹ ਵੀ 95 ਪੁਆਇੰਟਸ ਵੀ ਕਰ ਸਕਦੇ ਹੋ, ਬਟ ਯੂ ਹੈਵ ਟੂ ਬੀ ਫੋਕਸਡ ਕਿ ਹਾਂ ਕਿ ਇੱਕ ਚੀਜ਼ ਫੜ ਲਓ ਕਿ ਹਾਂ ਜੇ ਤਾਂ ਤੁਸੀਂ ਸਟੇਟ ਦੇ ਲਈ ਜਾਣਾ ਤਾਂ ਸਟੇਟ 'ਚ ਜਾ ਕੇ ਰਿਕੁਆਇਰਮੈਂਟਸ ਮੀਟ ਕਰੋ, ਜੇ ਤੁਸੀਂ ਪੁਆਇੰਟਸ ਬਣਾਉਣੇ ਨੇ ਤਾਂ ਤੁਹਾਨੂੰ ਪੁਆਇੰਟਸ ਬਣਾਉਣੇ ਹੀ ਨੇ ਚਾਹੇ ਕੁਝ ਵੀ ਹੋ ਜਾਏ। ਜੀ ਬਿਲਕੁਲ, ਉੱਥੇ ਹੀ ਤਾਂ ਕੰਮ ਆਉਂਦੇ ਨੇ ਏਜੰਟਸ, ਮਾਈਗ੍ਰੇਸ਼ਨ ਏਜੰਟ। ਤੁਸੀਂ ਸਟਾਰਟਿੰਗ ਤੋਂ ਹੀ ਅਗਰ ਇੱਕ ਮਾਈਗ੍ਰੇਸ਼ਨ ਏਜੰਟ ਦੀ ਹੈਲਪ ਲੈ ਕੇ ਚਲੋਗੇ ਤਾਂ ਐਟ ਦੀ ਐਂਡ ਆਫ ਦ ਡੇ ਤੁਹਾਨੂੰ ਪ੍ਰੋਬਲਮ ਨਹੀਂ ਆਏਗੀ, ਤਾਂ ਤੁਹਾਡਾ ਸਾਰਾ ਕੁਝ ਆਲਰੇਡੀ ਸੌਰਟਡ ਰਹੇਗਾ। ਨਹੀਂ, ਅੱਜ ਕੱਲ ਤਾਂ ਮੇਰੇ ਬਹੁਤ ਸਾਰੇ ਕਲਾਇੰਟਸ ਬਹੁਤ ਅਵੇਅਰ ਨੇ, ਹਲੇ ਨਿਊ ਆਏ ਹੁੰਦੇ ਨੇ, ਉਹ ਪਹਿਲਾਂ ਕੰਸਲਟੇਸ਼ਨ ਲੈਣ ਆਉਂਦੇ ਨੇ ਕਿ ਕੀ ਕਰਨਾ ਹੈ, ਤਾਂ ਦੈਟਸ ਐਕਚੁਅਲੀ ਗੁੱਡ ਕਿ ਹਾਂ ਕਿ ਉਹ ਪਲਾਨ ਕਰਦੇ ਨੇ ਕਿ ਉਹਨਾਂ ਨੂੰ ਕੀ ਕਰਨਾ ਹੈ ਨਾ। ਤੇ ਇੱਥੇ ਮੈਂ ਹੁਣ ਇਹ ਕਹੂੰਗੀ ਕਿ ਚਲੋ ਠੀਕ ਹੈ, ਜਿਹੜੇ ਸਟੂਡੈਂਟਸ ਨੇ ਜਾਂ ਐਪਲੀਕੈਂਟਸ ਨੇ ਉਹ ਪੁਆਇੰਟਸ ਬਣਾ ਨਹੀਂ ਪਾਉਂਦੇ ਹੈਗੇ, ਠੀਕ ਹੈ, ਉਹ ਆਲਟਰਨੇਟਿਵ ਆਪਸ਼ਨ ਦੇ ਲਈ ਜਾ ਸਕਦੇ ਨੇ, ਮਤਲਬ ਜਾਂਦੇ ਨੇ ਕਿ ਟ੍ਰੇਡ ਆਕੂਪੇਸ਼ਨਸ ਦੇ ਵਿੱਚ, ਕਿਉਂਕਿ ਇਹਦੇ ਵਿੱਚ ਇਹ ਹੁੰਦਾ ਕਿ ਟ੍ਰੇਡ ਆਕੂਪੇਸ਼ਨ ਦੇ ਵਿੱਚ ਤੁਸੀਂ ਪੁਆਇੰਟਸ ਨਹੀਂ ਤੇ ਪਰ ਸਟੇਟ ਆਪਸ਼ਨਸ ਦੇ ਲਈ ਜ਼ਰੂਰ ਅਪਲਾਈ ਕਰ ਸਕਦੇ ਹੋ। ਤੁਹਾਡੇ ਕੋਲ ਮਲਟੀਪਲ ਆਪਸ਼ਨਸ ਆ ਜਾਂਦੀਆਂ ਨੇ, ਜਿੱਦਾਂ ਮੋਸਟ ਕਾਮਨ ਆਕੂਪੇਸ਼ਨਸ ਕਿਹੜੇ ਨੇ, ਕੁਕਰੀ ਲਾਈਕ ਸ਼ੈਫ ਹੋ ਗਿਆ, ਕੁਕ ਹੋ ਗਿਆ, ਬੇਕਰ, ਆਟੋਮੋਟਿਵ ਦੇ ਵਿੱਚ ਮੋਟਰ ਮਕੈਨਿਕ ਹੋ ਗਿਆ, ਬ੍ਰਿਕਲੇਅਰ ਹੋ ਗਿਆ, ਕਾਰਪੈਂਟਰ, ਪੇਂਟਿੰਗ ਟ੍ਰੇਡਸ ਵਰਕਰ, ਮਤਲਬ ਬਹੁਤ ਸਾਰੇ ਆਕੂਪੇਸ਼ਨਸ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਸਟੱਡੀ ਕਰਕੇ ਅਪਲਾਈ ਕਰ ਸਕਦੇ ਹੋ, ਠੀਕ ਹੈ। ਹੁਣ ਜੌਬ ਰੈਡੀ ਪ੍ਰੋਗਰਾਮ ਜਿਹੜਾ ਬੇਸਿਕਲੀ ਕੀ ਹੈ ਕਿ ਜੇ ਤਾਂ ਤੁਸੀਂ ਟ੍ਰੇਡ ਕੋਰਸ ਕੀਤਾ ਹੈ ਕੋਈ, ਹੈ ਨਾ, ਤੇ ਜਿਹੜੀ ਸਕਿੱਲ ਅਸੈਸਮੈਂਟ ਅਥਾਰਟੀ ਹੈ ਤੁਹਾਡੀ ਟ੍ਰੇਡਸ ਰੈਕੋਗਨੀਸ਼ਨ ਆਸਟ੍ਰੇਲੀਆ, ਉਹਨਾਂ ਨੇ ਇਹ ਪ੍ਰੋਗਰਾਮ ਬਣਾਇਆ ਜੌਬ ਰੈਡੀ ਪ੍ਰੋਗਰਾਮ ਕਿ ਟ੍ਰੇਡਸ ਰੈਕੋਗਨੀਸ਼ਨ ਆਸਟ੍ਰੇਲੀਆ ਅਥਾਰਟੀ ਨੇ ਟ੍ਰੇਡ ਆਕੂਪੇਸ਼ਨ ਵਾਲਿਆਂ ਨੂੰ ਇਹਦੇ ਬੇਸਿਸ ਤੇ ਹੀ ਅਸੈਸ ਕਰਨਾ ਹੈ। ਹੁਣ ਜੌਬ ਰੈਡੀ ਪ੍ਰੋਗਰਾਮ ਦੇ ਬੇਸਿਕਲੀ ਜਿਹੜੇ ਨੇ 4 ਸਟੈਪ ਨੇ ਕਿ ਜੌਬ ਰੈਡੀ ਸਭ ਤੋਂ ਪਹਿਲਾਂ ਕੀ ਆ, ਪ੍ਰੋਵਿਜ਼ਨਲ ਸਕਿੱਲ ਅਸੈਸਮੈਂਟ। ਹੁਣ ਕਈ ਲੋਕ ਕੀ ਕਰਦੇ ਨੇ, ਮਤਲਬ ਉਹਨਾਂ ਨੂੰ ਕੀ ਕਰਨਾ ਕਿ 360 ਆਵਰਸ ਦਾ ਵਰਕ ਐਕਸਪੀਰੀਅੰਸ ਚਾਹੀਦਾ, ਇਹ ਉਹਨਾਂ ਨੂੰ ਇਨੀਸ਼ੀਅਲ ਐਕਸਪੋਜ਼ਰ ਚਾਹੀਦਾ ਆਪਣੇ ਆਕੂਪੇਸ਼ਨ ਦੇ ਵਿੱਚ। ਜੇ ਤਾਂ ਤੁਸੀਂ ਐਜ਼ ਅ ਸਰਟੀਫਿਕੇਟ 3 ਔਰ 4 ਇਨ ਕੁਕਰੀ ਕੀਤਾ ਆ ਤਾਂ ਤੁਹਾਨੂੰ 360 ਆਵਰਸ ਦਾ ਜਿਹੜਾ ਵਰਕ ਐਕਸਪੀਰੀਅੰਸ ਹੈ ਰੈਸਟੋਰੈਂਟ ਦੇ ਵਿੱਚ ਚਾਹੀਦਾ ਹੈ ਨਾ। ਜੇ ਤੁਸੀਂ ਮੋਟਰ ਮਕੈਨਿਕ ਦੀ ਸਟੱਡੀ ਕੀਤੀ ਸਰਟੀਫਿਕੇਟ 3 ਤਾਂ ਆਫ ਕੋਰਸ ਤੁਹਾਨੂੰ ਰੈਲੇਵੈਂਟ ਵਰਕ ਐਕਸਪੀਰੀਅੰਸ ਚਾਹੀਦਾ 360 ਆਵਰਸ ਦਾ, ਠੀਕ ਹੈ, ਤੇ ਉਹ ਪ੍ਰੋਵਿਜ਼ਨਲ ਸਕਿੱਲ ਅਸੈਸਮੈਂਟ ਤੁਸੀਂ ਅਪਲਾਈ ਕਰ ਸਕਦੇ ਹੋ। ਪਰ ਜਿਹੜਾ ਹੁਣ ਦੂਜਾ ਮੇਨ ਸਟੈਪ ਆਉਂਦਾ ਆ ਉਹ ਕੀ ਹੈ ਕਿ ਜੌਬ ਰੈਡੀ ਇੰਪਲੋਇਮੈਂਟ, ਠੀਕ ਹੈ। ਹੁਣ ਜੇ ਤੁਸੀਂ ਕਿਸੇ ਟ੍ਰੇਡ ਆਕੂਪੇਸ਼ਨ ਦੇ ਵਿੱਚ ਜਾ ਰਹੇ ਹੋ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਇਹ ਚੀਜ਼ ਮੇਕ ਸ਼ੋਰ ਕਰਨੀ ਹੈ ਕਿ ਤੁਸੀਂ ਉਹਦੇ ਵਿੱਚ ਇੰਪਲੋਇਮੈਂਟ ਲੈਣੀ ਹੀ ਲੈਣੀ, ਕਿਉਂਕਿ ਉਸ ਤੋਂ ਬਿਨਾਂ ਤੁਹਾਡੀ ਜਿਹੜੀ ਸਕਿੱਲ ਅਸੈਸਮੈਂਟ ਆ ਉਹ ਨਹੀਂ ਹੋ ਸਕਦੀ। ਵਰਕ ਐਕਸਪੀਰੀਅੰਸ ਇਜ਼ ਮੈਂਡੇਟਰੀ। ਤੁਹਾਨੂੰ ਪਹਿਲਾਂ ਉਹ ਚੀਜ਼ ਮੇਕ ਸ਼ੋਰ ਕਰਨੀ ਹੈ ਕਿ ਹਾਂ ਕਿ ਤੁਹਾਡੇ ਰੈਫਰੈਂਸਸ ਲਿੰਕਸ ਕਿੱਥੇ ਨੇ, ਜੇ ਤੁਸੀਂ ਇਸ ਫੀਲਡ ਦੇ ਵਿੱਚ ਜੌਬ ਕਰ ਪਾਓਗੇ ਨਹੀਂ ਕਰ ਪਾਓਗੇ, ਮਤਲਬ ਟ੍ਰੇਡ ਆਕੂਪੇਸ਼ਨ 'ਚ ਜਾਣ ਤੋਂ ਪਹਿਲਾਂ ਤੁਸੀਂ ਇਹ ਚੀਜ਼ ਸੋਚਣੀ ਹੈ ਇੱਕ ਵਾਰੀ।
ਹੁਣ ਜੌਬ ਰੈਡੀ EMPLOYMENT ਦੇ ਵਿੱਚ ਤੁਸੀਂ ਕੀ 1725 ਆਵਰਸ ਦਾ ਜਿਹੜਾ ਉਹ ਤੁਹਾਨੂੰ ਵਰਕ ਐਕਸਪੀਰੀਅੰਸ ਚਾਹੀਦਾ ਮਤਲਬ ਓਵਰ ਅ ਮਿਨੀਮਮ ਪੀਰੀਅਡ ਆਫ 1 ਈਅਰ, ਇੱਕ ਸਾਲ ਦੇ ਵਿੱਚ ਤੁਸੀਂ 1725 ਘੰਟੇ ਜਿਹੜੇ ਨੇ ਉਹ ਕੰਪਲੀਟ ਕਰਨੇ ਨੇ ਜੀ, ਠੀਕ ਹੈ। ਇਹ ਵੀ ਤੁਹਾਨੂੰ ਇੱਕ ਚੀਜ਼ ਇੱਥੇ ਧਿਆਨ ਰੱਖਣੀ ਹੈ ਕਿ ਜਦੋਂ ਸੈਕੰਡ ਸਟੈਪ ਕਰ ਰਹੇ ਹੋ ਜੌਬ ਰੈਡੀ EMPLOYMENT, ਜਿਹੜਾ ਵੀ ਵੀਜ਼ਾ ਆ ਤੁਹਾਡੇ ਕੋਲੇ ਉਹ ਵੀਜ਼ਾ 1 ਸਾਲ ਦਾ ਘੱਟ ਤੋਂ ਘੱਟ ਰਹਿੰਦਾ ਹੋਵੇ, ਕਿਉਂਕਿ ਉਹਨਾਂ ਨੇ ਕਿਹਾ ਇਹ ਟ੍ਰੇਡਸ ਰੈਕਗਨੀਸ਼ਨ ਆਸਟ੍ਰੇਲੀਆ ਦੀ ਰਿਕੁਆਇਰਮੈਂਟ ਆ। ਜੇ ਤੁਹਾਡਾ ਵੀਜ਼ਾ 1 ਮਹੀਨੇ ਵੀ ਘੱਟ ਹੋਊਗਾ ਉਹ ਤੁਹਾਨੂੰ ਅਲਾਉ ਨਹੀਂ ਕਰਨਗੇ ਜੌਬ ਰੈਡੀ ਪ੍ਰੋਗਰਾਮ ਕਰਨ ਦੇ ਲਈ। ਹੁਣ 1725 ਘੰਟੇ ਚਾਹੀਦੇ ਨੇ ਤੁਹਾਨੂੰ, ਠੀਕ ਹੈ, ਪੂਰੇ 1 ਸਾਲ ਦੇ ਵਿੱਚ। ਤੇ ਜਿਹੜਾ ਮੇਨ ਚੀਜ਼ ਆਂਦੀ ਆ ਕਿ ਹਾਂ ਕਿ ਜੌਬ ਰੈਡੀ ਵਰਕ ਪਲੇਸ ਜਿਹੜੀ ਅਸੈਸਮੈਂਟ ਆ ਉਹ 3rd ਸਟੈਪ ਆ, ਠੀਕ ਹੈ। ਉਹ 3rd ਸਟੈਪ ਕਦੋਂ ਕਰ ਸਕਦੇ ਹੋ ਤੁਸੀਂ ਕਿ ਜਦੋਂ ਤੁਸੀਂ ਐਟਲੀਸਟ ਹਾਫ ਆਫ ਦਾ ਜਿਹੜੀ EMPLOYMENT ਪੂਰੀ ਕਰ ਲਈ ਹੈ। ਹਾਫ ਆਫ ਦਾ EMPLOYMENT ਦਾ ਮਤਲਬ ਹੈ ਕਿ 6 ਮਹੀਨੇ ਤੁਸੀਂ ਕਰ ਚੁੱਕੇ ਹੋ ਆਲਰੇਡੀ, ਐਂਡ 8 ਔਰ ਮੇਬੀ ਯੂ ਕੈਨ ਸੇ ਕਿ 6 ਮਹੀਨੇ ਦੇ ਵਿੱਚ 863 ਆਵਰਸ ਜਿਹੜੇ ਨੇ ਉਹ ਕੰਪਲੀਟ ਕਰ ਚੁੱਕੇ ਹੋ ਤੁਸੀਂ ਆਪਣੇ। ਉਸ ਤੋਂ ਬਾਅਦ ਤੁਸੀਂ ਵਰਕ ਪਲੇਸ ਅਸੈਸਮੈਂਟ ਜਿਹੜੀ ਉਹ ਕਰਵਾ ਸਕਦੇ ਹੋ। ਜ਼ਰੂਰੀ ਨਹੀਂ ਕਿ ਉਦੋਂ ਹੀ ਕਰਵਾਣੀ, ਮਤਲਬ ਤੁਸੀਂ 700 ਕੰਪਲੀਟ ਕਰਨ ਦੇ ਬਾਅਦ ਵੀ ਕਰਵਾ ਸਕਦੇ ਹੋ, 7 ਮਹੀਨੇ ਬਾਅਦ ਵੀ ਕਰਵਾ ਸਕਦੇ ਹੋ, ਬਟ ਬੈਟਰ ਆ ਕਿ ਤੁਸੀਂ ਉਦੋਂ ਹੀ ਸਟਾਰਟ ਕਰੋ, ਕਿਉਂਕਿ ਬਹੁਤ ਟਾਈਮ ਲੈਂਦੇ ਨੇ ਟ੍ਰੇਡਸ ਰੈਕਗਨੀਸ਼ਨ ਆਸਟ੍ਰੇਲੀਆ ਵਾਲੇ ਵੀ, ਮਤਲਬ ਤੁਹਾਨੂੰ ਪ੍ਰੈਕਟੀਕਲੀ ਅਸੈਸ ਕਰਨ ਦੇ ਵਿੱਚ ਵੀ। ਅੱਛਾ ਜੀ। ਹਾਂਜੀ, ਅੱਜ ਕੱਲ ਤਾਂ ਆਨਲਾਈਨ ਹੀ ਚੱਲ ਰਿਹਾ, ਬਟ ਵੈਸੇ ਕੀ ਹੈ ਕਿ ਉਹ ਵਿਜ਼ਿਟ ਕਰਦੇ ਨੇ ਤੁਹਾਡੇ ਵਰਕ ਪਲੇਸ ਤੇ, ਉੱਥੇ ਆ ਕੇ ਤੁਹਾਡੀ ਮਤਲਬ ਪ੍ਰੋਪਰ ਇੰਟਰਵਿਊ ਹੁੰਦੀ ਨੇ, ਤੁਹਾਨੂੰ ਸੁਪਰਵਾਈਜ਼ ਕਰਦੇ ਨੇ। ਫੋਰ ਐਗਜ਼ਾਮਪਲ ਹੁਣੇ ਲਾਈਕ ਜਿੱਦਾਂ ਕੋਈ ਵੀ ਆਕੂਪੇਸ਼ਨ ਆ, ਮੋਟਰ ਮਕੈਨਿਕ ਹੋ ਗਿਆ, ਉਹਨਾਂ ਨੂੰ ਪ੍ਰੋਪਰ ਟੈਕਨੀਕਲ ਕੁਐਸਚਨਸ ਪੁੱਛਣਗੇ ਕਿ ਹਾਂਜੀ ਕਿ ਤੁਸੀਂ ਬ੍ਰੇਕ ਪੈਡਸ ਦੇ ਵਿੱਚ ਕਿਹੜਾ ਆਇਲ ਯੂਜ਼ ਕਰਦੇ ਹੋ, ਕਿ ਤੁਹਾਡੇ ਵਰਕ ਪਲੇਸ ਤੇ ਕਿਹੜੇ ਜਿਹੜੇ 5 ਹੈਜ਼ਰਡਸ ਦੱਸੋ। ਤੁਹਾਡੇ ਸੁਪਰਵਾਈਜ਼ਰ ਨੇ ਤੁਸੀਂ ਸਭ ਤੋਂ ਪਹਿਲਾਂ ਆ ਕੇ ਤੁਸੀਂ ਕੀ ਕੰਮ ਕਰਦੇ ਹੋ, ਮਤਲਬ ਇਹ ਸਾਰੀਆਂ ਚੀਜ਼ਾਂ ਜੋ ਵੀ ਸਾਰਾ ਟੈਕਨੀਕਲ ਕੁਐਸਚਨਸ ਨੇ ਉਹ ਤੁਹਾਨੂੰ ਪੁੱਛਣਗੇ। ਜੇ ਤੁਸੀਂ ਹਸਪਿਟੈਲਿਟੀ 'ਚ ਕੰਮ ਕਰਦੇ ਹੋ ਤੁਹਾਨੂੰ ਸੁਪਰਵਾਈਜ਼ ਕਰਨਗੇ ਕਿ ਤੁਸੀਂ ਕੋਈ ਡਿਸ਼ ਜਿਹੜੀ ਉਹ ਕਿਵੇਂ ਬਣਾ ਰਹੇ ਹੋ, ਹੈ ਨਾ, ਮਤਲਬ ਸਾਰੇ ਕੀ ਇਨਗਰੀਡੀਐਂਟਸ ਨੇ, ਕਿੰਨੇ ਟਾਈਮ 'ਚ ਬਣਾਉਂਦੇ ਹੋ, ਹੈ ਨਾ, ਮਤਲਬ ਉਹ ਸਾਰੀਆਂ ਚੀਜ਼ਾਂ, ਕੀ ਤੁਸੀਂ ਹੈਲਥ ਐਂਡ ਸੇਫਟੀ ਜਿਹੜੀਆਂ ਉਹ ਚੀਜ਼ਾਂ ਮਤਲਬ ਪ੍ਰੀਕਾਸ਼ਨਸ ਯੂਜ਼ ਕਰਦੇ ਹੋ ਕਿ ਨਹੀਂ ਯੂਜ਼ ਕਰਦੇ ਹੋ, ਉਹ ਸਾਰੀਆਂ ਚੀਜ਼ਾਂ ਪੁੱਛਦੇ ਨੇ ਮਤਲਬ ਮੇਨਲੀ ਇਹ ਇੰਟਰਵਿਊ ਦੇ ਵਿੱਚ। ਤੇ ਜੇ ਇਹ ਇੰਟਰਵਿਊ ਕਲੀਅਰ ਕਰਦੇ ਹੋ ਤੁਸੀਂ ਤੇ ਤਾਂ ਹੀ ਤੁਹਾਡਾ ਜਿਹੜਾ 3rd ਸਟੈਪ ਆ ਉਹ ਕਲੀਅਰ ਹੋਊਗਾ, ਤੇ ਤਾਂ ਹੀ ਤੁਸੀਂ ਫਾਈਨਲ ਅਸੈਸਮੈਂਟ ਜਿਹੜਾ 4th ਸਟੈਪ ਆ ਜੌਬ ਰੈਡੀ ਫਾਈਨਲ ਅਸੈਸਮੈਂਟ, ਤਾਂ ਹੀ ਉਹ ਤੁਹਾਨੂੰ ਜਿਹੜਾ ਆ ਉਹ ਮਿਲ ਪਾਊਗਾ। ਹਾਂਜੀ, ਚਲੋ। ਤੇ ਮੈਂ ਤੁਹਾਨੂੰ ਕੁਇਕਲੀ ਹੁਣ 485 ਵੀਜ਼ਾ ਵੀ ਆਪਾਂ ਕਵਰ ਕਰ ਲਈ ਕਿਉਂਕਿ ਸਾਡੇ ਕੋਲ ਟਾਈਮ ਬਹੁਤ ਘੱਟ ਹੈਗਾ। ਤੇ 485 ਵੀਜ਼ਾ ਦਾ ਜਿਵੇਂ ਕਿ ਹੁਣ ਕੋਵਿਡ ਕਰਕੇ ਤੁਸੀਂ ਆਪਾਂ ਪਹਿਲਾਂ ਹੀ ਡਿਸਕਸ ਕੀਤਾ ਕਿ ਬਹੁਤ ਜ਼ਿਆਦਾ ਡਿਲੇ ਹੋ ਰਹੇ ਨੇ ਸਾਰੀਆਂ ਚੀਜ਼ਾਂ, ਤੇ ਜਿਹੜੇ ਹੁਣ ਜਿਹੜੇ ਆਪਣੀ ਸਟੱਡੀ ਕੰਪਲੀਟ ਕਰਕੇ 485 ਵੀਜ਼ਾ ਪਾਉਣ ਵਾਲੇ ਸੀਗੇ ਸਟੂਡੈਂਟ ਜਿਹੜੇ ਸਾਰੇ, ਉਹ ਤੁਹਾਨੂੰ ਕੀ ਲੱਗਦਾ ਕਿ ਉਹ ਫਿਲਹਾਲ ਉਹ ਕੀ ਕਰ ਸਕਦੇ ਨੇ, ਕਿਉਂਕਿ ਵੀਜ਼ਾਸ ਵੀ ਨਹੀਂ ਆ ਰਹੇ ਤੇ ਉਹ ਕੁਝ ਕੀ ਕਰ ਸਕਦੇ ਨੇ ਇਸ ਟਾਈਮ ਆਪਣਾ ਟਾਈਮ ਯੂਟਿਲਾਈਜ਼ ਕਰਨ ਲਈ? ਓਕੇ, ਸਭ ਤੋਂ ਪਹਿਲਾਂ ਹੁਣ ਜਿਵੇਂ ਹੁਣ ਇੱਕ ਤਾਂ ਮਾਰਚ ਵਾਲਾ ਪੀਰੀਅਡ ਹੁੰਦਾ, ਇੱਕ ਅਗਸਤ ਵਾਲਾ ਹੁੰਦਾ ਕਿ ਜਦੋਂ ਸਭ ਤੋਂ ਜ਼ਿਆਦਾ ਜਿਹੜੇ ਸਟੂਡੈਂਟ ਵੀਜ਼ਾਸ ਨੇ ਉਹ ਐਕਸਪਾਇਰ ਹੁੰਦੇ ਨੇ ਜੀ। ਹੁਣ ਬਹੁਤ ਸਾਰੇ ਸਟੂਡੈਂਟਸ ਨੇ, ਮੈਂ ਜਿਨ੍ਹਾਂ ਦੇ ਐਕਸਪਾਇਰ ਹੋਣੇ ਵਾਲੇ ਨੇ ਵੀਜ਼ਾ ਉਹਨਾਂ ਨੂੰ ਮੈਂ ਪਹਿਲਾਂ ਹੀ ਕਹਿ ਦਿੰਦੀ ਕਿ ਜਿਨ੍ਹਾਂ ਕੋਲ ਇੰਗਲਿਸ਼ ਸਕੋਰ ਨਹੀਂ ਹੈਗਾ ਉਹ ਪਲੀਜ਼ ਆਪਣੇ ਟੈਸਟ ਜਿਹੜੇ ਨੇ ਪਹਿਲਾਂ ਹੀ ਬੁੱਕ ਕਰਵਾ ਲੈਣ, ਕਿਉਂਕਿ ਇਸ ਟਾਈਮ ਤੇ ਬਹੁਤ ਸਾਰੇ ਕੇਸਿਸ ਇਦਾਂ ਦੇ ਸਾਹਮਣੇ ਆਏ ਕਿ ਲੋਕਾਂ ਕੋਲੇ ਮਤਲਬ ਸਟੂਡੈਂਟਸ ਕੋਲੇ ਟੈਸਟ ਵੀ ਇੰਗਲਿਸ਼ ਦਾ ਜਿਹੜਾ ਟੈਸਟ ਸੀ ਉਹ ਵੀ ਨਹੀਂ ਹੈਗਾ, ਕਿਉਂਕਿ ਇਟ ਇਜ਼ ਵੈਰੀ ਇੰਪੋਰਟੈਂਟ ਕਿ ਹਾਂ ਕਿ ਜਿਹੜੀ ਇੰਗਲਿਸ਼ ਦੇ ਟੈਸਟ ਦੀ ਡੇਟ ਆ ਉਹ ਤੁਹਾਡੇ 485 ਵੀਜ਼ਾ ਦੀ ਜਿਹੜੀ ਡੇਟ ਆ ਲੌਂਚਮੈਂਟ ਦੀ ਉਸ ਤੋਂ ਇੱਕ ਦਿਨ ਐਟਲੀਸਟ ਇੱਕ ਦਿਨ ਪਹਿਲਾਂ ਦੀ ਹੋਣੀ ਚਾਹੀਦੀ ਆ। ਮਤਲਬ ਤੁਹਾਨੂੰ ਇੰਗਲਿਸ਼ ਦਾ ਟੈਸਟ ਤੁਹਾਡੇ ਕੋਲੇ ਹੋਣਾ ਹੀ ਚਾਹੀਦਾ ਆ, ਮਤਲਬ ਕੋਈ ਵੀ ਤੋਂ ਇੱਕ ਦਿਨ ਹਾਂਜੀ ਪੀਟੀ ਹੋ ਗਿਆ, ਆਇਲਸ ਹੋ ਗਿਆ, ਕੋਈ ਵੀ ਤੁਹਾਡਾ ਇੰਗਲਿਸ਼ ਦਾ ਟੈਸਟ ਆ ਤੁਸੀਂ ਉਹ ਯੂਜ਼ ਕਰ ਸਕਦੇ ਹੋ, ਠੀਕ ਹੈ। ਹੁਣ ਜਿਹੜੀ ਹੋਰ ਇਸ ਤੋਂ ਇਲਾਵਾ ਕੀ ਹੈ ਕਿ ਆਸਟ੍ਰੇਲੀਅਨ ਫੈਡਰਲ ਪੁਲਿਸ ਚੈੱਕ ਵਗੈਰਾ ਅਪਲਾਈ ਜਿਹੜਾ ਕਰਕੇ ਰੱਖ ਸਕਦੇ ਹੋ। ਦੈਟ ਇਜ਼ ਅਗੇਨ ਵੈਰੀ ਇੰਪੋਰਟੈਂਟ ਕਿ ਕਈ ਸਟੂਡੈਂਟਸ ਜਿਹੜੇ ਆਪਣੇ ਆਪ ਅਪਲਾਈ ਕਰਦੇ ਨੇ ਤਾਂ ਉਹਨਾਂ ਨੂੰ ਮੇਬੀ ਨਹੀਂ ਪਤਾ ਹੁੰਦਾ ਤੇ ਉਹ TR ਲੌਂਚ ਕਰ ਦਿੰਦੇ ਨੇ, ਪਰ ਪੁਲਿਸ ਚੈੱਕ ਜਿਹੜਾ ਉਹ ਬਾਅਦ ਵਿੱਚ ਅਪਲਾਈ ਕਰਕੇ ਫਿਰ ਪ੍ਰੋਵਾਈਡ ਕਰਦੇ ਨੇ, ਤਾਂ ਉਹਦੇ ਬੇਸਿਸ ਤੇ ਉਹ ਰਿਫਿਊਜ਼ਲ ਲੈਂਦੇ ਨੇ, ਠੀਕ ਹੈ। ਬਟ ਇਟ ਇਜ਼ ਵੈਰੀ ਇੰਪੋਰਟੈਂਟ ਕਿ ਹਾਂ ਕਿ ਜਿਹੜਾ ਤੁਹਾਡਾ ਆਸਟ੍ਰੇਲੀਅਨ ਫੈਡਰਲ ਪੁਲਿਸ ਚੈੱਕ ਵੀ ਆ ਉਹ ਪਹਿਲਾਂ ਜਿਹੜਾ ਉਹ ਲੌਂਚ ਹੋਇਆ ਹੋਣਾ ਚਾਹੀਦਾ ਆ, ਠੀਕ ਹੈ। ਤੇ ਹਾਂਜੀ, ਬਸ ਇਹਨਾਂ ਚੀਜ਼ਾਂ ਦਾ ਮੇਨ ਧਿਆਨ ਰੱਖਣਾ ਕਿ ਤੁਸੀਂ ਹੈਲਥ ਇੰਸ਼ੋਰੈਂਸ ਜਿਹੜੀ ਉਹ ਮੇਨਟੇਨ ਕਰ ਰਹੇ ਹੋ। ਬਾਕੀ ਤਾਂ ਬੇਸਿਕ ਡਾਕੂਮੈਂਟੇਸ਼ਨ ਹੀ ਆ। ਤੇ ਇੱਕ ਹੋਰ ਚੀਜ਼ ਕਿ TR ਤੁਸੀਂ ਉਦੋਂ ਹੀ ਅਪਲਾਈ ਕਰ ਸਕਦੇ ਹੋ ਜਦੋਂ ਤੁਹਾਡੀ ਕੰਪਲੀਸ਼ਨ ਲੈਟਰ ਤੁਹਾਡੇ ਕੋਲੇ ਆ ਗਈ, ਕਿਉਂਕਿ ਕੰਪਲੀਸ਼ਨ ਲੈਟਰ ਦੇ ਉੱਤੇ ਜਿਹੜੀ ਕੰਪਲੀਸ਼ਨ ਡੇਟ ਹੈ ਨਾ ਦੈਟ ਇਜ਼ ਵੈਰੀ ਇੰਪੋਰਟੈਂਟ। ਕਿ ਕਈ ਸਟੂਡੈਂਟਸ ਸੋਚਦੇ ਨੇ ਓਕੇ ਮੇਰੇ ਐਗਜ਼ਾਮਸ ਹੋ ਗਏ ਨੇ ਹੁਣ ਮੈਂ TR ਅਪਲਾਈ ਕਰ ਸਕਦਾ ਕਿ ਹਾਂ ਮੇਰਾ ਰਿਜ਼ਲਟ ਚਾਹੇ ਅਨਾਉਂਸ ਹੋਇਆ, ਰਿਜ਼ਲਟ ਵੀ ਅਨਾਉਂਸ ਹੋਇਆ, ਕਈ ਵਾਰੀ ਕੀ ਹੁੰਦਾ ਕਿ ਕੰਪਲੀਸ਼ਨ ਲੈਟਰ ਦੇ ਉੱਤੇ ਜਿਹੜੀ ਡੇਟ ਆ ਉਹ ਅਲੱਗ ਹੁੰਦੀ ਆ, ਤੁਸੀਂ TR ਪਹਿਲਾਂ ਲਾਂਚ ਕਰ ਦਿੰਦੇ ਹੋ, ਕੰਪਲੀਸ਼ਨ ਡੇਟ ਬਾਅਦ ਦੀ ਆ, ਸੋ ਦੈਟਸ ਅ ਪ੍ਰੋਬਲਮ ਅਗੇਨ। ਤਾਂ ਇਹਨਾਂ ਚੀਜ਼ਾਂ ਦਾ ਸਭ ਨੂੰ ਧਿਆਨ ਰੱਖਣ ਦੀ ਜ਼ਰੂਰਤ ਆ। ਹੁਣ ਜਿੱਦਾਂ ਇਹ ਇੱਕ ਪੀਕ ਟਾਈਮ ਆ 485 ਵੀਜ਼ਾਸ ਦਾ, ਤਾਂ ਆਈ ਵੁੱਡ ਸੇ ਕਿ ਤੁਹਾਨੂੰ ਕੋਈ ਵੀ ਮਤਲਬ ਅਸੀਂ ਫ੍ਰੀ ਕੰਸਲਟੇਸ਼ਨਸ ਜਿਹੜੀਆਂ ਨੇ ਉਹ ਰਨ ਕਰਦੇ ਹਾਂ 485 ਦੀਆਂ, ਤੇ ਤੁਸੀਂ ਸਾਡੇ ਕੋਲੇ ਆ ਕੇ ਮਤਲਬ ਕੋਈ ਵੀ ਕੁਐਸਚਨਸ ਨੇ ਤੁਸੀਂ ਪੁੱਛ ਸਕਦੇ ਹੋ। ਐਨੀਵੇ ਅਸੀਂ ਪ੍ਰੋਫੈਸ਼ਨਲ ਈਅਰ ਪ੍ਰੋਗਰਾਮ ਜਿਹੜਾ ਆ ਜੇ ਤੁਸੀਂ ਸਾਡੇ ਥਰੂ ਇਨਰੋਲ ਕਰਦੇ ਹੋ ਤਾਂ ਮਤਲਬ ਜਿਹੜੀ ਸਾਡੀ TR ਸਰਵਿਸ ਉਹ ਫ੍ਰੀ ਆਫ ਕਾਸਟ ਆ, ਤਾਂ ਤੁਸੀਂ ਐਨੀਵੇ ਸਾਡੇ ਕੋਲੋਂ ਹੈਲਪ ਲੈ ਸਕਦੇ ਹੋ ਮਤਲਬ TR ਜਿਹੜੀ ਆ ਲੌਂਚ ਕਰਨ ਦੇ ਵਿੱਚ। ਹਾਂਜੀ,
ਤੇ ਜਿਵੇਂ ਕਿ ਤੁਸੀਂ 485 ਬਾਰੇ ਦੱਸਤਾ ਐਂਡ ਹੁਣ ਮੈਂ ਇੱਕ ਹੋਰ ਕੁਐਸਚਨ ਜਾਣਨਾ ਚਾਹੁੰਦੇ ਕਿ ਜਿਨ੍ਹਾਂ ਦੇ ਇਨਵੀਟੇਸ਼ਨਸ ਨਹੀਂ ਆਏ, ਜਿਨ੍ਹਾਂ ਨੇ ਆਪਣੇ ਵੀਜ਼ਾਸ ਪਾਏ ਹੋਏ ਸੀ ਰੈਜ਼ੀਡੈਂਸੀ ਲਈ, ਤੇ ਜਿਨ੍ਹਾਂ ਦੇ ਇਨਵੀਟੇਸ਼ਨਸ ਨਹੀਂ ਆਏ ਕੋਵਿਡ-19 ਕਰਕੇ, ਉਹ ਇਸ ਟਾਈਮ 'ਚ ਕੀ ਕਰ ਸਕਦੇ ਨੇ, ਜਾਂ ਜਿਨ੍ਹਾਂ ਦੇ ਰਿਜੈਕਟ ਹੋ ਗਏ ਉਹ ਕੀ ਕਰ ਸਕਦੇ ਨੇ ਇਸ ਟਾਈਮ 'ਚ? ਓਕੇ ਸੀ ਹੁਣ ਜਿਨ੍ਹਾਂ ਦੇ ਇਨਵੀਟੇਸ਼ਨਸ ਨਹੀਂ ਆਏ, ਜੇ ਉਹਨਾਂ ਦੇ ਵੀਜ਼ਾਸ ਐਕਸਪਾਇਰ ਹੋ ਰਹੇ ਨੇ ਤਾਂ ਉਹਨਾਂ ਨੂੰ ਆਫ ਕੋਰਸ ਆਲਟਰਨੇਟਿਵ ਆਪਸ਼ਨ ਦੇ ਲਈ ਹੀ ਜਾਣਾ ਪਊਗਾ। ਆਲਟਰਨੇਟਿਵ ਆਪਸ਼ਨ ਮਤਲਬ ਕਿ ਉਹਨਾਂ ਨੂੰ ਇੱਥੇ ਟਾਈਮ ਬਾਏ ਕਰਨ ਦੇ ਲਈ ਮਤਲਬ ਇੱਥੇ ਰਹਿਣ ਦੇ ਲਈ ਕੋਈ ਨਾ ਕੋਈ ਹੋਰ ਜਿਹੜਾ ਵੀਜ਼ਾ ਤੁਸੀਂ ਮਤਲਬ ਸਟੂਡੈਂਟ ਵੀਜ਼ਾ ਪਾ ਸਕਦੇ ਹੋ, ਜਾਂ ਮਤਲਬ ਕੋਈ ਵੀ ਹੋਰ ਵੀਜ਼ਾ ਪਾ ਕੇ ਤੁਹਾਨੂੰ ਦੇਖਣਾ ਪਊਗਾ। ਪਰ ਜੇ ਤੁਹਾਡੇ ਕੋਈ ਵੀਜ਼ਾ ਰਿਫਿਊਜ਼ ਹੋਏ ਨੇ ਤਾਂ ਫਿਰ ਤਾਂ ਆਫ ਕੋਰਸ ਤੁਸੀਂ ਕੋਈ ਵੀ ਇੱਥੇ ਹੋਰ ਵੀਜ਼ਾ ਜਿਹੜਾ ਉਹ ਲੌਜ ਨਹੀਂ ਕਰ ਸਕਦੇ ਹੋ, ਮਤਲਬ ਤੁਹਾਨੂੰ ਆਫਸ਼ੋਰ ਜਾ ਕੇ ਹੀ ਵੀਜ਼ਾ ਜਿਹੜਾ ਹੈ ਉਹ ਲੌਜ ਕਰਨਾ ਪਊਗਾ। ਬਟ ਹਾਂ ਮੈਂ ਤੁਹਾਨੂੰ ਇਹ ਚੀਜ਼ ਜ਼ਰੂਰ ਕਹਿੰਦੀ ਆ ਕਿ ਜਿੱਦਾਂ ਆਪਾਂ ਸ਼ੁਰੂ 'ਚ ਗੱਲ ਕੀਤੀ ਹੈ ਕਿ ਮਤਲਬ ਸਾਰਾ ਕੁਝ ਹੀ ਹਲੇ ਰੁਕਿਆ ਪਿਆ ਆ ਇਸ ਟਾਈਮ ਤੇ, ਹੈ ਨਾ। ਤੇ ਉਸ ਕੇਸ ਦੇ ਵਿੱਚ ਮੈਂ ਕਹੂੰਗੀ ਕਿ ਜੇ ਤੁਹਾਡੇ ਇਨਵੀਟੇਸ਼ਨ ਨਹੀਂ ਆ ਰਹੇ ਨਾ ਜਾਂ ਸਟੇਟ ਓਪਨ ਨਹੀਂ ਹੈਗੇ, ਤਾਂ ਤੁਸੀਂ ਟਰਾਈ ਕਰੋ ਕਿ ਜਿਨ੍ਹਾਂ ਦੇ ਕੋਲੇ ਜਿਹੜੇ ਰੈਲੀਵੈਂਟ ਫੀਲਡ ਦੇ ਵਿੱਚ ਕੰਮ ਕਰ ਰਹੇ ਨੇ, ਹੈ ਨਾ, ਜੇ ਉਹਨਾਂ ਦੇ EMPLOYER ਉਹਨਾਂ ਨੂੰ ਸਪਾਂਸਰ ਕਰਨ ਦੇ ਲਈ ਰੈਡੀ ਨੇ, ਤਾਂ ਤੁਸੀਂ ਜੇ ਤੁਹਾਡੇ ਕੋਲੇ 2 ਸਾਲ ਦਾ ਫੁੱਲ ਟਾਈਮ ਜਾਂ ਇਕੁਇਵਲੈਂਟ ਪਾਰਟ ਟਾਈਮ ਵਰਕ ਐਕਸਪੀਰੀਅੰਸ ਹੈਗਾ ਆ, ਤਾਂ ਵਾਈ ਡੋਂਟ ਯੂ ਗੋ ਫॉर 482 ਵੀਜ਼ਾ, EMPLOYER ਸਪਾਂਸਰਸ਼ਿਪ ਦੇ ਲਈ ਜਾ ਸਕਦੇ ਹੋ, ਠੀਕ ਹੈ। ਜੇ 3 ਸਾਲ ਦਾ ਫੁੱਲ ਟਾਈਮ ਵਰਕ ਐਕਸਪੀਰੀਅੰਸ ਹੈਗਾ ਆ ਤਾਂ 186 ਵੀਜ਼ਾ ਦੇ ਲਈ ਜਾ ਸਕਦੇ ਹੋ, ਅਗੇਨ ਮਤਲਬ ਉਹ ਵੀ ਡਾਇਰੈਕਟ PR ਆ। ਫਿਰ ਇਸ ਤੋਂ ਇਲਾਵਾ 484 ਜਿਹੜਾ 494 ਵੀਜ਼ਾ ਨਵਾਂ ਜਿਹੜਾ ਰੀਜਨਲ ਵਾਲਾ ਵੀਜ਼ਾ ਆ ਉਹਦੇ ਲਈ ਜਾ ਸਕਦੇ ਹੋ, ਉਹ ਵੀ EMPLOYER ਸਪਾਂਸਰਸ਼ਿਪ ਆ ਕਿ ਤੁਹਾਡਾ ਜਿਹੜਾ EMPLOYER ਆ ਓਰੀਜਨਲ ਦੇ ਵਿੱਚ ਤੁਹਾਡੇ ਕੋਲ 3 ਸਾਲ ਦਾ ਵਰਕ ਐਕਸਪੀਰੀਅੰਸ ਆ, ਉਹ ਤੁਹਾਨੂੰ ਸਪਾਂਸਰ ਕਰਨ ਦੇ ਲਈ ਰੈਡੀ ਹੈ, ਤਾਂ ਤੁਸੀਂ ਉਹਦੇ ਲਈ ਵੀ ਜਾ ਸਕਦੇ ਹੋ। ਫਿਰ ਇਸ ਤੋਂ ਇਲਾਵਾ ਟੈਂਪਰੇਰੀ ਵੀਜ਼ਾਸ ਵੀ ਨੇ 408, ਜਿਹੜਾ ਮੈਂ ਸਟਾਰਟਿੰਗ 'ਚ ਦੱਸਿਆ ਕਿ ਇਮੀਗ੍ਰੇਸ਼ਨ ਦੀ ਕੋਈ ਕਾਸਟ ਨਹੀਂ ਹੈਗੀ ਉਸ ਵੀਜ਼ਾ ਦੀ। ਬਟ ਹਾਂਜੀ ਇਹ ਜ਼ਰੂਰ ਹੈ ਕਿ ਜਿਹੜੇ essential workers ਨਹੀਂ ਆ ਉਹਨਾਂ ਨੂੰ ਕੋਈ ਵਰਕ ਰਾਈਟਸ ਨਹੀਂ ਮਿਲਣਗੇ, ਬਟ ਜਿਹੜੇ essential workers ਨੇ ਉਹਨਾਂ ਨੂੰ ਵਰਕ ਰਾਈਟਸ ਮਿਲਣਗੇ, ਹੈ ਨਾ। ਤੇ ਇੱਕ ਬੈਟਰ ਆਪਸ਼ਨ ਹੀ ਆ ਨਾ, ਮਤਲਬ ਤੁਸੀਂ ਫ੍ਰੀ ਆਫ ਕਾਸਟ ਇੱਕ ਵੀਜ਼ਾ ਤੁਹਾਨੂੰ ਮਿਲ ਰਿਹਾ ਹੈ, ਤੁਸੀਂ ਕੋਈ ਹੋਰ ਵੀਜ਼ਾ ਮਤਲਬ ਤੁਸੀਂ ਵੇਟ ਕਰਨਾ ਇੱਥੇ ਤਾਂ ਇੱਥੇ ਉਹ ਵੀਜ਼ਾ ਅਪਲਾਈ ਕਰਕੇ ਵੇਟ ਕਰ ਸਕਦੇ ਹੋ। ਐਂਡ ਇੱਕ ਹੋਰ ਚੀਜ਼, ਪਾਰਟਨਰ ਵੀਜ਼ਾਸ ਅਪਲਾਈ ਕਰ ਸਕਦੇ ਹੋ। ਕਈ ਲੋਕਾਂ ਨੂੰ ਹੁੰਦਾ ਇੱਥੇ ਕਿ ਹਾਂ ਪਾਰਟਨਰ ਚਾਹੇ ਆਸਟ੍ਰੇਲੀਅਨ ਸਿਟੀਜ਼ਨ ਆ ਜਾਂ PR ਆ, ਤਾਂ ਉਹ ਅਪਲਾਈ ਨਹੀਂ ਕਰਦੇ ਪਾਰਟਨਰ ਵੀਜ਼ਾ ਦੇ ਲਈ ਕਿ ਹਾਂ ਖੁਦ ਸਕਿਲਡ ਜਿਹੜਾ ਵੀਜ਼ਾ ਆ ਉਹਦੇ ਤੋਂ PR ਲੈਣੀ ਆ, ਜਾਂ ਕਿਉਂਕਿ ਪਾਰਟਨਰ ਵੀਜ਼ਾ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਆ ਉਹ ਲੌਂਗਰ ਆ, ਤਾਂ ਉਹ ਪਾਰਟਨਰ ਵੀਜ਼ਾ ਮੈਂ ਉਹਨਾਂ ਨੂੰ ਸੁਜੈਸਟ ਕਰੂੰਗੀ ਕਿ ਉਹ ਅਪਲਾਈ ਕਰੋ। ਉਹ ਅਪਲਾਈ ਕਰਕੇ ਤੁਸੀਂ ਜਿਹੜਾ ਹੈ ਉਹ ਇੱਥੇ ਰਹਿ ਸਕਦੇ ਹੋ। ਇੱਕ ਜਿਹੜਾ ਹੋਰ ਵੀਜ਼ਾ ਹੈ ਨਿਊ 858 ਵੀਜ਼ਾ, ਡਿਸਟਿੰਗੁਇਸ਼ਡ ਟੈਲੈਂਟ ਵੀਜ਼ਾ, ਉਹਦੇ ਵਿੱਚ ਉਹਨਾਂ ਨੇ ਇਮੀਗ੍ਰੇਸ਼ਨ ਨੇ ਕੀ ਅਨਾਉਂਸ ਕੀਤਾ ਆ ਕਿ ਜਿਹੜੇ ਕੋਈ PhD ਕਰ ਰਹੇ ਨੇ ਐਂਡ ਉਹਨਾਂ ਨੇ ਇੱਕ ਪਾਰਟਿਕੂਲਰ ਸੈਕਟਰਸ ਦਿੱਤੇ ਹੋਏ ਨੇ, ਮੈਂ 2-3 ਐਗਜ਼ਾਮਪਲਸ ਦੇ ਦਿੰਦੀ ਹਾਂ ਕਿ ਮੈਡੀਕਲ ਸੈਕਟਰ ਦੇ ਵਿੱਚ ਜਾਂ ਸਾਈਬਰ ਸਿਕਿਉਰਿਟੀ ਦੇ ਵਿੱਚ ਜਾਂ ਐਗਰੀਕਲਚਰ ਦੇ ਵਿੱਚ ਕਰ ਰਹੇ ਹੋ ਤੁਸੀਂ, ਤੇ ਜੇ PhD ਕਰ ਰਹੇ ਹੋ ਤੁਹਾਡਾ ਕੋਈ ਪ੍ਰੋਫੈਸਰ ਤੁਹਾਨੂੰ ਨੋਮੀਨੇਟ ਕਰਦਾ ਹੈ ਕਿ ਹਾਂ ਕਿ ਤੁਹਾਡੀ ਜਿਹੜੀ ਇਨਕਮ ਆ ਅੱਗੇ ਜਾ ਕੇ ਅਰਾਊਂਡ 150,000 ਹੋਊਗੀ, ਉਹਨਾਂ ਲਈ ਇੱਕ ਬਹੁਤ ਅੱਛੀ ਓਪਰਚੁਨਿਟੀ ਆ, ਉਹ ਵੀ ਅਪਲਾਈ ਕਰ ਸਕਦੇ ਨੇ। ਐਂਡ ਜੇ ਉਹ ਕੋਈ PhD ਨਹੀਂ ਵੀ ਕਰ ਰਹੇ ਹੈਗੇ ਬਟ ਉਹਨਾਂ ਦੀ ਇਨਕਮ ਜਿਹੜੀ ਆ 150,000 ਹੈਗੀ ਆ ਤੇ ਪਰ ਉਹਨਾਂ ਨੇ ਮਾਸਟਰਸ ਜਾਂ ਬੈਚਲਰਸ ਕੀਤੀ ਹੋਈ ਆ, ਉਹ ਵੀ ਅਪਲਾਈ ਕਰ ਸਕਦੇ ਨੇ। ਤਾਂ ਮਤਲਬ ਬਹੁਤ ਸਾਰੇ ਆਪਸ਼ਨਸ ਨੇ। ਇਟ ਇਜ਼ ਜਸਟ ਦੈਟ ਕਿ ਤੁਸੀਂ ਸਾਨੂੰ ਕੰਟੈਕਟ ਕਰੋ ਤੇ ਅਸੀਂ ਤੁਹਾਨੂੰ ਪਾਥਵੇ ਦੱਸੂਗੇ, ਬਟ ਉਹਦੇ ਨਾਲ ਨਾਲ ਤੁਸੀਂ ਬਾਕੀ ਆਪਸ਼ਨਸ ਦੇ ਲਈ ਵੀ ਜਿਹੜਾ ਆ ਉਹ ਰੈਡੀ ਰਹਿਣਾ। ਜੀ ਬਿਲਕੁਲ। ਹਾਂਜੀ ਤੁਸੀਂ ਹੋਰ ਆਈ ਐਮ ਵੈਰੀ ਸੌਰੀ ਕਿ ਬਹੁਤ ਸਾਰੇ ਕਮੈਂਟਸ ਆ ਰਹੇ ਸੀਗੇ, ਆਈ ਥਿੰਕ ਪੀਪਲ ਰੀਲੀ ਲਾਈਕ ਯੂ ਸਿੰਪਲ ਜੀ, ਤੇ ਤੁਸੀਂ ਆਈ ਐਮ ਵੈਰੀ ਸੌਰੀ। ਤੇ ਦੀਪਕ ਭਾਰਦਵਾਜ ਜੀ ਨੇ ਬਹੁਤ ਸਾਰਾ ਟਾਈਮ ਲੈ ਕੇ ਵੱਡਾ ਸਾਰਾ ਸਾਨੂੰ ਕਮੈਂਟ ਲਿਖਿਆ ਸੀਗਾ ਵਿਦ ਹਿਸ ਕੁਐਰੀਜ਼। ਤੁਸੀਂ ਆਪਣੇ ਦੀਪਕ ਕੁਐਰੀ ਜਿਹੜੀ ਹੈ ਤੁਸੀਂ ਸਿੰਪਲਪ੍ਰੀਤ ਜੀ ਨੂੰ ਡਾਇਰੈਕਟਲੀ ਪੁੱਛ ਸਕਦੇ ਹੋ ਇਹਨਾਂ ਨੂੰ ਕੰਟੈਕਟ ਕਰਕੇ, ਤੇ ਇਹਨਾਂ ਦਾ ਕੰਟੈਕਟ ਸਾਡੀ ਸਕਰੀਨ ਦੇ ਨੀਚੇ ਆ ਰਿਹਾ ਹੋਏਗਾ, ਤੇ ਇਹਨਾਂ ਦਾ ਐਡਰੈਸ, ਇਹਨਾਂ ਦਾ ਕੰਟੈਕਟ, ਇਹਨਾਂ ਦਾ ਨੇਮ, ਐਵਰੀਥਿੰਗ ਡਿਸਪਲੇ ਹੋ ਰਿਹਾ ਹੋਏਗਾ। ਤੇ ਜਿਹੜੇ ਕੁਐਸਚਨਸ ਰਹਿ ਗਏ ਕਮੈਂਟਸ ਦੇ ਵਿੱਚ ਮੈਂ ਉਹਨਾਂ ਤੋਂ ਮਾਫੀ ਮੰਗਣਾ ਚਾਹੂੰਗੀ, ਕਿਉਂਕਿ ਆਪਾਂ ਟਰਾਈ ਕੀਤਾ ਕਿ ਜਿੰਨਾ ਹੋ ਸਕੇ, ਕਿਉਂਕਿ ਆਪਾਂ ਆਪਣੇ ਟੌਪਿਕਸ ਵੀ ਕਵਰ ਕਰਨੇ ਸੀ। ਬਟ ਤੁਸੀਂ ਸਾਰੇ ਜਣੇ ਔਜ਼ੀਜ਼ ਵਾਲਿਆਂ ਨੂੰ ਵਿਜ਼ਿਟ ਕਰ ਸਕਦੇ ਹੋ, ਇਹਨਾਂ ਦੇ ਬਹੁਤ ਸਾਰੇ ਡਿਫਰੈਂਟ ਕੈਂਪਸਿਸ ਨੇ, ਬਟ ਅਗਰ ਤੁਸੀਂ ਪਾਰਟਿਕੂਲਰਲੀ ਸਿੰਪਲਪ੍ਰੀਤ ਜੀ ਨੂੰ ਮਿਲਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਨੂੰ ਕੰਟੈਕਟ ਕੋਲਿਨ ਸਟਰੀਟ ਦੇ ਆਫਿਸ ਵਿੱਚ ਕੰਟੈਕਟ ਕਰ ਸਕਦੇ ਹੋ। ਮੈਂ ਇੱਕ ਵਾਰ ਇਹਨਾਂ ਦਾ ਨੰਬਰ ਤੁਹਾਨੂੰ ਫੇਰ ਦੱਸ ਦਵਾਂ, ਬਟ ਉਹ ਥੱਲੇ ਲਿਖਿਆ ਆ ਰਿਹਾ ਹੋਏਗਾ ਸਕਰੀਨ ਤੇ, ਪਰ ਫਿਰ ਵੀ ਮੈਂ ਇੱਕ ਵਾਰ ਬੋਲ ਕੇ ਦੱਸਦਾ ਅਗਰ ਕੋਈ ਮੇਰੇ ਵਰਗਾ ਲੇਜ਼ੀ ਹੋਏ ਜਿਹੜਾ ਪੜ੍ਹਨਾ ਨਾ ਚਾਹੁੰਦਾ ਹੋਏ, ਸਿਰਫ ਸੁਣਨਾ ਚਾਹੁੰਦਾ ਹੋਏ, ਉਹਨਾਂ ਲਈ 0414020215। ਤੁਸੀਂ ਆਈ ਰੀਲੀ ਹੋਪ ਕਿ ਤੁਸੀਂ ਕੁਐਸਚਨਸ ਇਹਨਾਂ ਨੂੰ ਪੁੱਛੋ ਤੇ ਤੁਹਾਨੂੰ ਸਾਰੇ ਆਨਸਰਸ ਮਿਲਣ, ਕਿਉਂਕਿ ਇਮੀਗ੍ਰੇਸ਼ਨ ਇੱਕ ਇੱਦਾਂ ਦੀ ਚੀਜ਼ ਆ ਕਿ ਤੁਹਾਨੂੰ ਇਟ ਕੈਨ ਗੈਟ ਯੂ ਇਨ ਅ ਲੋਟ ਆਫ ਟਰਬਲ।
ਤੇ ਥੈਂਕ ਯੂ ਸੋ ਮਚ ਸਾਡੇ ਨਾਲ ਅੱਜ ਜੁੜਨ ਲਈ। ਥੈਂਕ ਯੂ ਸਿੰਪਲਪ੍ਰੀਤ ਜੀ ਸਾਡੇ ਸ਼ੋਅ 'ਚ ਅੱਜ ਆਉਣ ਤੁਹਾਨੂੰ ਲਈ। ਵੀ ਬਹੁਤ ਬਹੁਤ ਧੰਨਵਾਦ। ਤੇ ਮੈਂ ਬਾਕੀ ਸਾਰਿਆਂ ਨੂੰ ਵੀ ਇਹੀ ਕਹਿਣਾ ਚਾਹੂੰਗੀ ਕਿ ਜਿਹੜੇ ਤੁਸੀਂ ਸਾਰੇ ਮਤਲਬ ਐਪਲੀਕੈਂਟਸ ਦੇਖ ਰਹੇ ਹੋ, ਤੁਸੀਂ ਆਪਣੇ ਫਰੈਂਡਸ ਦੇ ਨਾਲ ਵੀ ਇਹ ਜਿਹੜਾ ਆ ਵੀਡੀਓ ਆ ਸ਼ੇਅਰ ਕਰ ਸਕਦੇ ਹੋ। ਤੇ ਬਾਕੀ ਜਿਵੇਂ ਪ੍ਰਭ ਨੇ ਤੁਹਾਨੂੰ ਨੰਬਰ ਦੱਸ ਹੀ ਦਿੱਤਾ 0414020215, ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਹਾਲੇ ਤਾਂ ਜਿੱਦਾਂ ਅਸੀਂ ਜਿਹੜੀਆਂ ਫੇਸ ਟੂ ਫੇਸ ਕੰਸਲਟੇਸ਼ਨਸ ਨਹੀਂ ਪ੍ਰੋਵਾਈਡ ਕਰ ਰਹੇ, ਬਟ ਤੁਸੀਂ ਮੈਨੂੰ ਕਾਲ ਕਰਕੇ ਆਪਣੀ ਕੰਸਲਟੇਸ਼ਨ ਬੁੱਕ ਕਰ ਸਕਦੇ ਹੋ। ਤੁਸੀਂ ਫੋਨ ਕੰਸਲਟੇਸ਼ਨ ਦੇ ਸਕਦੇ ਹੋ। ਐਨੀਵੇ ਵੀ ਆਰ ਰਨਿੰਗ ਫ੍ਰੀ ਕੰਸਲਟੇਸ਼ਨਸ, ਤੇ ਜੋ ਵੀ ਤੁਹਾਨੂੰ ਕੁਐਸਚਨਸ ਨੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਜੀ ਬਿਲਕੁਲ। ਹਾਂਜੀ। ਤੇ ਸਾਡਾ ਜਿਹੜਾ ਇਮੀਗ੍ਰੇਸ਼ਨ ਦਾ ਇਹ ਸ਼ੋਅ ਹੈ, ਪਾਰਟਿਕੂਲਰ ਆਜ਼ਿਸ ਗਰੁੱਪ ਦਾ ਜਿਹੜਾ ਸ਼ੋਅ ਹੈ, ਉਹ ਐਵਰੀ ਫਰਾਈਡੇ ਐਟ 7:30 PM ਲਾਈਵ ਹੁੰਦਾ। ਤੇ ਇਹਨਾਂ ਦੀ ਬ੍ਰੌਡਕਾਸਟਿੰਗ ਨੈਕਸਟ ਡੇ ਵੀ ਹੁੰਦੀ ਹੈ। ਤੇ ਤੁਸੀਂ ਸਾਡਾ ਸ਼ੋਅ ਲਾਈਵ ਦੇਖ ਸਕਦੇ ਹੋ ਪੰਜਾਬ ਟੀਵੀ ਦੇ ਐਪ ਦੇ ਉੱਤੇ, ਜੋ ਕਿ ਐਂਡਰੋਇਡ ਫੋਨਸ ਔਰ ਆਈਫੋਨਸ ਦੇ ਦੋਨਾਂ ਲਈ ਅਵੇਲੇਬਲ ਹੈ। ਤੇ ਤੁਸੀਂ ਫੇਸਬੁੱਕ ਤੇ ਵੀ ਇਹਨੂੰ ਲਾਈਵ ਦੇਖ ਸਕਦੇ ਹੋ, ਤੇ ਸਾਰੇ IPTV ਬਾਕਸਿਸ ਤੇ ਵੀ ਸਾਡਾ ਜਿਹੜਾ ਇਹ ਹੁੰਦਾ ਹੈਗਾ। ਤੇ ਤੁਸੀਂ ਆਜ਼ਿਸ ਗਰੁੱਪ ਨੂੰ ਜ਼ਰੂਰ ਕੰਟੈਕਟ ਕਰੋ। ਸਿੰਪਲਪ੍ਰੀਤ ਜੀ ਨੂੰ ਜਿੱਦਾਂ ਕਿ ਮੈਂ ਪਹਿਲਾਂ ਵੀ ਕਿਹਾ, ਆਈ ਥਿੰਕ ਪੀਪਲ ਰੀਲੀ ਲਾਈਕ ਹਰ। ਜਿਹੜੇ ਇੰਨੇ ਸਾਰੇ ਕੁਐਸਚਨਸ ਅੱਜ ਹੋ ਗਏ ਕਿ ਮੇਰੇ ਤੋਂ ਪੁੱਛੇ ਹੀ ਨਹੀਂ ਗਏ ਸਾਰੇ। ਨਹੀਂ ਐਕਚੁਅਲੀ ਮੈਂ ਉਹਨਾਂ ਨੂੰ ਕਮੈਂਟਸ ਦੇ ਵਿੱਚ ਆਨਸਰ ਕਰ ਦੂੰਗੀ ਬਾਅਦ ਵਿੱਚ। ਸਿੰਪਲਪ੍ਰੀਤ ਜੀ ਤੁਹਾਨੂੰ ਕਮੈਂਟਸ ਦੇ ਵਿੱਚ ਵੀ ਰਿਪਲਾਈ ਕਰ ਦੇਣਗੇ। ਤੇ ਜੇ ਤੁਹਾਡੀ ਕੋਈ ਫਿਊਚਰ ਕੁਐਰੀਜ਼ ਹੈਗੀ, ਤੁਸੀਂ ਕਿਸੇ ਹੋਰ ਚੀਜ਼ ਬਾਰੇ ਜਾਣਨਾ ਚਾਹੁੰਦੇ ਹੋ, ਤਾਂ ਤੁਸੀਂ ਸਾਨੂੰ ਮੈਸੇਜ ਵੀ ਛੱਡ ਸਕਦੇ ਹੋ, ਪਰਸਨਲ ਮੈਸੇਜ ਟੂ ਪੰਜਾਬ TV, ਤਾਂ ਕਿ ਆਪਾਂ ਉਹ ਆਜ਼ਿਸ ਵਾਲਿਆਂ ਤੋਂ ਨੈਕਸਟ ਟਾਈਮ ਪੁੱਛ ਲਈਏ। ਹਾਂਜੀ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਵੈਲਕਮ ਟੂ ਓਜ਼ਿਸ ਗਰੁੱਪ। ਆਸਟ੍ਰੇਲੀਅਨ ਮਾਈਗ੍ਰੇਸ਼ਨ ਅਤੇ ਐਜੂਕੇਸ਼ਨ ਦੇ ਖੇਤਰ ਵਿੱਚ ਇੱਕ ਵੱਡਾ ਨਾਮ। ਆਸਟ੍ਰੇਲੀਆ ਵਿੱਚ 12 ਸ਼ਿਖਾਵਾਂ ਰਾਹੀਂ ਅਤੇ 10 ਸਾਲਾਂ ਤੋਂ ਵੀ ਵੱਧ ਤਜਰਬੇ ਨਾਲ ਹਰ ਤਰ੍ਹਾਂ ਦੇ ਵੀਜ਼ਾ ਵਿੱਚ ਓਜ਼ਿਸ ਗਰੁੱਪ ਤੁਹਾਡੀ ਮਦਦ ਕਰ ਸਕਦੇ ਹਨ। ਆਸਟ੍ਰੇਲੀਆ ਤੋਂ ਇਲਾਵਾ ਓਜ਼ਿਸ ਗਰੁੱਪ ਇੰਡੀਆ, ਦੁਬਈ ਅਤੇ ਨਿਊਜ਼ੀਲੈਂਡ ਵਿੱਚ ਹਰ ਤਰ੍ਹਾਂ ਦੇ ਵੀਜ਼ਾ ਸਰਵਿਸਿਜ਼ ਲਈ ਤੁਹਾਡੀ ਸੇਵਾ ਵਿੱਚ ਹਾਜ਼ਰ ਹਨ, ਜਿਵੇਂ ਕਿ ਐਡਮਿਸ਼ਨ ਐਂਡ ਸਟੂਡੈਂਟ ਵੀਜ਼ਾ, ਟੂਰਿਸਟ ਵੀਜ਼ਾ, ਸਕਿੱਲ ਮਾਈਗ੍ਰੇਸ਼ਨ, employer sponsored visa, business visa, partner ਅਤੇ parent visa, AAT review ਅਤੇ federal review ਵਿੱਚ ਤੁਹਾਡੀ ਹਰ ਤਰ੍ਹਾਂ ਦੇ ਨਾਲ ਮਦਦ ਕਰ ਸਕਦੇ ਹਨ। ਓਜ਼ਿਸ ਗਰੁੱਪ ਵੀਜ਼ਾ ਸਰਵਿਸਿਜ਼ ਦੇ ਨਾਲ-ਨਾਲ PTE ਅਤੇ ਨਾਟੀ CCL ਦੀ ਕੋਚਿੰਗ ਮੁਹੱਈਆ ਕਰਾਉਂਦੇ ਹਨ ਅਤੇ 100 ਤੋਂ ਵੀ ਵੱਧ ਸਟੂਡੈਂਟਸ ਨੂੰ ਲੋੜੀਂਦੇ ਸਕੋਰਸ ਵਿੱਚ ਮਦਦ ਕਰ ਚੁੱਕੇ ਹਨ। ਇਸ ਤੋਂ ਇਲਾਵਾ ਓਜ਼ਿਸ ਗਰੁੱਪ ਕਈ ਨਾਮਵਰ ਬਾਲੀਵੁੱਡ ਹਸਤੀਆਂ ਤੇ ਪੰਜਾਬੀ ਸੈਲੀਬ੍ਰਿਟੀਜ਼ ਤੇ ਵੀਜ਼ਾ ਲਗਵਾਉਣ ਦਾ ਵੀ ਮਾਣ ਹਾਸਿਲ ਕਰ ਚੁੱਕੇ ਹਨ। ਸੋ ਅੱਜ ਹੀ ਆਪਣੀ ਵੀਜ਼ਾ ਜਾਂ ਐਡਮਿਸ਼ਨ ਸੰਬੰਧੀ ਕਿਸੇ ਵੀ ਸੂਚਨਾ ਲਈ ਓਜ਼ਿਸ ਗਰੁੱਪ ਨੂੰ ਕੰਟੈਕਟ ਕਰੋ 0399007272 ਤੇ ਤੁਸੀਂ ਈਮੇਲ ਕਰ ਸਕਦੇ ਹੋ clayton@ozis.com ਤੇ।